बहुत ही सत्कारयोग साथियों, मिनी कहानी लेखक मंच पंजाब ਵੱਲੋਂ लगातार ये उपराले किए जा रहे हैं कि जो अज का दौर चल रहा है, इस समय महामारी का दौर है, इस दे विच भी सहायता लई समाज के लिए कुछ किया जा सके, उसनूं लैके असीं अज तीजी मिनी कहानी साडी गोष्ठी हैगी है, उस दे लई हाज़र होए हैं, जिस विच इस समय लगभग 25 के करीब जिहड़े लेखक ने वो जुड़ चुके हैं। होर साथी लगातार साडे नाल जुड़ रहे हैं। प्रोग्राम नूं रस्मी तौर पर असीं शुरुआत करन जा रहे हैं। सब तो पहला मैं बेनती करूंगा मेरे साथी कि वो सारे ही साथियों का स्वागत करन, उन्होंने जी आया नूं कहण। ਮਹਿੰਦਰਪਾਲ ਮਹਿੰਦਾ जी। ਲਾਕਡਾਊਨ ਸਮੇਂ ਦਰਮਿਆਨ ਅੱਜ ਤੀਜੀ ਆਨਲਾਈਨ ਗੋਸ਼ਟੀ ਵਿੱਚ ਸ਼ਾਮਿਲ ਹੋਣ ਤੇ ਵੱਖ-ਵੱਖ ਵਿਦਵਾਨ ਲੇਖਕਾਂ ਨੂੰ ਅਸੀਂ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਅਤੇ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਜੀ ਆਇਆਂ ਨੂੰ ਆਖਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਪੰਜਾਬੀ ਮਿੰਨੀ ਕਹਾਣੀ ਵਿਧਾ ਤੇ ਗੰਭੀਰ ਸੰਵਾਦ ਰਚਾਇਆ ਜਾਵੇ ਜੀ। ਇੱਕ ਵਾਰ ਫੇਰ ਸਭ ਦਾ ਸਵਾਗਤ ਹੈ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਮਹਿੰਦਰਪਾਲ ਜੀ, ਜਿਨ੍ਹਾਂ ਨੇ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ, ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਸਾਰੇ ਹੀ ਸਾਥੀਆਂ ਨੂੰ ਜੀ ਆਇਆਂ ਨੂੰ ਕਿਹਾ। ਹੁਣ ਸਾਡੇ ਕੋਲ ਇਸ ਸਮੇਂ ਦਰਮਿਆਨ ਅਣੂ ਤ੍ਰੈਮਾਸਿਕ ਦਾ ਜਿਹੜਾ ਇੱਕ ਨਵਾਂ ਅੰਕ ਹੈ ਕਿਸਾਨੀ ਜਨ ਜੀਵਨ ਦੇ ਉੱਪਰ, ਉਹ ਅੰਕ ਛਪ ਕੇ ਆਇਆ ਹੈ ਸੁਰਿੰਦਰ ਕੈਲੇ ਜੀ ਦੀ ਸੰਪਾਦਨਾ ਹੇਠ। ਪਿਛਲੇ 49 ਸਾਲਾਂ ਤੋਂ ਲਗਾਤਾਰ ਅਣੂ ਤ੍ਰੈਮਾਸਿਕ ਛਪ ਰਿਹਾ, ਜਿਹਦੇ ਵਿੱਚ ਮਿੰਨੀ ਕਹਾਣੀਆਂ ਦਾ ਪ੍ਰਮੁੱਖਤਾ ਨਾਲ ਛਾਪੀਆਂ ਹੀ ਜਾਂਦੀਆਂ ਹਨ, ਬਲਕਿ ਸਾਹਿਤ ਦੀਆਂ ਹੋਰ ਵਿਧਾਵਾਂ ਨੂੰ ਵੀ ਉਹਦੇ ਵਿੱਚ ਥਾਂ ਦਿੱਤੀ ਜਾਂਦੀ ਹੈ। ਪਿਛਲੇ ਅੰਕ ਤੋਂ ਲੈ ਕੇ ਇਸ ਅੰਕ ਤੱਕ ਇਹ ਦੂਸਰਾ ਜਿਹੜਾ ਵਿਸ਼ੇਸ਼ ਅੰਕ ਹੈ ਕਿਸਾਨੀ ਜਨ ਜੀਵਨ ਦੇ ਉੱਪਰ। ਇਸ ਤੋਂ ਪਹਿਲਾਂ ਜਿਹੜਾ ਪਿਛਲਾ ਅੰਕ ਸੀ ਉਹ ਅੰਕ ਨੰਬਰ 1 ਸੀ, ਜਿਹੜਾ ਹੁਣ ਆਇਆ ਹੈ ਇਹ ਕਿਸਾਨੀ ਜਨ ਜੀਵਨ ਦੇ ਉੱਪਰ ਦੂਸਰਾ ਅੰਕ ਹੈ। ਇਸ ਦੇ ਵਿੱਚ 10 ਲੇਖਕਾਂ ਦੀਆਂ 15 ਮਿੰਨੀ ਕਹਾਣੀਆਂ ਸ਼ਾਮਲ ਹਨ ਜੀ। ਅਣੂ ਦਾ ਜਿਹੜਾ ਇਹ ਅੰਕ ਹੈ ਜੋ ਅਸੀਂ ਅੱਜ ਰਿਲੀਜ਼ ਕੀਤਾ ਹੈ, ਇਹ ਕਿਸਾਨੀ ਜਨ ਜੀਵਨ ਦੇ ਉੱਪਰ ਦੂਸਰਾ ਅੰਕ ਹੈ, ਜਿਸ ਦੇ ਵਿੱਚ 10 ਲੇਖਕਾਂ ਦੀਆਂ 15 ਮਿੰਨੀ ਕਹਾਣੀਆਂ ਸ਼ਾਮਲ ਨੇ। ਸੁਰਿੰਦਰ ਕੈਲੇ ਜੀ ਲੰਬੇ ਸਮੇਂ ਤੋਂ ਪੰਜਾਬੀ ਮਿੰਨੀ ਕਹਾਣੀ ਨਾਲ ਜੁੜੇ ਹੋਏ ਨੇ, ਪੰਜਾਬੀ ਸਾਹਿਤ ਅਕੈਡਮੀ ਦੀ ਟੀਮ ਨਾਲ ਕੰਮ ਕਰ ਰਹੇ ਨੇ, ਉਸਦੇ ਆਗੂ ਵਜੋਂ ਵਿਚਰ ਰਹੇ ਨੇ, ਤੇ ਇਹ ਅਗਲਾ ਅੰਕ ਵੀ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਕਿਸਾਨੀ ਜਨ ਜੀਵਨ ਦੇ ਉੱਪਰ ਹੀ ਆਧਾਰਿਤ ਹੋਵੇਗਾ। ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਅਦਾਰਾ ਅਣੂ ਨੂੰ ਅੱਜ ਦੇ ਇਸ ਰਿਲੀਜ਼ ਸਮਾਗਮ ਦੇ ਉੱਪਰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਸ਼ੁਭਕਾਮਨਾਵਾਂ ਭੇਟ ਕਰਦਾ ਹੈ। ਇਸ ਅੰਕ ਦਾ ਬਹੁਤ-ਬਹੁਤ ਸਵਾਗਤ। ਸਾਡੇ ਨਾਲ ਬਹੁਤ ਸਾਰੇ ਲੇਖਕ ਜੁੜ ਚੁੱਕੇ ਨੇ, ਜਿਨ੍ਹਾਂ ਸਾਥੀਆਂ ਨੇ ਰਚਨਾਵਾਂ ਪੜ੍ਹਨੀਆਂ ਨੇ, ਜਿਨ੍ਹਾਂ ਦੀ ਰਚਨਾਵਾਂ ਦੇ ਉੱਪਰ ਗੱਲਬਾਤ ਹੋਣੀ ਹੈ, ਉਹ ਲੇਖਕ, ਉਹ ਵਿਦਵਾਨ ਵੀ ਇਸ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਹੁਣ ਮੈਂ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੇਰੀ ਦੇ ਬੇਨਤੀ ਕਰਾਂਗਾ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਨੂੰ ਕਿ ਉਹ ਆਪਣੀ ਰਚਨਾ ਦਾ ਪਾਠ ਕਰਨ। ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨਗੇ। मैं अपनी मिनी कहानी पढ़ रहा। मेरी मिनी कहानी का नाम है पहल। वो अपने आप ਨੂੰ ਇਕੱਲਾ ਮਹਿਸੂਸ ਕਰ ਰਹੀ ਸੀ। ਉਸਨੇ ਆਪਣੀ ਦੂਸਰੀ ਧੀ ਦਾ ਵਿਆਹ ਵੀ ਕਰ ਦਿੱਤਾ ਸੀ। ਡੋਲੀ ਤੋਰੇ ਨੂੰ ਅਜੇ 10 ਦਿਨ ਹੀ ਹੋਏ ਸੀ। ਹੌਲੀ ਹੌਲੀ ਸਾਰੇ ਰਿਸ਼ਤੇਦਾਰ ਇੱਕ ਇੱਕ ਕਰਕੇ ਚਲੇ ਗਏ ਸੀ। ਵੱਡੀ ਧੀ ਨੇ ਵੀ ਕੱਲ ਸਵੇਰੇ ਚਲੇ ਜਾਣਾ ਸੀ। ਪਤੀ ਦੀ ਮੌਤ ਤਾਂ ਇੱਕ ਦੁਰਘਟਨਾ ਸੀ। ਉਦੋਂ ਜਦੋਂ ਉਹ ਦੋਵੇਂ ਧੀਆਂ ਬਹੁਤ ਛੋਟੀਆਂ ਸੀ, ਉਹ ਸੋਚੀ ਪਈ ਹੋਈ ਸੀ। ਉਸ ਨੂੰ ਉਹ ਸਮਾਂ ਯਾਦ ਆਇਆ ਜਦੋਂ 2 ਧੀਆਂ ਤੋਂ ਬਾਅਦ ਉਸਦੇ ਸਹੁਰੇ ਪੇਕੇ ਦੋਹਾਂ ਪਰਿਵਾਰਾਂ ਵੱਲੋਂ ਜ਼ੋਰ ਪਾਇਆ ਗਿਆ ਕਿ ਇੱਕ ਕੋਸ਼ਿਸ਼ ਹੋਰ ਕਰ, ਕੀ ਪਤਾ ਮੁੰਡਾ ਹੋ ਜਾਵੇ। ਉਹ ਜਿੱਦ ਤੇ ਅੜੀ ਰਹੀ ਸੀ। ਮੁੰਡੇ ਕੁੜੀ ਵਿੱਚ ਕੀ ਫਰਕ ਹੈ? ਮੁੰਡਾ ਕਿਹੜਾ ਅੱਜ ਕੱਲ੍ਹ
ਨਾਲ ਰਹਿੰਦੇ ਨੇ, ਮੁੰਡੇ ਕੋਲੋਂ ਕੁੜੀਆਂ ਵੱਧ ਪਰਵਾਹ ਕਰਦੀਆਂ ਨੇ। ਇਹ ਉਸ ਦੀਆਂ ਦਲੀਲਾਂ ਹੁੰਦੀਆਂ। ਬੁਢਾਪੇ ਵੇਲੇ ਕਿਸੇ ਸਹਾਰੇ ਦੀ ਲੋੜ ਤਾਂ ਹੁੰਦੀ ਹੈ, ਆਖਰ ਮੁੰਡਾ ਹੀ ਸਾਂਭੇਗਾ। ਸਭ ਤੋਂ ਵੱਡੀ ਦਲੀਲ ਇਹ ਹੁੰਦੀ ਰਾਏ ਦੇਣ ਵਾਲਿਆਂ ਦੀ। ਪਰ ਉਹ ਨਹੀਂ ਸੀ ਮੰਨੀ, ਕਿਸੇ ਨੇ ਵੀ ਖੁੱਲ ਕੇ ਸਾਥ ਨਹੀਂ ਸੀ ਦਿੱਤਾ। ਪਤੀ ਭਾਵੇਂ ਉਹਦੇ ਫੈਸਲੇ ਨੂੰ ਜਿੱਦ ਸਮਝ ਕੇ ਚੁੱਪ ਕਰ ਗਿਆ ਸੀ, ਤੇ ਫਿਰ ਚੁੱਪ ਹੀ ਪਸਰ ਗਈ ਸੀ। ਉਹ ਸੋਚ ਰਹੀ ਸੀ ਕਿ ਉਹ ਗਲਤ ਸੀ, ਕਿ ਸਾਰਿਆਂ ਦੇ ਅੰਦਰ ਸਿਰਫ ਸੈਮੀਨਾਰ ਤੱਕ ਹੀ ਜੋਸ਼ ਹੈ, ਕਿ ਚੁੱਪ ਹੀ ਜਵਾਬ ਹੈ, ਕਿ ਮੁੰਡੇ ਤੇ ਬਰਾਬਰੀ ਦੇ ਸਵਾਲ ਨੂੰ ਮੌਕਾ ਨਹੀਂ ਸੀ ਦੇਣਾ ਚਾਹੀਦਾ। ਸੋਚਦੇ ਸੋਚਦੇ ਇਹ ਸਵਾਲ ਵੀ ਕਿਤੇ ਨਾ ਕਿਤੇ ਉਹਦੇ ਮਨ 'ਚ ਆ ਟਕਰਾਉਂਦੇ। ਇਹ ਮੁੰਡਾ ਹੁੰਦਾ ਜੇ ਚਾਂਸ ਲੈ ਲੈਂਦੀ। ਫਿਰ ਮਨ ਹੀ ਮਨ ਬੋਲੀ, ਕਿਸੇ ਨੂੰ ਤਾਂ ਆਖਰ ਪਹਿਲ ਕਰਨੀ ਹੀ ਪੈਣੀ ਹੈ। ਉਹ ਸੋਚੀ ਪਈ ਹੋਈ ਸੀ ਕਿ ਸਵੇਰੇ ਤੜਕੇ ਪਹਿਲੀ ਗੱਡੀ ਤੋਂ ਜਾਣ ਲਈ ਰਾਤੀ ਹੀ ਸਮਾਨ ਪੈਕ ਕਰਦੀ ਬੇਟੀ ਅਤੇ ਜਵਾਈ ਉਸ ਕੋਲ ਆਏ। ਬੇਟੀ ਬੋਲੀ, ਮੰਮਾ ਸਾਡੀ ਅਟੈਚੀ ਬਣਾ ਰਹੇ ਸੀ, ਦੇਖ ਲਓ ਹੁਣ ਕੀ ਕੁਝ ਪਾਣਾ ਹੈ। ਮੇਰੀ ਅਟੈਚੀ ਕਿਉਂ, ਤੁਸੀਂ ਜਾਓ, ਅਜੇ ਮੈਂ ਫਿਰ ਆ ਜਾਵਾਂਗੀ। ਅਜੇ ਤਾਂ ਤੁਸੀਂ ਮਿਲ ਕੇ ਹੀ ਚੱਲੇ ਹੋ। ਬੇਟੀ ਦਾ ਜਵਾਬ, ਉਹ ਗੱਲ ਨਹੀਂ ਮੰਮਾ, ਹੁਣ ਤੁਸੀਂ ਇਕੱਲੇ ਕਿੱਥੇ ਰਹੋਗੇ, ਸਾਡੇ ਨਾਲ ਰਹਿਣਾ। ਬੇਟੀ ਬੋਲੀ, ਬੇਟੇ ਇਹ ਕਿਸ ਤਰ੍ਹਾਂ ਦੀ ਗੱਲ ਕਰ ਰਹੀ ਹੈ। ਉਹ ਦੋਹਾਂ ਨੂੰ ਦੇਖਦੀ ਹੋਈ ਬੋਲੀ, ਮੰਮੀ ਜੇ ਸਾਡਾ ਬੇਟਾ ਹੁੰਦਾ ਤੇ ਉਹ ਇਸ ਤਰ੍ਹਾਂ ਕਹਿੰਦਾ ਤਾਂ ਤੁਸੀਂ ਉਸ ਨੂੰ ਇਹੀ ਜਵਾਬ ਦੇਣਾ ਸੀ। ਹੁਣ ਜਵਾਈ ਬੋਲਿਆ, ਉਹ ਤਾਂ ਬੇਟੇ ਠੀਕ ਹੈ, ਪਰ ਮੈਂ ਤੁਹਾਡੀ ਗੱਲ ਸਮਝਦੀ ਹਾਂ, ਪਰ ਜ਼ਮਾਨੇ ਦੀਆਂ। ਬੇਟੀ ਨੇ ਵਿਚਕਾਰ ਇਹੀ ਗੱਲ ਕੱਟਦੇ ਕਿਹਾ, ਮੰਮਾ ਕਮਾਲ ਹੈ, ਤੁਸੀਂ ਜ਼ਮਾਨੇ ਦੀ ਪਰਵਾਹ ਕੀਤੀ ਹੈ ਕਦੇ? ਨਹੀਂ ਨਾ ਬੇਟੇ, ਉਹ ਸਮਾਂ ਹੋਰ ਸੀ, ਉਦੋਂ ਗੱਲ ਹੋਰ ਸੀ, ਵੱਖਰੀ ਸੀ। ਮੰਮਾ ਜ਼ਮਾਨੇ ਦਾ ਤੁਹਾਨੂੰ ਮੇਰੇ ਤੋਂ ਵੱਧ ਪਤਾ ਹੈ। ਜਾਂਦੇ ਜਾਂਦੇ ਤਾਇਆ ਜੀ, ਮਾਮਾ ਜੀ ਸਾਰੇ ਹੀ ਇਹ ਕਹਿ ਰਹੇ ਸੀ, ਇਕੱਲੇ ਰਹਿਣਾ ਹੈ ਤਾਂ ਮੁਸ਼ਕਲ, ਤੇ ਦੱਬਵੀਂ ਆਵਾਜ਼ ਵਿੱਚ ਤੇਰੀ ਜਿੱਦ ਨੂੰ ਵੀ ਚੇਤੇ ਕਰਵਾ ਰਹੇ ਸੀ। ਠੀਕ ਹੈ, ਫਿਰ ਕੀ ਹੋ ਗਿਆ? ਉਸਨੇ ਡੂੰਘਾ ਸਾਹ ਲਿਆ। ਮੰਮਾ ਜ਼ਮਾਨੇ ਵਾਲੇ ਕਹਿੰਦੇ ਨੇ, ਕਰਦੇ ਨਹੀਂ। ਕਿਸੇ ਇੱਕ ਨੇ ਵੀ ਪਹਿਲ ਕੀਤੀ? ਆ ਸਾਡੇ ਨਾਲ ਰਹਿ ਚੱਲ ਕੇ। ਬੇਟੀ ਦੇ ਕੋਲ ਬੈਠਿਆ ਕਿਹਾ, ਛੱਡੋ ਮੰਮਾ ਉਹਨਾਂ ਨੂੰ, ਉਦੋਂ ਤੁਸੀਂ ਪਹਿਲ ਕੀਤੀ, ਹੁਣ ਸਾਡੀ ਵਾਰੀ ਹੈ। ਇਸ ਵਾਰੀ ਫਿਰ ਜਵਾਈ ਨੇ ਉਸਦੇ ਦੋਹਾਂ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਿਹਾ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਦਾ। ਡਾਕਟਰ ਦੀਪਤੀ ਹੋਰਾਂ ਨੇ ਨਵੇਂ ਵਿਸ਼ੇ ਨੂੰ ਲੈ ਕੇ ਇੱਕ ਨਵੀਂ ਮਿੰਨੀ ਕਹਾਣੀ ਸਾਡੇ ਸਾਹਮਣੇ ਪੇਸ਼ ਕੀਤੀ। ਹੁਣ ਮੈਂ ਬੇਨਤੀ ਕਰਾਂਗਾ ਹਰਭਜਨ ਸਿੰਘ ਖੇਮਕਰਨੀ ਜੀ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਲੈ ਕੇ ਹਾਜ਼ਰ ਹੋਣ। ਹਰਭਜਨ ਸਿੰਘ ਖੇਮਕਰਨੀ ਜੀ। ਜੋ ਐਪ ਰਾਹੀਂ ਜੁੜੇ ਦੋਸਤਾਂ ਨੂੰ ਮੇਰਾ ਸਤਿਕਾਰ ਔਰ ਸਾਰਿਆਂ ਨੂੰ ਜੀ ਆਇਆਂ ਨੂੰ। ਮੈਂ ਆਪਣੀ ਮਿੰਨੀ ਕਹਾਣੀ ਖੁਰ ਦੀਆਂ ਪੈੜਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਸ਼ਾਮੀ ਲਗਭਗ 7 ਵਜੇ ਮਾਂ ਦੀ ਹੋਈ ਅਚਾਨਕ ਮੌਤ ਨੇ ਗਗਨਜੋਤ ਤੇ ਉਸਦੇ ਪਰਿਵਾਰ ਨੂੰ ਗਮ ਦੇ ਬੱਦਲਾਂ ਵਿੱਚ ਘੇਰ ਲਿਆ ਸੀ। ਗਗਨਜੋਤ ਦੀ ਨਿਕਲੀ ਲੇਰ ਸੁਣ ਕੇ ਆਂਢੀ ਗੁਆਂਢੀ ਭੱਜੇ ਆਏ। ਉਹ ਹਰ ਆਉਣ ਵਾਲੇ ਨੂੰ ਮਾਂ ਦੀ ਮੌਤ ਬਾਰੇ ਹਟਕੋਰੇ ਲੈਂਦਿਆਂ ਸੰਖੇਪ ਜਿਹਾ ਵੇਰਵਾ ਸੁਣਾਉਂਦੀ ਤਾਂ ਸੁਣਨ ਵਾਲਾ ਦਿਲਾਸੇ ਭਰੇ ਸ਼ਬਦ ਕਹਿ ਕੇ ਪ੍ਰਾਣੀ ਨੂੰ ਸਵੇਰੇ ਸੰਸਕਾਰ ਲਿਜਾਣ ਦੇ ਸਮੇਂ ਬਾਰੇ ਅੱਖਾਂ ਰਾਹੀਂ ਸਵਾਲ ਜ਼ਰੂਰ ਕਰਦਾ, ਕਹਿੰਦਾ ਕੋਈ ਜ਼ਰੂਰਤ ਹੋਵੇ ਤਾਂ ਦੱਸਣਾ। ਗਮਗੀਨ ਹੋਇਆ ਜਗਜੀਵਨ ਸਿੰਘ ਰਿਸ਼ਤੇਦਾਰਾਂ ਨੂੰ ਮੋਬਾਈਲ ਤੇ ਆਪਣੀ ਸੱਸ ਦੀ ਮੌਤ ਦੀ ਸੂਚਨਾ ਦਿੰਦਾ ਤਾਂ ਸੁਣਨ ਵਾਲਾ ਹੌਸਲੇ ਭਰੇ ਸ਼ਬਦ ਬੋਲਦਿਆਂ ਦੱਬੀ ਆਵਾਜ਼ ਵਿੱਚ ਸੰਸਕਾਰ ਦੇ ਸਮੇਂ ਬਾਰੇ ਜ਼ਰੂਰ ਪੁੱਛਦਾ। ਸਵੇਰੇ 10 ਵਜੇ ਦੂਰੋਂ ਨੇੜਿਓਂ ਪਹੁੰਚੇ ਰਿਸ਼ਤੇਦਾਰਾਂ ਦਾ ਅੰਦਾਜ਼ਾ ਲਾਉਂਦਿਆਂ ਇੱਕ ਨਜ਼ਦੀਕੀ ਰਿਸ਼ਤੇਦਾਰ ਪ੍ਰਾਣੀ ਨੂੰ ਮੜੀਆਂ ਵਿੱਚ ਲਿਜਾਣ ਬਾਰੇ ਪੁੱਛਣ ਦੇ ਅੰਦਾਜ਼ ਵਿੱਚ ਬੋਲਿਆ, ਕਰਤਾਰ ਸਿਆ, ਤੂੰ ਹੀ ਘਰ ਵਿੱਚ ਵੱਡਾ ਹੈ ਤੇ ਇਹ ਸਾਰੀ ਜ਼ਿੰਮੇਵਾਰੀ ਤੇਰੇ ਤੇ ਆਣ ਪਈ ਹੈ। ਅੰਦਰ ਜਾ ਕੇ ਬੀਬੀਆਂ ਨੂੰ ਕਹਿ ਕਿ ਪ੍ਰਾਣੀ ਨੂੰ ਇਸ਼ਨਾਨ ਕਰਾਉਣ। ਕਰਤਾਰ ਸਿੰਘ ਨੇ ਕੋਲ ਬੈਠੇ ਵੱਡੇ ਮੁੰਡੇ ਵੱਲ ਸੈਨਤ ਨਾਲ ਅੰਦਰ ਜਾ ਕੇ ਉਹੀ ਗੱਲ ਦੁਹਰਾਉਣ ਦਾ ਇਸ਼ਾਰਾ ਕੀਤਾ। ਜਦੋਂ ਮੁੰਡਾ ਅੰਦਰ ਚਲਾ ਗਿਆ ਤਾਂ ਇੱਕ ਹੋਰ ਰਿਸ਼ਤੇਦਾਰ ਬੋਲਿਆ, ਭਾਊ ਜੀ, ਮੁੰਡੇ ਨੂੰ ਆਪਣੀ ਚਾਚੀ ਦੀਆਂ ਆਖਰੀ ਰਸਮਾਂ ਬਾਰੇ ਦੱਸ ਦਿੱਤਾ? ਵਿਚਾਰੀ ਦਾ ਆਪਣਾ ਪੁੱਤ ਚੁੰਨੀ ਹੈ।
ਰਾਤੀ ਇਸ ਗੱਲ ਤੇ ਬੜੀ ਬਹਿਸ ਹੋਈ ਹੈ ਕਿ ਲਾਂਬੂ ਕੌਣ ਲਾਊ, ਪਰ ਸਾਡੀ ਧੀ ਹੀ ਜਿੱਦ ਕਰਕੇ ਬੈਠੀ ਹੈ ਕਿ ਆਖਰੀ ਰਸਮਾਂ ਜਵਾਈ ਹੱਥੋਂ ਹੋਣਗੀਆਂ। ਅਖੇ ਮਾਂ ਦੀ ਆਖਰੀ ਇੱਛਾ ਹੈ। ਉਸਦੀ ਗੱਲ ਸੁਣਦਿਆਂ ਦਰੀ ਤੇ ਬੈਠੇ ਲੋਕਾਂ ਵੱਲੋਂ ਆਪੋ ਆਪਣੇ ਵਾਕਬਾਨ ਚੱਲਣੇ ਸ਼ੁਰੂ ਹੋ ਗਏ। ਹੱਕ ਤਾਂ ਜਵਾਈ ਦਾ ਹੀ ਬਣਦਾ ਹੈ, ਪੁੱਤ ਬਣ ਕੇ ਸੇਵਾ ਕੀਤੀ ਸੱਸ ਦੀ, ਪਰ ਕਹਿੰਦੇ ਨੇ ਕਿ ਜਵਾਈ ਭਾਈ ਨੂੰ ਅਰਥੀ ਨੂੰ ਹੱਥ ਨਹੀਂ ਲਾਉਣ ਦੇਈਦਾ। ਤੁਸੀਂ ਠੀਕ ਕਹਿੰਦੇ ਹੋ, ਇਹ ਕੰਮ ਕਰਨ ਲਈ ਕੋਈ ਜੱਜ ਵਿੱਚ ਹੋਣਾ ਚਾਹੀਦਾ ਹੈ। ਅਖਬਾਰਾਂ 'ਚ ਮੈਂ ਪੜ੍ਹਿਆ ਕਿ ਧੀ ਨੇ ਹੀ ਪਿਓ ਦਾ ਸੰਸਕਾਰ ਕੀਤਾ ਹੈ। ਗੱਲ ਤਾਂ ਇੱਜ਼ਤ ਮਾਣ ਨਾਲ ਮਿੱਟੀ ਸੰਭਲਦੀ ਆ। ਤੁਸੀਂ ਸੋਚ ਵਿਚਾਰ ਕਰ ਲਓ। ਵੈਸੇ ਸੋਚਿਆ ਜਾਵੇ ਤਾਂ ਗੋਦ ਲਿਆ ਪੁੱਤਰ ਕਿਹੜਾ ਜੱਦ ਵਿੱਚ ਹੁੰਦਾ ਹੈ, ਪਰ ਉਸਨੂੰ ਆਖਰੀ ਰਸਮਾਂ ਪੂਰੀਆਂ ਕਰਨ ਦਾ ਹੱਕ ਹੁੰਦਾ ਹੈ। ਸਮੇਂ ਅਨੁਸਾਰ ਚੱਲਣ ਵਿੱਚ ਕੀ ਹਰਜ ਹੈ? ਜੋ ਸਮਝਿਆ ਜਾਵੇ ਤਾਂ ਜਵਾਈ ਵੀ ਗੋਦ ਲਿਆ ਵਰਗੇ ਹੁੰਦੇ ਨੇ। ਫਿਰ ਹੁਣ ਤੂੰ ਚਿੱਤੀ ਕਿਉਂ? ਹਵਾ ਵਿੱਚ ਉਛਲੇ ਬੋਲਾਂ ਨਾਲ ਹੀ ਚਾਰੇ ਪਾਸੇ ਖਾਮੋਸ਼ੀ ਛਾਵੇ। ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਖੇਮਕਰਨੀ ਸਾਹਿਬ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਖੁਰਦੀਆਂ ਪੈੜਾਂ ਦਾ ਪਾਠ ਕੀਤਾ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਬਲਦੇਵ ਸਿੰਘ ਖਹਿਰਾ ਜੀ ਨੂੰ ਕਿ ਉਹ ਆਪਣੀ ਰਚਨਾ ਦਾ ਪਾਠ ਕਰਨ। ਡਾਕਟਰ ਬਲਦੇਵ ਸਿੰਘ ਖਹਿਰਾ ਜੀ। ਫੁੱਲਰੀਆਂ ਜੀ, ਸਾਰੇ ਦੋਸਤੋ ਨਮਸਕਾਰ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਮੰਗਲ ਜੀ। ਵਾਹ ਠੀਕ ਹੈ ਜੀ, ਵਧੀਆ, ਨਮਸਕਾਰ ਮੈਂ ਸਭ। ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ। ਓਕੇ। ਮੇਰੀ ਮਿੰਨੀ ਕਹਾਣੀ ਦਾ ਸ਼ੀਰਸ਼ਕ ਹੈ ਅੰਤਹੀਨ ਯੁੱਧ। ਗੁਰਦੇਵ ਸਿੰਘ ਨੇ ਬੇਫਾਹਾ ਲੈ ਕੇ ਮਰਨ ਪਿੱਛੋਂ ਅੰਤਿਮ ਅਰਦਾਸ ਤੱਕ ਘਰੇ ਆਉਂਦੀਆਂ ਮਕਾਨਾਂ, ਹੋਰ ਆਵਾਜਾਈ ਤੇ ਦੁੱਖ ਦੇ ਮਾਹੌਲ ਨੇ ਗੇਜੋ ਦੀ ਸੁਰਤ ਮਾਰੀ ਰੱਖੀ। ਅੱਜ ਬੌਂਦਲੀ ਜਿਹੀ ਦੋਹਾਂ ਬੱਚਿਆਂ ਨਾਲ ਬੈਠੀ ਭਵਿੱਖ ਬਾਰੇ ਸੋਚ ਰਹੀ ਸੀ। ਇਸ ਤਰ੍ਹਾਂ ਬੈਠ ਕੇ ਕਿਵੇਂ ਗੁਜ਼ਾਰਾ ਹੋਊ? ਅੱਜ ਤਾਂ ਲੰਬੜਾ ਘਰੋਂ ਵੀ ਸੁਨੇਹਾ ਆ ਗਿਆ, ਬਈ ਕੰਮ ਤੇ ਆ ਜਾ। ਆਂਢਣਾ ਗੁਆਂਢਣਾ ਨੇ ਸਲਾਹ ਦਿੱਤੀ, ਤੂੰ ਸਰਕਾਰ ਨੂੰ ਮਦਦ ਵਾਸਤੇ ਅਰਜੀ ਦੇ। ਐਡਾ ਵੱਡਾ ਕਹਿਰ ਹੋ ਗਿਆ, ਜ਼ਰੂਰ ਕੁਛ ਦਿਓ ਸਰਕਾਰ। ਉਹ ਅਰਜੀ ਤੇ ਸਰਪੰਚ ਦੀ ਮੋਹਰ ਲਵਾ ਕੇ ਐਸਡੀਐਮ ਸਾਹਿਬ ਦੇ ਪੇਸ਼ ਹੋ ਗਈ। ਐਸਡੀਐਮ ਸਾਹਿਬ ਕਾਗਜ਼ ਫਰੋਲਦੇ ਮੁਸਕੜੀ ਹੱਸਦੇ ਬੋਲੇ, ਆ 10 ਲੱਖ ਕਾਹਦੇ ਖਰਚ ਤੇ? ਸਾਹਿਬ, ਮਾਤਾ ਦੀ ਬਿਮਾਰੀ ਨੇ ਸਾਨੂੰ ਡੋਬਤਾ, ਕੈਂਸਰ ਸੀ ਵਿਚਾਰੀ ਨੂੰ। ਓਹੋ, ਬੜਾ ਦੁੱਖ ਹੋਇਆ ਸੁਣ ਕੇ। ਤੇ ਉਹਨਾਂ ਨੇ ਅਰਜੀ ਪਟਵਾਰੀ ਕੋਲ ਪੜਤਾਲ ਤੇ ਸਿਫਾਰਿਸ਼ ਲਈ ਭੇਜ ਦਿੱਤੀ। ਗੇਜੋ ਨੂੰ ਯਾਦ ਆਇਆ ਕਿ ਜਦੋਂ ਗੁਰਦੇਵ ਆਪਣੀ ਜ਼ਮੀਨ ਬੈਅ ਕਰਨ ਲਈ ਪਟਵਾਰੀ ਤੋਂ ਲੋੜੀਂਦੇ ਕਾਗਜ਼ ਲੈਣ ਗਿਆ ਸੀ ਤਾਂ ਉਹਨੇ 20,000 ਮੰਗੇ ਸੀ। ਕਿੰਨੇ ਗੇੜੇ ਮਾਰਨ ਅਤੇ ਮਿੰਨਤਾਂ ਤਰਲੇ ਕਰਨ ਤੇ ਵੀ ਟਸ ਤੋਂ ਮਸ ਨਹੀਂ ਹੋਇਆ ਸੀ। ਆਖੇ ਅਸੀਂ ਉੱਪਰ ਵੀ ਦੇਣੇ ਹੁੰਦੇ ਆ। ਉਹ ਆਪਣੇ ਆਪ ਨੂੰ ਬੋਲੀ, ਹੁਣ ਫੇਰ ਉਸੇ ਜ਼ਾਲਮ ਕੋਲ? ਇਦੋਂ ਤਾਂ ਚੰਗਾ ਮੈਂ ਵੀ ਗੁਰਦੇਵ ਕੋਲ ਹੀ ਚਲੀ ਜਾਵਾਂ। ਪਰ ਜਵਾਕ ਬੱਚਿਆਂ ਦਾ ਖਿਆਲ ਆਉਂਦਾ ਹੀ ਉਹਨੇ ਇੱਕ ਹੋਰ ਲੜਾਈ ਵਿੱਢਣ ਦਾ ਫੈਸਲਾ ਕੀਤਾ ਤੇ ਤੇਜ਼ ਪਰ ਮਜ਼ਬੂਤ ਕਦਮਾਂ ਨਾਲ ਪਿੰਡ ਦੇ ਰਾਹ ਪੈ ਗਈ। ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਡਾਕਟਰ ਬਲਦੇਵ ਸਿੰਘ ਖਹਿਰਾ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਅੰਤਹੀਨ ਯੁੱਧ ਸਾਡੇ ਨਾਲ ਸਾਂਝੀ ਕੀਤੀ। ਮੈਂ ਬੇਨਤੀ ਕਰਾਂਗਾ ਕੁਲਵਿੰਦਰ ਕੌਸ਼ਲ ਨੂੰ ਕਿ ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਸਾਡੇ ਨਾਲ ਅੱਜ ਇਸ ਸਮਾਗਮ ਦੇ ਵਿੱਚ ਬਹੁਤ ਸਾਰੇ ਲੇਖਕ ਪਹਿਲੀ ਵਾਰ ਜੁੜੇ ਨੇ। ਅੱਜ ਅਸੀਂ 5 ਲੇਖਕਾਂ ਦੀਆਂ ਮਿੰਨੀ ਕਹਾਣੀਆਂ ਸੁਣਾਂਗੇ। ਉਹਨਾਂ ਦੇ ਉੱਪਰ ਡਾਕਟਰ ਰਵਿੰਦਰ ਸਿੰਘ ਸੰਧੂ, ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ, 2 ਵਿਦਵਾਨ ਆਲੋਚਕ ਸਾਡੇ ਨਾਲ ਗੱਲਬਾਤ ਕਰਨਗੇ ਇਹਨਾਂ ਮਿੰਨੀ ਕਹਾਣੀਆਂ ਦੇ ਉੱਪਰ। ਉਸ ਤੋਂ ਬਾਅਦ ਜਿੰਨੇ ਵੀ ਸਾਥੀ ਜੁੜੇ ਨੇ ਸਭ ਨੂੰ ਆਪਾਂ 1-2 ਮਿੰਟ ਦਾ ਟਾਈਮ ਦੇਵਾਂਗੇ ਕਿ ਉਹ ਆਪਣੀ ਗੱਲਬਾਤ ਰੱਖਣ, ਤਾਂ ਕਿ ਅਸੀਂ ਜਿਹੜਾ ਇਹ ਪ੍ਰੋਗਰਾਮ ਹੈ, ਇਹ ਲੜੀ ਹੈਗੀ ਹੈ, ਇਹਨੂੰ ਨਿਰੰਤਰ ਜਾਰੀ ਰੱਖ ਸਕੀਏ। ਜਿੰਨੇ ਵੀ ਸਾਥੀ ਮਿੰਨੀ ਕਹਾਣੀ ਲਿਖਦੇ ਨੇ, ਮਿੰਨੀ ਕਹਾਣੀ ਨਾਲ ਜੁੜੇ ਹੋਏ ਨੇ, ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਨਾਲ ਜੁੜੇ ਹੋਏ ਨੇ, ਸਾਰਿਆਂ ਦੀਆਂ ਰਚਨਾਵਾਂ ਸੁਣਾਂਗੇ ਆਪਾਂ ਵਾਰੀ-ਵਾਰੀ। ਸਾਰਿਆਂ ਨੂੰ ਹੀ ਸਮਾਂ ਮਿਲੇਗਾ ਤਾਂ ਕਿ ਇਹਨਾਂ ਕਹਾਣੀਆਂ ਦੇ ਉੱਪਰ ਸੰਵਾਦ ਰਚਾ ਕੇ ਆਪਾਂ ਕੋਈ ਨਵੀਂ ਗੱਲ ਕਰ ਸਕੀਏ ਮਿੰਨੀ ਕਹਾਣੀ ਦੇ ਵਿਕਾਸ ਦੇ ਲਈ। ਹੁਣ ਮੈਂ ਬੇਨਤੀ ਕਰਾਂਗਾ ਕੁਲਵਿੰਦਰ ਕੌਸ਼ਲ ਨੂੰ, ਜੋ ਕਿ ਨੌਜਵਾਨ ਮਿੰਨੀ ਕਹਾਣੀਕਾਰ ਨੇ, ਵਧੀਆ ਮਿੰਨੀ ਕਹਾਣੀ ਲਿਖਦੇ ਨੇ, ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨਗੇ। ਕੌਸ਼ਲ। ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਉਡੀਕ। ਬੱਸ ਤੇਜ਼ੀ ਨਾਲ ਸੜਕ ਤੇ ਦੌੜ ਰਹੀ ਸੀ, ਪਰ ਅਰਚਨਾ ਨੂੰ ਲੱਗ ਰਿਹਾ ਸੀ ਬੱਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ।
ਚਾਹੇ ਉਸਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ, ਪਰ ਰਾਕੇਸ਼ ਨੂੰ ਨੀਅਤ ਥਾਂ ਤੇ ਮਿਲਣ ਦੀ ਖੁਸ਼ੀ 'ਚ ਉਹ ਬਾਵਰੀ ਹੋਈ ਪਈ ਸੀ। ਅੱਜ ਤੋਂ ਤਾਂ ਉਸਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ। ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ-ਬਾਰ ਜੋ ਛੱਡ ਆਈ ਸੀ ਉਹ, ਕਿਉਂਕਿ ਉਸਦੇ ਘਰ ਦੇ ਸ਼ਾਇਦ ਉਹਨਾਂ ਨੂੰ ਕਦੇ ਮਿਲਣ ਨਾ ਦਿੰਦੇ। ਤਦੇ ਇੱਕਦਮ ਬੱਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ। ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ। ਇੱਕ ਔਰਤ ਲਹੂ ਲੁਹਾਨ ਹੋਈ ਪਈ ਸੀ ਤੇ ਆਪਣੇ ਮਰੇ ਮੁੰਡੇ ਦੀ ਲਾਸ਼ ਨਾਲ ਚਿੰਬੜੀ ਉੱਚੀ ਉੱਚੀ ਰੋ ਰਹੀ ਸੀ। ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ 'ਚ ਖਲਬਲੀ ਜਿਹੀ ਮਚਾ ਦਿੱਤੀ। ਉਹਦੇ ਦੋਵੇਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਇੱਕ ਸੜਕ ਹਾਦਸੇ 'ਚ ਗੁਜ਼ਰ ਗਏ ਸੀ। ਹਾਏ, ਕਿੰਨਾ ਦੁੱਖ ਸਹਾਰਿਆ ਸੀ ਅਸਾਂ ਉਦੋਂ, ਪਰ ਹੁਣ ਮੇਰੇ ਮਾਂ-ਬਾਪ ਇਹ ਸਹਿ ਲੈਣਗੇ ਕਿ ਮੈਂ ਨਹੀਂ, ਕਦੇ ਨਹੀਂ। ਹੁਣ ਤਾਂ ਮੈਂ ਹੀ ਉਹਨਾਂ ਦੀ ਜਾਨ ਆ। ਹਾਏ, ਉਹ ਤਾਂ ਮਰ ਜਾਣਗੇ ਮੇਰੇ ਬਿਨਾਂ। ਉਹ ਸਦਮਾ ਤਾਂ ਉਹਨਾਂ ਨੇ ਰੱਬ ਦੀ ਮਰਜ਼ੀ ਸਮਝ ਕੇ ਬਰਦਾਸ਼ਤ ਕਰ ਲਿਆ, ਪਰ ਇਹ ਸਦਮਾ ਮੇਰੇ ਕਾਰਨ ਹੋਣ ਵਾਲੀ ਬਦਨਾਮੀ, ਕੀ ਉਹ? ਅਰਚਨਾ ਘਬਰਾਈ। ਨਹੀਂ, ਇਹ ਮੈਂ ਕੀ ਕਰਨ ਜਾ ਰਹੀ ਹਾਂ? ਜਵਾਨੀ ਦੀ ਰੋਜ਼ ਕੰਬਲੀ ਹੋਈ ਮੈਂ ਤਾਂ ਭੁੱਲ ਹੀ ਗਈ, ਮੈਨੂੰ ਤਾਂ ਰੱਬ ਵਾਂਗ ਪਿਆਰ ਕਰਨ ਵਾਲੇ ਮੇਰੇ ਮਾਂ-ਬਾਪ ਵੀ ਹਨ। ਉਹ ਬਿਨਾਂ ਕੁਝ ਹੋਰ ਸੋਚੇ ਛੇਤੀ ਨਾਲ ਬੱਸ ਤੋਂ ਉਤਰ ਕੇ ਹੋਸਟਲ ਵੱਲ ਚੱਲ ਪਈ ਤੇ ਸਮਾਨ ਲੈ ਕੇ ਜਿਉਂ ਹੀ ਸ਼ਾਮ ਨੂੰ ਘਰ ਪਹੁੰਚੀ, ਉਹਦੀ ਉਡੀਕ ਚਿੱਠੀਆਂ ਵਿਛਾਈ। ਉਹਦੀ ਮਾਂ ਉਹਨੂੰ ਜੱਫੀ 'ਚ ਪਾ ਲੈ ਕੇ ਬਾਵਰੀਆਂ ਦੀ ਤਰ੍ਹਾਂ ਚੁੰਮਣ ਲੱਗੀ। ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਕੌਰ ਭਾਟੀਆ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਉਡੀਕ ਸਾਡੇ ਨਾਲ ਸਾਂਝੀ ਕੀਤੀ। ਕੁਲਵਿੰਦਰ ਕੌਸ਼ਲ ਕਿਸੇ ਤਕਨੀਕੀ ਕਾਰਨ ਸਾਡੇ ਨਾਲੋਂ ਇੱਕ ਵਾਰ ਲੈਫਟ ਹੋ ਗਏ ਨੇ। ਫੋਨ ਨਾਲ ਮੈਂ ਸੰਪਰਕ ਕੀਤਾ ਸੀ, ਫੋਨ ਦੀ ਸਵਿਚ ਆਫ ਆ ਰਹੀ ਹੈਗੀ ਹੈ। ਸੁਬਾਹ ਜੁੜੇ ਸੀ ਸਾਡੇ ਨਾਲ। ਚਲੋ ਖੈਰ, ਸੁੰਦਰੀਆ ਜੀ ਆ ਗਿਆ ਜੀ। ਮੈਂ ਆ ਗਏ ਕੌਸ਼ਲ ਜੀ, ਆਓ ਪੜੋ ਫਿਰ ਮਿੰਨੀ ਕਹਾਣੀ। ਦੀ ਪ੍ਰੋਬਲਮ ਆ ਜੀ, ਕੋਈ ਗੱਲ ਨਹੀਂ, ਮਿੰਨੀ ਕਹਾਣੀ ਦਾ ਪਾਠ ਕਰੋ। ਹਾਂ, ਸਮੱਸਿਆ ਆ ਗਈ। ਹਾਂ ਜੀ ਕੌਸ਼ਲ ਜੀ ਪੜੋ, ਕੋਈ ਗੱਲ ਨਹੀਂ, ਕੋਈ ਨਹੀਂ। ਸ਼ੁਕਰੀਆ ਜੀ, ਸ਼ੁਕਰੀਆ। ਹਾਂਜੀ ਦੋਸਤੋ, ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਠੱਕ 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 ਠੱਕ। ਮਨ ਬੇਚੈਨ ਹੈ। ਬਹੁਤ ਸਮੇਂ ਦਾ ਘਰ ਦੇ ਬਰਾਂਡੇ ਵਿੱਚ ਖੜਾ ਹਾਂ। ਦੂਰ ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਬੇਚੈਨੀ ਹੁਣ ਖਿਝ ਦਾ ਰੂਪ ਧਾਰਨ ਲੱਗੀ ਹੈ। ਅੱਕ ਕੇ ਅੰਦਰ ਆ ਜਾਂਦਾ ਹਾਂ ਤੇ ਅੰਦਰ ਇੱਕ ਕੋਨੇ 'ਚ ਉਹ ਸਿਰ ਸੁੱਟੀ ਬੈਠਾ ਹੈ। ਮੇਰੀ ਪੈੜ ਚਾਲ ਸੁਣ ਥੋੜਾ ਜਿਹਾ ਸਿਰ ਉਠਾ ਕੇ ਆਸਾ ਭਰੀ ਨਜ਼ਰ ਨਾਲ ਝਾਕਦਾ ਹੈ, ਪਰ ਮੇਰੇ ਮੱਥੇ ਉੱਤੇ ਚੜੀਆਂ ਤਿਉੜੀਆਂ ਦੇਖ ਫਿਰ ਸਿਰ ਹੇਠਾਂ ਸੁੱਟ ਲੈਂਦਾ ਹੈ। ਮੈਂ ਇਸ ਨੂੰ ਬਹੁਤਾ ਗੌਲਦਾ ਨਹੀਂ। ਇਸ ਦਾ ਜ਼ਿੰਦਗੀ ਪ੍ਰਤੀ ਹੋਰ ਨਜ਼ਰੀਆ ਹੈ, ਮੇਰਾ ਹੋਰ। ਇੱਕ ਵਾਰ ਇਸ ਨੂੰ ਮੈਂ ਸਿਰ ਚੜਾ ਲਿਆ ਸੀ ਤੇ ਇਹ ਹੋਰ ਹੀ ਇਨਕਲਾਬ, ਗਰੀਬੀ, ਪਾੜਾ ਜਿਹੇ ਸ਼ਬਦ ਮੇਰੇ ਅੰਦਰ ਭਰਨ ਲੱਗਾ। ਹੁਣ ਵਾਇਰਸ ਕਾਰਨ ਹੋਈ ਇਸ ਬੰਦੀ ਦੌਰਾਨ ਹੀ ਲਵੋ, ਜਦੋਂ ਵੀ ਕੋਈ ਚਟਪਟੀ ਡਿਸ਼ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਉਂਦਾ ਹਾਂ ਤਾਂ ਇਹ ਸਿਰ ਚੁੱਕਣ ਲੱਗਦਾ ਹੈ ਕਿ ਕਰੋੜਾਂ ਲੋਕ ਭੁੱਖ ਨਾਲ ਮਰ ਰਹੇ ਨੇ, ਤੂੰ ਆਪਣਾ ਜਿਹਨੀ ਦਿਵਾਲੀਆਪਨ ਦਿਖਾ ਰਿਹਾ ਹੈ। ਕੋਈ ਪੁੱਛੇ, ਜੇ ਉਹ ਭੁੱਖੇ ਮਰ ਰਹੇ ਨੇ, ਇਸ ਵਿੱਚ ਮੇਰਾ ਕਸੂਰ ਹੈ? ਬਸ ਇਸ ਤਰ੍ਹਾਂ ਦਾ ਹੀ ਹੈ ਇਹ। ਮਸੀਂ ਇਸ ਤੋਂ ਖਹਿੜਾ ਛੁਡਾ ਦੁਨੀਆ ਨਾਲ ਤੁਰਨ ਜੋਗਾ ਹੋਇਆ ਹਾਂ। ਗੱਲ ਇਹ ਨਹੀਂ ਕਿ ਇਸ ਨਾਲ ਮੈਂ ਸ਼ੁਰੂ ਤੋਂ ਹੀ ਦੂਰੀ ਬਣਾ ਲਈ ਸੀ। ਛੋਟਾ ਹੁੰਦਾ ਬਹੁਤ ਪਿਆਰਾ ਸੀ, ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਕਰਦਾ, ਸਭ ਦਾ ਰਾਜ ਦੁਲਾਰਾ, ਬਹੁਤ ਸੋਹਣੀ ਡਰਾਇੰਗ ਬਣਾਉਂਦਾ। ਫਿਰ ਮਾਪਿਆਂ ਨੇ ਇਸ ਉੱਪਰ ਕਾਠੀ ਪਾਉਣੀ ਸ਼ੁਰੂ ਕੀਤੀ ਤਾਂ ਜੋ ਇਹ ਵੀ ਦੁਨੀਆ ਦੀ ਰੇਸ ਦਾ ਘੋੜਾ ਬਣ ਜਾਵੇ। ਮਸਤੇ ਹੋਏ ਬਛੇਰੇ ਵਾਂਗ ਕੁਝ ਸਮਾਂ ਤਾਂ ਇਸਨੇ ਪਿੱਠ ਨਹੀਂ ਦਿੱਤੀ, ਪਰ ਫਿਰ ਭਾਰੀ ਭਾਰੀ ਸਕੂਲੀ ਬੈਗ, ਟਿਊਸ਼ਨ, ਹੋਮਵਰਕ ਨੇ ਇਸ ਨੂੰ ਰੇਵੀਆ ਚਾਲ ਕੱਢ ਹੀ ਲਿਆ। ਪਰ ਪਤੰਦਰ ਦੇ ਅੰਦਰ ਕੋਈ ਬਾਗੀ ਬੈਠਾ ਸੀ ਜੋ ਇੱਕ ਵਾਰ ਫਿਰ ਸਿਰ ਚੁੱਕਣ ਲੱਗਾ ਸੀ। ਪਤਾ ਨਹੀਂ ਕਿੱਧਰੋਂ ਤਰ੍ਹਾਂ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਲੱਗਾ ਤੇ ਹੋ ਗਿਆ ਸ਼ੁਰੂ ਹੋਰ ਹੀ ਗੱਲਾਂ ਕਰਨ। ਪਰ ਮਨ ਅੱਜ ਥਾਂ ਸਿਰ ਨਹੀਂ ਹੈ। ਇਸ ਨੂੰ ਠਿਕਾਣੇ ਕਰਨ ਲਈ ਮੈਡੀਟੇਸ਼ਨ ਕਰਨ ਵੀ ਬੈਠਿਆ ਸੀ। ਧਿਆਨ ਫਿਰ ਭਟਕ ਜਾਂਦਾ ਹੈ। ਪਿੰਦੇ ਝੱਟੇ ਉੱਥੇ ਜਾ ਵੜਦਾ ਹੈ ਜਿੱਥੇ ਉਹ ਬੈਠਾ ਹੈ। ਹੁਣ ਉਸ ਬੰਦੇ ਨਾਲ ਕੋਈ ਕੀ ਗੱਲ ਕਰੇ
ਜਿਹੜੇ ਨਾਲ ਮੱਤ ਹੀ ਨਹੀਂ ਮਿਲਦੀ। ਇਸ ਲਈ ਮੈਂ ਅੰਦਰ ਘੱਟ ਹੀ ਵੜਦਾ ਹਾਂ। ਆਪਣੇ ਅੰਦਰ ਵੀ ਲਾਕਡਾਊਨ ਕਰ ਰੱਖਿਆ ਹੈ। ਨਿਕੰਮਾ ਬੰਦਾ, ਕਿਸੇ ਕੰਮ ਦਾ ਨਹੀਂ, ਪਾਗਲ। ਪਰ ਜਦੋਂ ਵੀ ਅੰਦਰੋਂ ਇਹ ਠੱਕ ਠੱਕ ਕਰਨ ਲੱਗਦਾ ਹੈ, ਮੈਨੂੰ ਕੁਝ ਹੋ ਨਾ ਲੱਗਦਾ ਹੈ। ਗਰਮੀਓ ਗਰਮੀ ਹੋ ਜਾਂਦਾ ਹਾਂ। ਦਿਮਾਗ ਨੂੰ ਘਮੇਰ ਆਉਣ ਲੱਗਦੀ ਹੈ। ਕਦੇ ਕਦੇ ਲੱਗਦਾ ਖੁਦ ਉੱਤੇ ਕਾਬੂ ਨਾ ਖੋ ਬੈਠਾਂ ਤੇ ਇਹ ਮੈਨੂੰ ਆਪਣੇ ਵਰਗਾ ਹੀ ਨਾ ਬਣਾ ਲਵੇ। ਉਸ ਵੇਲੇ ਡਰ ਜਾਂਦਾ ਹਾਂ। ਹੱਲ ਤਾਂ ਇਹੋ ਹੈ, ਇਹਦੇ ਸਾਹਮਣੇ ਨਾ ਜਾਵਾਂ, ਇਸਦੀ ਠੱਕ ਠੱਕ ਨਾ ਸੁਣਾ। ਪਰ ਹੁਣ ਕੀ ਕੀਤਾ ਜਾਵੇ, ਮੈਨੂੰ ਮੁੜ ਘੁੜ ਅੰਦਰ ਆਉਣਾ ਪੈਂਦਾ ਹੈ। ਬਾਹਰ ਲਾਕਡਾਊਨ ਜੋ ਹੈ। ਧੰਨਵਾਦ। ਹਾਂਜੀ, ਬਹੁਤ ਸ਼ੁਕਰੀਆ ਕੌਸ਼ਲ। ਕੌਸ਼ਲ ਸਾਡੇ ਨੌਜਵਾਨ ਮਿੰਨੀ ਕਹਾਣੀਕਾਰ ਹੈ, ਜੋ ਬੰਦੇ ਦੀ ਜਿਹੜੀ ਮਾਨਸਿਕਤਾ ਹੈ ਉਹਨੂੰ ਬਹੁਤ ਡੂੰਘਾਈ ਨਾਲ ਫੜਦਾ ਹੈ, ਉਹਨੂੰ ਚਿੱਤਰਦਾ ਹੈ। ਕਾਫੀ ਸਾਰੀਆਂ ਇਹਨਾਂ ਦੀਆਂ ਕਹਾਣੀਆਂ, ਮਿੰਨੀ ਕਹਾਣੀਆਂ ਨੇ ਜਿਹੜੀਆਂ ਇਸ ਕਰਕੇ ਬਹੁਤ ਪਪੂਲਰ ਵੀ ਨੇ। ਬਹੁਤ ਵਧੀਆ ਮਿੰਨੀ ਕਹਾਣੀ ਦਾ ਇਹਨਾਂ ਨੇ ਪਾਠ ਕੀਤਾ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਨਾਲ ਜੋ ਅੱਜ ਦਾ ਸਾਡਾ ਮੇਨ ਟਾਰਗੇਟ ਸੀ, 5 ਮਿੰਨੀ ਕਹਾਣੀਆਂ ਦਾ ਸੀ ਪਾਠ ਸੁਣਨਾ ਸੀ ਵੱਖ-ਵੱਖ ਲੇਖਕਾਂ ਦਾ, ਉਹਨਾਂ ਦੇ ਉੱਪਰ ਹੁਣ ਚਰਚਾ ਦਾ ਸਮਾਂ ਹੈ। ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਡਾਕਟਰ ਰਵਿੰਦਰ ਸਿੰਘ ਸੰਧੂ ਹੋਰਾਂ ਨੂੰ, ਜੋ ਕਿ ਬਹੁਤ ਵੱਡੇ ਵਿਦਵਾਨ ਨੇ। ਕਾਫੀ ਇਹਨਾਂ ਨੇ ਮਿੰਨੀ ਕਹਾਣੀ ਦੇ ਉੱਪਰ ਪਰਚੇ ਵੀ ਲਿਖੇ ਨੇ। ਤੇ ਸਾਡੀ ਜੋ ਮਿੰਨੀ ਕਹਾਣੀ ਲੇਖ ਪੰਜਾਬ ਵੱਲੋਂ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਗੌਰਤਲਬ ਮਿੰਨੀ ਕਹਾਣੀਆਂ ਦੀ। ਉਹਨਾਂ ਗੌਰਤਲਬ ਮਿੰਨੀ ਕਹਾਣੀਆਂ ਦੇ ਉੱਪਰ ਜੋ ਸਾਡੀ ਸੀਰੀਜ਼ ਆਉਂਦੀ ਹੈ, ਉਹਦੇ ਉੱਪਰ ਇੱਕ ਉੱਪਰ ਡਾਕਟਰ ਗੁਰਦੀਪ ਸਿੰਘ ਢਿੱਲੋਂ ਤੇ ਇੱਕ ਉੱਪਰ ਡਾਕਟਰ ਰਵਿੰਦਰ ਸਿੰਘ ਸੰਧੂ ਹੋਰੀ ਪਰਚਾ ਲਿਖਦੇ ਨੇ। ਅੱਜ ਇਹ ਦੋਨੇ ਵਿਦਵਾਨ ਆਲੋਚਕ ਸਾਡੇ ਨਾਲ ਹਾਜ਼ਰ ਨੇ ਤੇ ਇਹਨਾਂ ਕਹਾਣੀਆਂ ਉੱਪਰ ਵੀ ਗੱਲਬਾਤ ਕਰਨਗੇ। ਸਭ ਤੋਂ ਪਹਿਲਾਂ ਮੈਂ ਡਾਕਟਰ ਰਵਿੰਦਰ ਸਿੰਘ ਸੰਧੂ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਹਨਾਂ 5 ਮਿੰਨੀ ਕਹਾਣੀ ਦੇ ਉੱਪਰ ਆਪਣੇ ਵਿਚਾਰ ਰੱਖਣ। ਡਾਕਟਰ ਰਵਿੰਦਰ ਸਿੰਘ ਸੰਧੂ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਸਾਹਿਬ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜਿੰਨੇ ਵੀ ਕਹਾਣੀਕਾਰ ਇਸ ਉੱਪਰ ਅੱਜ ਇਕੱਠੇ ਹੋਏ ਨੇ, ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸਤਿ ਸ੍ਰੀ ਅਕਾਲ ਕਰਦਾ, ਜੀ ਆਇਆਂ ਨੂੰ ਕਹਿਣਾ। ਔਰ ਮੈਂ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ, ਅਦਾਰਾ ਤ੍ਰੈਮਾਸਿਕ ਅਨੂ ਤੇ ਮਿੰਨੀ ਕਹਾਣੀ ਲੇਖਕ ਮੰਚ ਬਰੇਟਾ ਦਾ ਵੀ ਧੰਨਵਾਦ ਕਰਦਾ। ਧੰਨਵਾਦ ਸਿਰਫ ਇਸ ਲਈ ਨਹੀਂ ਕਿ ਇਹਨਾਂ ਨੇ ਮੈਨੂੰ ਅੱਜ ਇਸ ਆਨਲਾਈਨ ਗੋਸ਼ਟੀ ਵਿੱਚ ਬੋਲਣ ਦਾ ਮੌਕਾ ਦਿੱਤਾ, ਬਲਕਿ ਧੰਨਵਾਦ ਇਹਨਾਂ ਦਾ ਇਸ ਗੱਲੋਂ ਕਰਨਾ ਵੀ ਬਣਦਾ ਹੈ ਕਿ ਜਿਹੋ ਜਿਹੇ ਹਾਲਾਤ ਦੇ ਵਿੱਚ, ਸੰਕਟਕਾਲੀਨ ਪ੍ਰਸਥਿਤੀਆਂ ਵਿੱਚ ਅਸੀਂ ਰਹਿ ਰਹੇ ਹਾਂ ਅੱਜ ਕੱਲ੍ਹ, ਤੇ ਇਹ ਤੀਜੀ ਆਨਲਾਈਨ ਗੋਸ਼ਟੀ ਕਰਵਾ ਰਹੇ ਆ। ਮੈਨੂੰ ਲੱਗਦਾ ਹੈ ਕਿ ਜਿਹੜੇ ਅਜਿਹੇ ਕਾਰਜ ਨੇ, ਇਹ ਸਹਿਮ, ਡਰ, ਅਨਿਸ਼ਚਿਤਤਾ ਦਾ ਜਿਹੜਾ ਲਾਕਡਾਊਨ ਨੇ ਸਾਡੇ ਅੰਦਰ ਭਰਿਆ ਹੋਇਆ, ਉਸ ਦੇ ਵਿੱਚੋਂ ਘਿਰ ਜਾਣ ਤੋਂ ਸਾਨੂੰ ਬਚਾਉਣ ਵਾਲੇ ਕਾਰਜ ਨੇ। ਸੋ ਇਸ ਦੇ ਲਈ ਵੀ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ। ਪ੍ਰਬੰਧਕਾਂ ਨੂੰ ਸਲਾਮ ਕਰਨਾ ਬਣਦਾ ਕਿ ਇਸ ਦੌਰ ਦੇ ਵਿੱਚ ਵੀ ਉਹਨਾਂ ਨੇ ਸਾਹਿਤ ਦੀ ਇਹ ਜਿਹੜੀ ਮਸ਼ਾਲ ਹੈ ਜਗਾ ਕੇ ਰੱਖੀ ਹੋਈ ਹੈ। ਦੋਸਤੋ, ਕਹਾਣੀਆਂ ਦੀ ਗੱਲ ਕਰਦੇ ਹਾਂ। ਇਸ ਗੋਸ਼ਟੀ ਵਿੱਚ ਗੋਸ਼ਟ ਦਾ ਕੇਂਦਰ 5 ਮਿੰਨੀ ਕਹਾਣੀਆਂ ਹਨ, ਜੋ 5 ਮਿੰਨੀ ਕਹਾਣੀ ਲੇਖਕਾਂ ਨੇ ਲਿਖੀਆਂ। ਇਹਨਾਂ ਲੇਖਕਾਂ ਵਿੱਚ ਕਈ ਪ੍ਰਕਾਰ ਦੀਆਂ ਵੱਖਰਤਾਵਾਂ ਭੌਤਿਕ ਰੂਪ ਵਿੱਚ ਹਨ, ਜਿਨ੍ਹਾਂ ਦਾ ਪਰਛਾਵਾਂ ਸੂਖਮ ਰੂਪ ਵਿੱਚ ਉਹਨਾਂ ਦੀਆਂ ਕਹਾਣੀਆਂ ਦੇ ਉੱਪਰ ਦਿਖਾਈ ਦਿੰਦਾ। ਇਹਨਾਂ ਵਿੱਚ ਨੌਜਵਾਨ ਲੇਖਕ ਵੀ ਹਨ ਤੇ ਪ੍ਰੌੜ ਉਮਰ ਦੇ ਲੇਖਕ ਵੀ ਹਨ, ਨਰ ਵੀ ਹਨ ਤੇ ਨਾਰੀ ਵੀ। ਦ੍ਰਿਸ਼ਟੀਕੋਣ ਵਿੱਚ ਵੀ ਭਿੰਨਤਾਵਾਂ ਹਨ। ਸਮਾਜ, ਸੱਭਿਆਚਾਰਕ ਪਿਛੋਕੜ ਆਦਿ ਵਰਗੇ ਕਈ ਕਾਰਕ ਹਨ ਜੋ ਰਚਨਾ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ, ਭਾਵੇਂ ਕਿ ਵਿਸ਼ੇ ਦੇ ਪੱਖ ਤੋਂ ਰਚਨਾਵਾਂ ਵਿੱਚ ਸਮਾਨਤਾ ਵੀ ਕਿਉਂ ਨਾ ਹੋਵੇ। ਇਹ ਕਹਾਣੀਆਂ ਤੁਸੀਂ ਸਾਰਿਆਂ ਨੇ ਸੁਣੀਆਂ ਨੇ। ਸ਼ਾਇਦ ਇਸ ਗੱਲ ਨੂੰ ਮਹਿਸੂਸ ਕੀਤਾ ਹੋਊਗਾ ਕਿ 5 ਕਹਾਣੀਆਂ ਦੇ ਵਿਸ਼ਿਆਂ ਦੇ ਪੱਖ ਤੋਂ ਜੇ ਅਸੀਂ ਵੇਖੀਏ ਤਾਂ ਕਈ ਕਹਾਣੀਆਂ ਦੇ ਵਿੱਚ ਸਾਨੂੰ ਸਮਾਨਤਾ ਨਜ਼ਰ ਆਉਂਦੀ ਹੈ, ਪਰ ਉਹਨਾਂ ਵਿਸ਼ਿਆਂ ਦੀ ਪੇਸ਼ਕਾਰੀ ਦੇ ਵਿੱਚ ਭਿੰਨਤਾ ਜਿਹੜੀ ਆ ਉਹਦੇ ਇਹ ਕਾਰਕ ਹੋ ਸਕਦੇ। ਭਾਵੇਂ ਕਿ ਰੋਲਾਂ ਬਾਰਥ ਨੇ 1967 ਵਿੱਚ ਡੈਥ ਆਫ ਦੀ ਆਥਰ ਦੇ ਸੰਕਲਪ ਰਾਹੀਂ ਇਹ ਗੱਲ ਕੀਤੀ ਸੀ ਕਿ ਕਿਸੇ ਵੀ ਲੇਖਕ ਤੇ ਲੇਖਕ ਦੀ ਹਸਤੀ, ਪਿਛੋਕੜ, ਵਰਗ ਆਦਿ ਨੂੰ ਲਿਖਤ ਦਾ ਅਧਿਐਨ ਕਰਨ ਸਮੇਂ ਧਿਆਨਗੋਚਰ ਤੇ ਨਾ ਰੱਖਿਆ ਜਾਵੇ। ਉਹ ਲਿਖਤ ਦੇ ਸੁਤੰਤਰ ਅਧਿਐਨ ਦੀ ਮੰਗ ਕਰਦਾ ਹੈ, ਪਰ ਮੈਂ ਸਮਝਦਾ ਹਾਂ ਕਿ ਲਿਖਤ ਪਾਠ ਲੇਖਕ ਦੀ ਭੂਗੋਲਿਕਤਾ ਤੇ ਲੇਖਕ ਦੀਆਂ ਸਮੁੱਚੀਆਂ ਪ੍ਰਸਥਿਤੀਆਂ ਤੋਂ ਵਿਛੁੰਨ ਕੇ ਨਹੀਂ ਸਮਝਿਆ ਜਾ ਸਕਦਾ। ਸੋ ਮੈਂ ਇਹਨਾਂ ਕਹਾਣੀਆਂ ਨੂੰ ਇਹਨਾਂ ਪਿਛੋਕੜਾਂ ਦੇ ਸਹਿਤ ਸਮਝਣ ਦੀ ਕੋਸ਼ਿਸ਼ ਕੀਤੀ ਆ। ਕਿਤੇ ਨਾ ਕਿਤੇ ਰੋਲਾਂ ਬਾਰਥ ਦੇ ਡੈਥ ਆਫ ਦਾ ਆਥਰ ਦੇ ਉਲਟ ਜਾ ਕੇ ਵੀ ਇਸ ਟੈਕਸਟ ਨੂੰ ਸਮਝਣ ਦਾ ਯਤਨ ਕੀਤਾ।
ਅੱਜ ਦੀ ਇਸ ਗੋਸ਼ਟੀ ਦੀਆਂ ਕੇਂਦਰ ਬਿੰਦੂ ਮਿੰਨੀ ਕਹਾਣੀਆਂ ਨੂੰ ਵੀ ਮੈਂ ਇਉਂ ਹੀ ਸਮਝਣ ਦਾ ਯਤਨ ਕੀਤਾ। ਇਹਨਾਂ ਲੇਖਕਾਂ ਵਿੱਚ ਜਿੱਥੇ ਉਪਰੋਕਤ ਧਾਰਨਾਵਾਂ ਅਨੁਸਾਰ ਵੱਖਰਤਾਵਾਂ ਹਨ, ਉੱਥੇ ਵਿਸ਼ੇ ਦੀ ਪੱਧਰ ਉੱਪਰ ਸਮਾਨਤਾਵਾਂ ਜਾਂ ਲਗਭਗ ਸਮਾਨਤਾਵਾਂ ਵੀ ਹਨ, ਪਰ ਨਿਭਾਅ ਵਿੱਚ ਵੱਖਰਾਪਨ ਹੈ। ਅਧਿਐਨ ਅਧੀਨ ਕਹਾਣੀਆਂ, ਇਹ ਜਿਹੜਾ ਮੈਂ ਪੈਟਰਨ ਰੱਖਿਆ ਸੀ, ਇਸ ਨੂੰ ਮੈਂ ਕਾਰਡ ਦੇ ਅਨੁਸਾਰ ਰੱਖਿਆ ਸੀਗਾ। ਡਾਕਟਰ ਸ਼ਿਆਮ ਸੁੰਦਰ ਦੀਪਤੀ ਹੋਰਾਂ ਦੀ ਕਹਾਣੀ ਪਹਿਲ, ਜੇ ਅਸੀਂ ਇਸ ਦੇ ਵਿਸ਼ੇਗਤ ਸਰੋਕਾਰਾਂ ਦੀ ਗੱਲ ਕਰੀਏ ਤਾਂ ਇਹ ਨਾਰੀਵਾਦੀ ਵਿਸ਼ੇ ਨੂੰ ਪੇਸ਼ ਕਰਦੀ ਕਹਾਣੀ ਹੈ, ਜਿਹਦੇ ਵਿੱਚ ਅੱਗੇ ਅਸੀਂ ਦੇਖ ਸਕਦੇ ਹਾਂ ਕਿ ਲਿੰਗਕ ਸਮਾਨਤਾ ਤੇ ਜਿਹੜਾ ਜੈਂਡਰ ਇਕੁਐਲਿਟੀ ਦਾ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ ਵਿਸ਼ਾ, ਉਸ ਨੂੰ ਇਹ ਕਹਾਣੀ ਲੈ ਕੇ ਆਉਂਦੀ ਹੈ। ਤੇ ਕਹਾਣੀ ਅੰਤ ਤੱਕ ਜਾਂਦਿਆਂ ਸੱਭਿਆਚਾਰਕ ਪਰਿਵਰਤਨ ਦੀ ਦਿਸ਼ਾ ਦੇ ਵਿੱਚ ਚਲੀ ਜਾਂਦੀ ਹੈ। ਇਸੇ ਤਰ੍ਹਾਂ ਹੀ ਹਰਭਜਨ ਸਿੰਘ ਖੇਮਕਰਨੀ ਹੋਰਾਂ ਦੀ ਕਹਾਣੀ ਖੁਰਦੀਆਂ ਪੈੜਾਂ, ਉਹ ਵੀ ਇਸੇ ਪ੍ਰਕਾਰ ਦੇ ਵਿਸ਼ੇ ਵਾਲੀ ਹੈ। ਨਾਰੀਵਾਦੀ ਵਿਸ਼ੇ ਨੂੰ ਲਿਆ ਗਿਆ, ਲਿੰਗਕ ਸਮਾਨਤਾ ਦੀ ਗੱਲ ਕਰਨ ਦਾ ਉਹਨਾਂ ਨੇ ਵੀ ਯਤਨ ਕੀਤਾ ਹੈ, ਤੇ ਸੱਭਿਆਚਾਰਕ ਪਰਿਵਰਤਨ ਤੇ ਜਾ ਕੇ ਕਹਾਣੀ ਫੇਰ ਆ ਜਿਹੜੀ ਉਹ ਖਤਮ ਹੁੰਦੀ ਹੈ। ਡਾਕਟਰ ਬਲਦੇਵ ਸਿੰਘ ਖਹਿਰਾ ਦੀ ਕਹਾਣੀ ਵੀ ਨਾਰੀਵਾਦੀ ਵਿਸ਼ੇ ਦੇ ਉੱਪਰ ਹੈ, ਪਰ ਉਹ ਨਾਰੀ ਦੇ ਸਸ਼ਕਤੀਕਰਨ ਦੀ ਗੱਲ ਕਰਦੀ ਹੈ। ਉਹਦੇ ਵਿੱਚ ਪੇਸ਼ਕਾਰੀ ਦੇ ਪੱਖ ਤੋਂ ਅਸੀਂ ਇਹ ਜਿਹੜਾ ਫਰਕ ਵੇਖ ਸਕਦੇ ਹਾਂ। ਕੁਲਵਿੰਦਰ ਕੌਸ਼ਲ ਦੀ ਕਹਾਣੀ ਠੱਕ 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 ਇੱਕ ਮੋਨੋਲਾਗ ਕਿਸਮ ਦੀ ਕਹਾਣੀ ਆ, ਜਿਹੜੀ ਬੰਦੇ ਦੀ ਆਪਣੇ ਆਪ ਨਾਲ ਜਿਹੜੀ ਜੰਗ ਹੈ ਜਾਂ ਸੰਵਾਦ ਹੈ, ਉਸ ਨੂੰ ਪੇਸ਼ ਕਰਦੀ ਹੈ। ਤੇ ਮਨਪ੍ਰੀਤ ਕੌਰ ਭਾਟੀਆ ਹੋਰਾਂ ਦੀ ਕਹਾਣੀ ਉਡੀਕ, ਇਹ ਵੀ ਨਾਰੀਵਾਦੀ ਵਿਸ਼ੇ ਨੂੰ ਲੈ ਕੇ ਲਿਖੀ ਗਈ ਕਹਾਣੀ ਆ, ਜਿਹਦੇ ਵਿੱਚ ਇੱਕ ਆਦਰਸ਼ਕ ਨਾਰੀ ਦਾ ਜਿਹੜਾ ਬਿੰਬ ਹੈ ਉਹ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਕਹਾਣੀ ਦੇ ਵਿੱਚ ਮੈਂ ਦੇਖਿਆ ਸਾਰੇ ਕਾਸੇ ਦੇ ਵਿੱਚ ਵੀ ਕਿੰਨੀ ਕਮਾਲ ਦੀ ਗੱਲ ਆ। ਇਹ 5 ਮਿੰਨੀ ਕਹਾਣੀ ਲੇਖਕਾਂ ਵਿੱਚ ਸ਼ਾਮਲ ਇੱਕੋ ਇੱਕ ਨਾਰੀ ਲੇਖਕ 5ਵੇਂ ਸਥਾਨ ਤੇ ਹੈ। ਮੇਰੀ ਸਮਝ ਮੁਤਾਬਕ 4 ਮਰਦ ਮਿੰਨੀ ਕਹਾਣੀ ਲੇਖਕਾਂ ਵਿੱਚੋਂ 3 ਦੀਆਂ ਰਚਨਾਵਾਂ ਥੀਮਿਕ ਪੈਟਰਨ ਦਾ ਕੇਂਦਰ ਔਰਤ ਹੈ। 4 ਸਾਡੇ ਕੋਲੇ ਮਰਦ ਕਹਾਣੀਕਾਰ ਹੈ, ਉਹ ਔਰਤ ਦੇ ਵਿਸ਼ੇ ਨੂੰ ਲੈ ਕੇ ਕਹਾਣੀ ਲਿਖ ਰਹੇ ਆ, ਤੇ ਇੱਕ ਸਾਡੇ ਕੋਲੇ ਜਿਹੜੀ ਆ ਉਹ ਔਰਤ ਮਿੰਨੀ ਕਹਾਣੀਕਾਰ ਹੈ, ਉਹ ਵੀ ਔਰਤ ਦੇ ਵਿਸ਼ੇ ਨੂੰ ਲੈ ਕੇ ਕਹਾਣੀ ਲਿਖ ਰਹੀ ਹੈ। ਤੇ ਪਰ ਔਰਤ ਕਹਾਣੀਕਾਰ ਜਿਹੜੀ ਆ ਉਸਨੂੰ ਅਸੀਂ ਅੰਤ ਦੇ ਉੱਪਰ ਰੱਖਿਆ ਹੋਇਆ। ਮੈਨੂੰ ਨਹੀਂ ਪਤਾ ਕਿ ਇਸ ਕ੍ਰਮਬੱਧਤਾ ਦਾ ਆਧਾਰ ਕੀ ਹੈ, ਪਰ ਮਾਨਵੀ ਅਵਚੇਤਨ ਦੀ ਘਾਟ ਦੀ ਥਾਹ ਪਾਉਣ ਵਿੱਚ ਅਜਿਹੇ ਵਰਤਾਰੇ ਭਾਵੇਂ ਅਚੇਤ ਹੋਣ ਤੇ ਭਾਵੇਂ ਸੁਚੇਤ, ਪਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਕਿਸੇ ਵੀ ਮਨੁੱਖ ਦੀ ਸਮਾਜਿਕ ਸੱਭਿਆਚਾਰਕ ਘਾੜਤ ਉਸਦੇ ਉਚਰਤ ਤੇ ਸਿਰਜਿਤ ਸਮੁੱਚੇ ਮਾਨਸਿਕ ਤੇ ਭੌਤਿਕ ਵਰਤਾਰਿਆਂ ਨੂੰ ਤਾਂ ਉਮਰ ਪ੍ਰਭਾਵਿਤ ਕਰਦੀ ਹੈ। ਸੋ ਇਹ ਮੈਂ ਨਹੀਂ ਜਾਣਦਾ ਵੀ ਅਚੇਤ ਹੋਇਆ ਜਾਂ ਸੁਚੇਤ ਹੋਇਆ, ਪਰ ਕਈ ਚੀਜ਼ਾਂ ਨੇ ਜਿਹੜੀਆਂ ਮਨੁੱਖ ਦੀ ਘਾੜਤ ਦੇ ਨਾਲ ਜੁੜੀਆਂ ਹੁੰਦੀਆਂ, ਔਰ ਮਨੁੱਖ ਦੀ ਜਿਹੜੀ ਘਾੜਤ ਆ ਉਹ ਸਮਾਜ ਸੱਭਿਆਚਾਰਕ ਪ੍ਰਸੰਗਾਂ ਤੋਂ, ਪਿਛੋਕੜ ਤੋਂ ਤੋੜ ਕੇ ਸਮਝੀ ਨਹੀਂ ਜਾ ਸਕਦੀ। ਸੋ ਇਸ ਕਰਕੇ ਹੀ ਮੈਂ ਪਹਿਲਾਂ ਕਿਹਾ ਸੀ ਕਿ ਮੈਂ ਰੋਲਾਂ ਬਾਰਥ ਦੇ ਉਸ ਕਥਨ ਦੇ ਉਲਟ ਜਾ ਕੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੂੰਗਾ। ਸੋ ਮੈਂ ਇਸ ਪਿਛੋਕੜ ਨੂੰ, ਲੇਖਕਾਂ ਦੇ ਪਿਛੋਕੜ ਨੂੰ, ਸਮਾਜ ਸੱਭਿਆਚਾਰਕ ਆਧਾਰਾਂ ਨੂੰ ਨਾਲ ਰੱਖ ਕੇ ਇਹਨਾਂ ਕਹਾਣੀਆਂ ਨੂੰ ਸਮਝਣ ਦਾ ਯਤਨ ਕੀਤਾ। ਡਾਕਟਰ ਦੀਪਤੀ ਦੀ ਰਚਨਾ ਪਹਿਲ ਨਾਰੀਵਾਦ ਦੇ ਵਿਭਿੰਨ ਸਰੋਕਾਰਾਂ ਵਿੱਚੋਂ ਲਿੰਗਕ ਸਮਾਨਤਾ ਦੇ ਸਰੋਕਾਰ ਨੂੰ ਸੰਬੋਧਿਤ ਹੁੰਦੀ ਹੈ। ਅੰਨ੍ਹਪੁਰਖੀ ਬਿਰਤਾਂਤ ਰਾਹੀਂ ਮੁੱਖ ਪਾਤਰ ਦੀ ਕਥਾ ਕਹੀ ਗਈ ਹੈ। ਇਸ ਮਿੰਨੀ ਕਹਾਣੀ ਦਾ ਮੁੱਖ ਪਾਤਰ ਔਰਤ, ਦ੍ਰਿੜ ਨਿਸ਼ਚੇ ਵਾਲੀ ਔਰਤ ਹੈ, ਜੋ 2 ਲੜਕੀਆਂ ਉਪਰੰਤ ਲੜਕੇ ਵਾਲੀ ਪਰਿਵਾਰਕ ਚਾਹਤ ਦੀ ਬਲੀ ਨਹੀਂ ਚੜ੍ਹਦੀ, ਬਲਕਿ ਸੰਘਰਸ਼ ਕਰਕੇ ਆਪਣੀਆਂ ਲੜਕੀਆਂ ਨੂੰ ਸਮਾਨਤਾ ਦਾ ਅਧਿਕਾਰ ਦਿਵਾਉਣ ਦੀ ਪਹਿਲ ਕਰਦੀ ਹੈ। ਧੀ ਜਵਾਈ ਉਸ ਨੂੰ ਆਪਣੇ ਘਰ ਲੈ ਕੇ ਜਾਂਦੇ ਹਨ। ਸਕਾਰਾਤਮਕ ਸੱਭਿਆਚਾਰਕ ਪਰਿਵਰਤਨ ਨੂੰ ਸਥਾਪਿਤ ਕਰਦੀ ਕਹਾਣੀ ਹੈ ਇਹ। ਔਰਤ ਦੇ ਸਸ਼ਕਤ, ਦ੍ਰਿੜਤਾ, ਸੰਘਰਸ਼, ਅਡਿੱਗ ਬਿੰਬ ਦੀ ਸਿਰਜਣਾ ਕਰਦੀ ਹੈ। ਸੋ ਇਹ ਕਹਾਣੀ ਆਪਾਂ ਦੇਖਿਆ ਕਿ ਇਸ ਕਹਾਣੀ ਦੇ ਵਿੱਚ ਅਖੀਰ ਦੇ ਜਿਹਦੇ ਘਰ ਜਾ ਕੇ ਰਹਿਣ ਵਾਲਾ ਜਿਹੜਾ ਸਾਡਾ ਸਮਾਜਿਕ ਪ੍ਰਸੰਗ ਆ, ਉਸ ਦੇ ਵਿੱਚ ਇਹ ਕਹਾਣੀ ਪਰਿਵਰਤਨ ਲੈ ਕੇ ਆਉਂਦੀ ਹੈ। ਮਾਂ ਬੇਸ਼ੱਕ ਅਸੀਂ ਵੇਖਦੇ ਹਾਂ ਕਿ ਉਹਦੇ ਵਿੱਚ ਇੱਕ ਝਿਜਕ ਹੈ, ਭਾਵੇਂ ਕਿ ਉਹਨੇ ਸਮਾਜ ਦੇ ਨਾਲ ਪਹਿਲਾਂ ਬਹੁਤ ਸੰਘਰਸ਼ ਕੀਤਾ, ਦ੍ਰਿੜਤਾ ਨਾਲ ਆਪਣੀ ਗੱਲ ਦੇ ਉੱਪਰ ਖੜੀ ਰਹੀ ਹੈ, ਪਰ ਕਿਤੇ ਨਾ ਕਿਤੇ ਫਿਰ ਉਹਦੇ ਅੰਦਰ ਇਹ ਜ਼ਰੂਰ ਗੱਲ ਆਉਂਦੀ ਹੈ ਸਮਾਜਿਕ ਸੱਭਿਆਚਾਰਕ ਪ੍ਰਸੰਗਾਂ ਦੇ ਵਿੱਚ ਕਿ ਧੀ ਦੇ ਘਰ ਜਾ ਕੇ ਰਹਿਣਾ ਸ਼ਾਇਦ ਠੀਕ ਨਹੀਂ। ਹਾਲਾਂਕਿ ਉਹ ਪਹਿਲਾਂ ਇਹ ਵੀ ਕਹਿੰਦੀ ਆ ਕਿ ਧੀਆਂ ਪੁੱਤਾਂ ਨਾਲੋਂ ਵੱਧ ਸਾਂਭਦੀਆਂ, ਤੇ ਪਰ ਅਖੀਰ ਦੇ ਵਿੱਚ ਉਹਦਾ ਚਲੇ ਜਾਣਾ ਜਿਹੜਾ ਉਹ ਇਸ ਸਮਾਜਿਕ ਪਰਿਵਰਤਨ ਵੱਲ ਨੂੰ ਦੀ ਨਿਸ਼ਾਨਦੇਹੀ ਕਰਦਾ। ਦੂਜੀ ਕਹਾਣੀ ਹਰਭਜਨ ਸਿੰਘ ਖੇਮਕਰਨੀ ਹੋਰਾਂ ਦੀ ਖੁਰਦੀਆਂ ਪੈੜਾਂ, ਇਹ ਵੀ ਵਿਸ਼ੇ ਪੱਖੋਂ ਨਾਰੀਵਾਦੀ, ਲਿੰਗਕ ਸਮਾਨਤਾ ਤੇ ਸੱਭਿਆਚਾਰਕ ਪਰਿਵਰਤਨ ਦੀ ਕਥਾ ਹੈ। ਪਰ ਇਸ ਕਥਾ ਦਾ ਡਾਕਟਰ ਦੀਪਤੀ ਦੀ ਕਥਾ ਨਾਲੋਂ ਫਰਕ ਇਹ ਹੈ ਕਿ ਇਸ ਕਥਾ ਵਿੱਚ ਮੁੱਖ ਪਾਤਰ ਦੀ ਭੂਮਿਕਾ ਵਿੱਚ ਕੋਈ ਪਾਤਰ ਨਹੀਂ ਹੈ।
ਬਲਕਿ ਭਾਈਚਾਰਾ ਜਾਂ ਵੱਡੇ ਅਰਥਾਂ ਵਿੱਚ ਸਮਾਜਚਾਰਾ ਹੀ ਇਹਦਾ ਪਾਤਰ ਬਣਦਾ ਹੈ। ਖੇਮਕਰਨੀ ਸਾਹਿਬ ਨੇ ਪ੍ਰਸਥਿਤੀਆਂ ਦੀ ਘਾੜਤ ਰਾਹੀਂ ਬਿਰਤਾਂਤ ਦੀ ਸਿਰਜਣਾ ਕੀਤੀ ਹੈ। ਪਿਛਲੀ ਕਹਾਣੀ ਵਿੱਚ ਸੱਭਿਆਚਾਰਕ ਪਰਿਵਰਤਨ ਦੇ ਪ੍ਰਤੀ ਸਮਾਜਿਕ ਵਿਰੋਧ ਨੂੰ ਇਸ ਰਚਨਾ ਵਿੱਚ ਸਮਾਜ ਖੁਦ ਰੱਦ ਕਰਦਾ ਹੈ। ਇੱਥੇ ਸਮਾਜ ਹੀ ਉਸ ਪਰਿਵਰਤਨ ਨੂੰ ਲੈ ਕੇ ਆਉਣ ਦੀ ਜਿਹੜੀ ਗੱਲ ਆ ਉਹ ਕਰ ਰਿਹਾ ਹੈਗਾ। ਸੋ ਆਪਣੇ ਉਸ ਵਿਰੋਧ ਨੂੰ ਜਿਹੜਾ ਅਸੀਂ ਪਿਛਲੀ ਕਹਾਣੀ ਦੇ ਵਿੱਚ ਅਚੇਤ ਰੂਪ ਦੇ ਵਿੱਚ ਉਹਨਾਂ ਪਾਤਰਾਂ 'ਚ ਦੇਖਿਆ, ਉਹ ਇੱਥੇ ਉਹਨਾਂ ਪਾਤਰਾਂ ਦੇ ਵਿੱਚੋਂ ਸਾਨੂੰ ਨਿਕਲਦਾ ਹੋਇਆ ਦਿਖਾਈ ਦਿੰਦਾ। ਸਮਾਜਿਕ ਧਿਰਾਂ ਦੇ ਆਪਸੀ ਸੰਵਾਦ ਵਿੱਚੋਂ ਪਰਿਵਰਤਨ ਨੂੰ ਵਿਭਿੰਨ ਤੱਥਾਂ ਸਹਿਤ ਇਹ ਕਥਾ ਸਥਾਪਿਤ ਕਰਦੀ ਹੈ। ਪਰ ਆਖਰੀ 2 ਵਾਕ ਬੜੇ ਮਹੱਤਵਪੂਰਨ ਹਨ। ਉਹ ਵਾਕ ਮੈਨੂੰ ਸਾਰੀ ਕਹਾਣੀ ਨੂੰ ਪੜ੍ਹਨ ਤੋਂ ਮਗਰੋਂ ਮੈਂ ਕਹਾਣੀ ਨੂੰ ਫਿਰ ਦੁਬਾਰਾ ਪੜ੍ਹਿਆ, ਮੈਂ ਫਿਰ ਦੁਬਾਰਾ 2-3 ਵਾਰ ਇਸ ਕਹਾਣੀ ਨੂੰ ਪੜ੍ਹਿਆ, ਪਰ ਆਖਰੀ ਵਾਕਾਂ ਤੇ ਆ ਕੇ 2 ਵਾਕਾਂ ਤੇ ਮੈਨੂੰ ਥੋੜ੍ਹੀ ਜਿਹੀ ਜਿਹੜੀ ਆ ਕਹਾਣੀ ਅਸਪਸ਼ਟ ਹੁੰਦੀ ਨਜ਼ਰ ਆਈ। ਜਿਹੜਾ ਸੈਕੰਡ ਲਾਸਟ ਵਾਕ ਹੈ ਕਹਾਣੀ ਦਾ, ਉਹਦੇ ਵਿੱਚ ਉਹ ਕਹਿੰਦੇ ਆ ਕਿ ਫਿਰ ਹੁਣ ਦੁਚਿੱਤੀ ਕਿਉਂ, ਸਾਰੀ ਗੱਲਬਾਤ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਤੇ ਉੱਥੇ ਆ ਕੇ ਕਹਿੰਦੇ ਫਿਰ ਦੁਚਿੱਤੀ ਕਾਹਦੀ ਹੈ। ਸੋ ਇਹ ਕਥਾ ਸੰਦਰਭਾਂ ਵਿੱਚ ਇੱਕ ਵਾਰਤਾਲਾਪ ਹੈ ਜਿਸ ਦੇ ਬੋਲਣਹਾਰੇ ਦੀ ਪਛਾਣ ਸਪਸ਼ਟ ਨਹੀਂ। ਕਹਾਣੀ ਦੇ ਵਿੱਚ ਸਾਰੇ ਜਿਹੜੇ ਵਾਰਤਾਲਾਪ ਆਏ ਨੇ ਉਹ ਸਾਨੂੰ ਨਹੀਂ ਪਤਾ ਕੌਣ ਕਰ ਰਹੇ ਆ, ਸਮਾਜ ਕਰ ਰਿਹਾ। ਇਹਦਾ ਮਤਲਬ ਉਹ ਜਿਹੜੇ ਪਾਤਰ ਨੇ ਉਹ ਸਮਾਜ ਨੂੰ ਰਿਪਰੈਜ਼ੈਂਟ ਕਰ ਰਹੇ ਆ, ਕਿਸੇ ਵਿਸ਼ੇਸ਼ ਵਿਅਕਤੀ ਨੂੰ ਨਹੀਂ। ਸੋ ਇਹਦੀ ਵੀ ਸਾਨੂੰ ਪਛਾਣ ਨਹੀਂ ਹੈ ਕਿ ਬੰਦਾ ਕੌਣ ਹੈ ਜਿਹੜਾ ਇਹ ਵਾਕ ਬੋਲਦਾ। ਬੋਲਣਹਾਰੇ ਦੀ ਪਛਾਣ ਸਪਸ਼ਟ ਨਹੀਂ ਹੈ। ਪਛਾਣ ਸਪਸ਼ਟ ਨਾ ਹੋਣਾ ਸਮੂਹ ਦੀ ਆਵਾਜ਼ ਬਣਨ ਦਾ ਚਿੰਨ੍ਹ ਹੈ। ਸੋ ਅਸੀਂ ਇਸ ਨੂੰ ਸਮੂਹ ਦੀ ਆਵਾਜ਼ ਮੰਨ ਸਕਦੇ ਹਾਂ ਕਿ ਸਮੁੱਚੇ ਸਮਾਜ ਦੀ ਆਵਾਜ਼ ਹੈ ਵੀ ਜਦੋਂ ਉਹ ਸਾਰੀਆਂ ਗੱਲਾਂ ਜਿਹੜੀਆਂ ਉਦੋਂ ਪਹਿਲਾਂ ਹੋਈਆਂ ਨੇ ਤਾਂ ਉਹਨਾਂ ਸਾਰੀਆਂ ਤੋਂ ਬਾਅਦ ਫਿਰ ਕੋਈ ਵੀ ਜਿਹੜੀ ਆ ਦੁਚਿੱਤੀ ਨਹੀਂ ਰਹਿਣੀ ਚਾਹੀਦੀ। ਪਰ ਆਖਰੀ ਵਾਕ ਕੁਝ ਹੋਰ ਕਹਿੰਦਾ ਹੈ। ਆਖਰੀ ਵਾਕ ਕੀ ਹੈ ਕਿ ਹਵਾ ਵਿੱਚ ਉਛਲੇ ਬੋਲਾਂ ਨਾਲ ਹੀ ਚਾਰੇ ਪਾਸੇ ਖਾਮੋਸ਼ੀ ਛਾ ਗਈ। ਬੋਲ ਬੇਪਛਾਣ ਵਕਤਾ ਵੱਲੋਂ ਉਛਾਲੇ ਗਏ, ਬੋਲ ਉਛਾਲੇ ਗਏ ਆ, ਬੋਲੇ ਨਹੀਂ ਗਏ। ਉਛਾਲੇ ਗਏ ਬੋਲਾਂ ਦੀ ਪਰਿਭਾਸ਼ਾ ਦ੍ਰਿੜਤਾ ਨਾਲ ਸਥਾਪਿਤ ਕੀਤੇ ਬੋਲਾਂ ਨਾਲੋਂ ਲਾਜ਼ਮੀ ਤੌਰ ਤੇ ਵੱਖਰੀ ਹੁੰਦੀ ਹੈ। ਚਾਰੇ ਪਾਸੇ ਖਾਮੋਸ਼ੀ ਦਾ ਛਾ ਜਾਣਾ ਵੀ ਇਸੇ ਵੱਲ ਇਸ਼ਾਰਾ ਕਰਦਾ ਹੈ। ਇਹ ਸੰਚਾਰ ਦੀ ਸਮੱਸਿਆ ਜਾਂ ਲਿਖਤ ਮਾਧਿਅਮ ਦੀ ਸੀਮਤਾ ਇਹ ਵੀ ਹੋ ਸਕਦੀ ਹੈ ਕਿ ਉਸ ਤਰੀਕੇ ਦੇ ਨਾਲ ਸਾਡੇ ਤੱਕ ਸ਼ਾਇਦ ਨਾ ਪਹੁੰਚੇ ਹੋਣ, ਪਰ ਇਹ ਦੋਨੋਂ ਵਾਕ ਜਿਹੜੇ ਹੈਗੇ ਆ ਉਹ ਤੋਂ ਪਹਿਲਾਂ ਸਿਰਜੇ ਗਏ ਸਾਰੇ ਬਿਰਤਾਂਤ ਨੂੰ ਸਪਸ਼ਟ ਕਰ ਦਿੰਦੇ ਆ ਕਿ ਦੁਚਿੱਤੀ ਤੋਂ ਵੀ ਅਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜੇ ਬੋਲ ਨੇ ਉਹ ਉਛਾਲੇ ਜਾ ਰਹੇ ਆ ਔਰ ਚਾਰੇ ਪਾਸੇ ਖੁਸ਼ੀ ਛਾ ਜਾਂਦੀ ਹੈ। ਸੋ ਇਹ ਮੈਨੂੰ ਥੋੜਾ ਜਿਹਾ ਇਸ ਗੱਲੋਂ ਇਹ ਕਹਾਣੀ ਸਪਸ਼ਟ ਹੁੰਦੀ ਲੱਗੀ ਇਹਨਾਂ 2 ਵਾਕਾਂ ਦੇ ਨਾਲ। ਔਰ ਅਗਲੀ ਜਿਹੜੀ ਕਹਾਣੀ ਆ ਸਾਡੇ ਅਧਿਐਨ ਵਾਲੀ ਉਹ ਹੈ ਡਾਕਟਰ ਬਲਦੇਵ ਸਿੰਘ ਖਹਿਰਾ ਦੀ ਕਹਾਣੀ ਅੰਤਹੀਨ ਯੁੱਧ। ਇਹ ਵੀ ਨਾਰੀਵਾਦੀ ਸਰੋਕਾਰਾਂ ਦੀ ਕਥਾਕਾਰੀ ਹੈ। ਪਹਿਲੀਆਂ 2 ਕਥਾਵਾਂ ਨਾਲੋਂ ਇਸ ਦੀ ਵੱਖਰਤਾ ਇਹ ਹੈ ਕਿ ਇਸ ਵਿਚਲੀ ਔਰਤ ਸਪਸ਼ਟ ਰੂਪ ਵਿੱਚ ਸੰਘਰਸ਼ ਨੂੰ ਸਮਰਪਿਤ ਹੋਣ ਦਾ ਦ੍ਰਿੜ ਨਿਸ਼ਚਾ ਕਰਦੀ ਹੈ। ਡਾਕਟਰ ਦੀਪਤੀ ਦੀ ਪਾਤਰ ਵਾਂਗ ਦ੍ਰਿੜਤਾ ਦਿਖਾਉਂਦੀ ਹੈ। ਦੋਵਾਂ ਵਿੱਚ ਇੱਕ ਸਾਂਝ ਇਹ ਵੀ ਹੈ ਕਿ ਉਹ ਅਡਿੱਗ ਤਾਂ ਰਹਿੰਦੀਆਂ ਹਨ ਪਰ ਅਡੋਲ ਨਹੀਂ ਰਹਿੰਦੀਆਂ। ਇਹ ਇਹਨਾਂ ਕਹਾਣੀਆਂ ਵਿਚਲੇ ਪਾਤਰਾਂ ਤੇ ਪ੍ਰਸਥਿਤੀਆਂ ਦੀ ਜੀਵੰਤਤਾ ਦਾ ਪ੍ਰਮਾਣ ਹੈ। ਇਹ ਕਹਾਣੀ ਗੇਜੋ ਦੇ ਮਜ਼ਬੂਤ ਕਦਮਾਂ ਨਾਲ ਔਰਤ ਦੇ ਸ਼ਕਤੀਕਰਨ ਦਾ ਪੱਖ ਰੱਖਦੀ ਹੈ। ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਦੀਪਤੀ ਸਾਹਿਬ ਦੀ ਕਹਾਣੀ ਦੇ ਵਿੱਚ ਵੀ ਉਹ ਪਾਤਰ ਹੈ ਜਿਹੜੀ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇਹ ਦੁਬਿਧਾ ਆ ਜਾਂਦੀ ਹੈ ਕਿ ਉਹਨੂੰ ਉਹ ਚਾਂਸ ਲੈ ਲੈਣਾ ਚਾਹੀਦਾ ਸੀ ਜਾਂ ਨਹੀਂ ਲੈਣਾ ਚਾਹੀਦਾ ਸੀ। ਉਸੇ ਤਰ੍ਹਾਂ ਦੀ ਦੁਬਿਧਾ ਇਸੇ ਵੀ ਗੇਜੋ ਦੇ ਪਾਤਰ ਦੇ ਵਿੱਚ ਵੀ ਆਉਂਦੀ ਹੈ ਜਦੋਂ ਉਹਨੂੰ ਲੱਗਦਾ ਕਿ ਉਸੇ ਪਟਵਾਰੀ ਕੋਲੇ ਜਾਣਾ ਪੈਣਾ ਤੇ ਜਿਹਦੇ ਕੋਲੇ ਗੁਰਦੇਵ ਗਿਆ ਸੀ ਤੇ ਉਹ ਪੈਸਿਆਂ ਦੀ ਮੰਗ ਕਰਦਾ ਸੀ ਕਿ ਹੁਣ ਮੈਨੂੰ ਵੀ ਗੁਰਦੇਵ ਕੋਲੇ ਚਲੇ ਜਾਣਾ ਚਾਹੀਦਾ ਜਾਂ ਮੈਨੂੰ ਸੰਘਰਸ਼ ਕਰਨਾ ਚਾਹੀਦਾ। ਸੋ ਜਿਹੜੀ ਇਹ ਪ੍ਰਸਥਿਤੀਆਂ ਦੇ ਵਿੱਚੋਂ ਜਿਹੜੀ ਇਹ ਅਡੋਲਤਾ ਹੈ, ਜਿਹੜਾ ਉਹ ਬੰਦੇ ਦਾ ਦੁਬਿਧਾ ਦੇ ਵਿੱਚ ਪੈਣਾ ਹੈ, ਕਿ ਕਿਤੇ ਨਾ ਕਿਤੇ ਉਹਦੇ ਜੀਵੰਤ ਹੋਣ ਦੀ ਵੀ ਨਿਸ਼ਾਨੀ ਹੈ ਕਿ ਅਸੀਂ ਵੀ ਪ੍ਰਸਥਿਤੀਆਂ ਦਾ ਜਦੋਂ ਸਾਹਮਣਾ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਹਾਲਾਤ ਦੇ ਵਿੱਚ ਬੰਦੇ ਦੇ ਸਾਹਮਣੇ ਜਿਹੀ ਸਥਿਤੀ ਜੀਵਨ ਦੇ ਵਿੱਚ ਬਣਦੀ ਆ ਤੇ ਪਰ ਉਹਨਾਂ ਸਥਿਤੀਆਂ ਦੇ ਵਿੱਚੋਂ ਇਹ ਪਾਤਰ ਆ ਜਿਹੜੇ ਉਹ ਇੱਕ ਠੀਕ ਫੈਸਲਾ ਲੈ ਕੇ ਠੀਕ ਦਿਸ਼ਾ ਦੇ ਵਿੱਚ ਤੁਰਨ ਦੇ ਯੋਗ ਬਣਦੇ ਆ। ਸੋ ਇਹ ਹੀ ਇਸ ਕਹਾਣੀ ਦੀ ਵੀ ਇਹ ਇੱਕ ਵੱਡੀ ਗੱਲ ਹੈ। ਰਵਿੰਦਰ ਕੌਸ਼ਲ ਦੀ ਮਿੰਨੀ ਕਹਾਣੀ ਠੱਕ 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 ਦੀ ਗੱਲ ਕਰਨ ਤੋਂ ਪਹਿਲਾਂ ਮੈਂ ਮਨਪ੍ਰੀਤ ਕੌਰ ਭਾਟੀਆ ਦੀ ਰਚਨਾ ਉਡੀਕ ਦੀ ਗੱਲ ਕਰਨੀ ਚਾਹਾਂਗਾ। ਇਹ ਮਿੰਨੀ ਕਹਾਣੀ ਵੀ ਨਾਰੀਵਾਦੀ ਸਰੋਕਾਰਾਂ ਨੂੰ ਪ੍ਰਣਾਈ ਹੋਈ ਕਥਾ ਹੈ। ਜਿੱਥੇ ਪਹਿਲੀਆਂ 3 ਰਚਨਾਵਾਂ ਪੁਰਸ਼ ਲੇਖਕਾਂ ਦੀਆਂ ਰਚੀਆਂ ਹੋਈਆਂ ਹਨ, ਉੱਥੇ ਇਹ ਨਾਰੀ ਦੁਆਰਾ ਰਚੀ ਗਈ ਨਾਰੀਵਾਦੀ ਰਚਨਾ। ਹੁਣ ਇਸ ਕਥਾ ਵਿੱਚ ਅਸਲ ਮਸਲਾ ਉਹ ਨਹੀਂ ਹੈ ਜੋ ਇਸ ਮਿੰਨੀ ਕਹਾਣੀ ਉਡੀਕ ਵਿੱਚ ਦਿਖਾਇਆ ਗਿਆ।
ਅਸਲ ਮਸਲਾ ਇਸ ਦਿਖਾਈ ਦਿੰਦੇ ਜਾਂ ਮਨਪ੍ਰੀਤ ਜੀ ਦੁਆਰਾ ਦਿਖਾਏ ਗਏ ਕਥਾ ਬਿੰਬਾਂ ਦੇ ਪਿੱਛੇ ਪਿਆ। ਅਸਲ ਮਸਲਾ ਮਾਨਵੀ ਅਵਚੇਤਨ ਦੀ ਘਾੜਤ ਦਾ ਹੈ। ਸਮਾਜ ਸੱਭਿਆਚਾਰਕ ਵਰਤਾਰੇ ਮਨੁੱਖ ਦੀ ਘਾੜਤ ਕਿਵੇਂ ਕਰਦੇ ਹਨ? ਉਹ ਕਿਵੇਂ ਲਿੰਗਕ ਅਸਮਾਨਤਾ ਸਿਰਜਦੇ ਹਨ ਜੋ ਅਵਚੇਤਨ ਦੀ ਪੱਧਰ ਉੱਪਰ ਕਾਰਜਸ਼ੀਲ ਹੁੰਦੀ ਹੈ? ਫਿਰ ਉਹ ਕਿਵੇਂ ਇੱਕ ਮਨੁੱਖ ਨੂੰ ਮਰਦ ਤੇ ਦੂਜੇ ਮਨੁੱਖ ਨੂੰ ਔਰਤ ਬਣਾਉਂਦੇ ਹਨ? ਮਰਦ ਨੂੰ ਹਰੇਕ ਸਮਾਜਿਕ ਸੱਭਿਆਚਾਰਕ ਮਾਨਤਾਵਾਂ, ਨੈਤਿਕਤਾਵਾਂ, ਮਰਿਆਦਾਵਾਂ ਦਾ ਭੰਜਨ ਕਰਨ ਦੀ ਖੁੱਲ੍ਹ ਹੁੰਦੀ ਹੈ ਤੇ ਔਰਤ ਨੂੰ ਇਹਨਾਂ ਸੰਕਲਪਾਂ ਤੇ ਇਹਨਾਂ ਨਾਲ ਜੁੜੀਆਂ ਵਿਹਾਰਕਤਾਵਾਂ ਨੂੰ ਸੰਜੋ ਕੇ ਰੱਖਣਾ ਸਿਖਾਇਆ ਜਾਂਦਾ। ਇਹੀ ਇਸ ਕਹਾਣੀ ਵਿੱਚ ਹੋਇਆ। ਆਦਰਸ਼ਕ ਨਾਰੀ ਪਾਤਰ ਦੀ ਸਿਰਜਣਾ ਕੀਤੀ ਗਈ ਹੈ, ਅਜਿਹੀ ਪਾਤਰ ਜੋ ਨਾ ਭੰਜਨ ਕਰ ਸਕਦੀ ਹੈ ਤੇ ਨਾ ਹੀ ਸੰਘਰਸ਼ ਦੀ ਚੋਣ ਉਹ ਪਹਿਲੇ ਪੈਰੇ ਦੇ ਅੰਤਲੇ ਵਾਕ ਵਿੱਚ ਬਿਨਾਂ ਸੰਘਰਸ਼ ਕੀਤਿਆਂ ਹੀ ਰੱਦ ਕਰ ਦਿੰਦੀ ਹੈ। ਜਦੋਂ ਉਹ ਕਹਿੰਦੀ ਹੈ ਕਿ ਮਾਂ-ਬਾਪ ਨੇ ਤਾਂ ਮੰਨਣਾ ਹੀ, ਇਹਦਾ ਮਤਲਬ ਉਹ ਸੰਘਰਸ਼ ਤੋਂ ਪਹਿਲਾਂ ਹੀ ਭੱਜ ਚੁੱਕੀ ਹੈ। ਜੋ ਉਸ ਦੀ ਕਮਜ਼ੋਰੀ ਬਣਦਾ ਹੈ, ਇਹੀ ਕਮਜ਼ੋਰੀ ਉਸਦੇ ਘਰ ਮੁੜਨ ਦੇ ਫੈਸਲੇ ਵਿੱਚ ਦਿਖਾਈ ਦਿੰਦੀ ਹੈ। ਉਸਦਾ ਇਹ ਫੈਸਲਾ ਉਸਨੂੰ ਆਦਰਸ਼ਕ ਪਾਤਰ ਦੇ ਰੂਪ ਵਿੱਚ ਤਾਂ ਸਥਾਪਿਤ ਕਰਦਾ ਹੈ, ਪਰ ਔਰਤ ਦੀ ਸਥਿਤੀ ਦੇ ਪ੍ਰਸੰਗ ਵਿੱਚ ਸੰਘਰਸ਼ ਦੀ ਪ੍ਰਵਿਰਤੀ ਉੱਪਰ ਪ੍ਰਸ਼ਨ ਚਿੰਨ੍ਹ ਬਣ ਜਾਂਦਾ ਹੈ। ਸਮਾਜਿਕ ਪਰਿਸਥਿਤੀਆਂ ਵਿੱਚ ਤਬਦੀਲੀ ਦੀ ਕੋਈ ਸੇਧ ਜੋ ਸਾਹਿਤ ਦਾ ਮੂਲ ਪ੍ਰਯੋਜਨ ਹੈ, ਉਹ ਗੈਰ ਹਾਜ਼ਰ ਹੈ। ਉਚੇਰੇ ਮਾਨਵੀ ਆਦਰਸ਼ਾਂ ਦੀ ਸਥਾਪਤੀ ਲਈ ਪਰੰਪਰਿਕ ਆਦਰਸ਼ਾਂ ਦਾ ਭੰਜਨ ਜਾਂ ਉਹਨਾਂ ਦੀ ਪ੍ਰਕਿਰਤੀ ਵਿੱਚ ਬਦਲਾਅ ਇਹ ਲਾਜ਼ਮੀ ਹੈ। ਇਸ ਕਿਸਮ ਦੀ ਗੱਲ ਸਾਨੂੰ ਜ਼ਰੂਰ ਸਾਡੀਆਂ ਸਾਹਿਤਕ ਕਿਰਤਾਂ ਦੇ ਵਿੱਚੋਂ ਮਿਲਣੀ ਚਾਹੀਦੀ ਆ। ਅਜਿਹੀ ਸੇਧ ਚਾਹੇ ਉਹ ਇਹਨਾਂ ਸਥਿਤੀਆਂ ਨੂੰ ਬਦਲਣ ਵਾਸਤੇ ਹੋਵੇ ਤੇ ਜਾਂ ਬਦਲਣ ਵੱਲ ਤੋਰਨ ਵਾਲੀ। ਸੋ ਉਸ ਵਕਤ ਤੋਂ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਜਿਹੜੀ ਪਾਤਰ ਹੈ ਅਰਚਨਾ, ਉਹ ਚੁੱਪ ਚਪੀਤੀ ਘਰ ਆ ਜਾਂਦੀ ਆ। ਘਰ ਆ ਕੇ ਵੀ ਉਹ ਘਰ ਆਉਣ ਦੇ ਉਸ ਸਾਰੇ ਪ੍ਰਸੰਗ ਦੇ ਵਿੱਚ ਕੋਈ ਇਸ ਕਿਸਮ ਦਾ ਤਨਸੋ ਜਾਂ ਸੁਝਾਅ ਸਾਨੂੰ ਨਹੀਂ ਮਿਲਦਾ ਕਿ ਉਹ ਆਪਣੇ ਉਸ ਪਹਿਲੇ ਫੈਸਲੇ, ਆਪਣੇ ਪ੍ਰੇਮੀ ਨਾਲ ਨੂੰ ਮਿਲਣ ਵਾਲੇ ਫੈਸਲੇ ਜਾਂ ਉਹਦੇ ਨਾਲ ਰਹਿਣ ਵਾਲੇ ਫੈਸਲੇ ਦੇ ਬਾਰੇ ਜੋ ਕੀ ਕਰੂ। ਸੋ ਨਿਰੋਲ ਰੂਪ ਦੇ ਵਿੱਚ ਉਹ ਜਿਹੋ ਜਿਹੀ ਘਾੜਤ ਸਾਡਾ ਸਮਾਜ ਔਰਤ ਦੀ ਕਰਦਾ, ਉਸ ਘਾੜਤ ਦੀ ਬਿੰਬਕਾਰੀ ਹੀ ਅਰਚਨਾ ਦੇ ਰੂਪ ਦੇ ਵਿੱਚ ਇਸ ਕਹਾਣੀ ਦੇ ਵਿੱਚ ਹੋਈ ਸਾਨੂੰ ਮਿਲਦੀ ਹੈ। ਮੇਰੀ ਅਧਿਐਨ ਅਧੀਨ ਆਖਰੀ ਮਿੰਨੀ ਕਹਾਣੀ ਜਿਹੜੀ ਆ ਉਹ ਕੁਲਵਿੰਦਰ ਕੌਸ਼ਲ ਹੋਰਾਂ ਦੀ ਰਚਨਾ ਠੱਕ 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 ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਠੱਕ ਠੱਕ ਨਾ ਕਿਸੇ ਖੁੰਡੀ ਦੀ ਠੱਕ ਠੱਕ ਹੈ ਤੇ ਨਾ ਕਿਸੇ ਸੋਟੀ। ਇਹ ਖਰੌੜੀਆਂ ਦੀ ਠੱਕ ਠੱਕ ਵੀ ਜ਼ਾਹਿਰਾ ਰੂਪ 'ਚ ਨਹੀਂ। ਇਹ ਸਾਰੀਆਂ ਨਿਸ਼ਾਨੀਆਂ ਬੰਦੇ ਦੇ ਸਰੀਰਕ ਰੂਪ ਵਿੱਚ ਲੰਗੜੇ ਹੋਣ ਦੀਆਂ ਨਿਸ਼ਾਨੀਆਂ ਹਨ। ਪਰ ਕੀ ਬੰਦਾ ਸਿਰਫ ਸਰੀਰਕ ਰੂਪ ਵਿੱਚ ਹੀ ਲੰਗੜਾ ਹੁੰਦਾ? ਮੈਂ ਇਸ ਰਚਨਾ ਨੂੰ ਇਸ ਜ਼ਾਵੀਏ ਤੋਂ ਸਮਝਣ ਦਾ ਯਤਨ ਕੀਤਾ। ਇਹ ਬੰਦੇ ਦੀ ਲੰਗੜੀ ਹੋ ਗਈ ਮਾਨਸਿਕਤਾ ਦੀ ਕਥਾਕਾਰੀ ਹੈ। ਬੰਦੇ ਦੇ ਦੋ ਆਪੇ ਹੁੰਦੇ ਹਨ, ਇੱਕ ਵਿਚਾਰਧਾਰਕ ਆਪਾ ਤੇ ਦੂਸਰਾ ਵਿਹਾਰਕ ਆਪਾ। ਇਸ ਮਿੰਨੀ ਕਹਾਣੀ ਵਿੱਚ ਕੁਲਵਿੰਦਰ ਕੌਸ਼ਲ ਨੇ ਇਹਨਾਂ ਦੋਹਾਂ ਆਪਿਆਂ ਵਿੱਚ ਦਵੰਦ ਸਿਰਜਿਆ। ਇਸ ਦਵੰਦ ਨੂੰ ਉਸਨੇ ਵਿਹਾਰਕ ਆਪੇ ਦੀ ਸਥਿਤੀ ਵਿੱਚ ਖੜ ਕੇ ਉਲੀਕਿਆ ਹੈ। ਵਿਚਾਰਧਾਰਕ ਆਪੇ ਦੀ ਸ਼ਕਤੀ ਇਸ ਗੱਲ ਵਿੱਚ ਹੈ ਕਿ ਉਹ ਵਿਹਾਰਕ ਆਪਾ ਉਸ ਨੂੰ ਅਣਦੇਖਾ ਤਾਂ ਕਰ ਸਕਦਾ ਹੈ ਪਰ ਨਕਾਰ ਨਹੀਂ ਪਾਉਂਦਾ। ਦਬਾਉਂਦਾ ਤਾਂ ਹੈ ਪਰ ਖਤਮ ਨਹੀਂ ਕਰ ਪਾਉਂਦਾ। ਕਰੋਨਾ ਵਾਇਰਸ ਕਾਰਨ ਪੈਦਾ ਹੋਈਆਂ ਗੰਭੀਰ ਤੇ ਸੰਕਟਕਾਲੀਨ ਪ੍ਰਸਥਿਤੀਆਂ ਕਾਰਨ ਵਿਹਾਰਕ ਆਪੇ ਨੂੰ ਭਰਮਪੂਰਨ ਤੇ ਮਸਨੂਈ ਯਥਾਰਥ ਦੀ ਦੁਨੀਆ ਵਿੱਚ ਭਟਕਾਈ ਰੱਖਣ ਵਾਲੇ ਵਰਤਾਰੇ ਕੁਦਰਤੀ ਕਹਿਰ ਕਾਰਨ ਪਿਛੋਕੜ ਵਿੱਚ ਚਲੇ ਗਏ। ਜੀਣ ਜੀਣ ਦਾ ਮਸਲਾ ਹੀ ਸਭ ਤੋਂ ਵੱਡਾ ਮਸਲਾ ਬਣ ਗਿਆ। ਕੁਦਰਤ ਤੇ ਸਮਸਤ ਕੁਦਰਤੀ ਜੀਵਾਂ ਨਾਲ ਸੰਭਾਵੀ ਰਿਸ਼ਤਾ ਹੀ ਜੈਵਿਕ ਸੱਭਿਅਤਾ ਦੇ ਵਿਨਾਸ਼ ਨੂੰ ਰੋਕ ਸਕਦਾ ਹੈ। ਅਖੌਤੀ ਵਿਕਾਸ ਮਾਡਲ ਵਿਨਾਸ਼ ਮਾਡਲ ਬਣ ਗਿਆ ਹੈ। ਅਜਿਹੀ ਬਾਹਰੀ ਭੱਜ ਦੌੜ ਭਰਮਪੂਰਨ ਵਿਚਾਰੀ ਪੂੰਜੀ ਕੇਂਦਰਿਤ ਸੰਵੇਦਨਾਹੀਨ ਜ਼ਿੰਦਗੀ ਦੇ ਵਰਤਾਰਿਆਂ ਦੀ ਤਾਲਾਬੰਦੀ ਨੇ ਬੰਦੇ ਦੇ ਵਿਚਾਰਧਾਰਕ ਆਪੇ ਵੱਲ ਮੁੜਨ ਦੇ ਦਰਵਾਜ਼ੇ ਨੂੰ ਤਾਲਾ ਮੁਕਤ ਕਰ ਦਿੱਤਾ। ਕੁਲਵਿੰਦਰ ਕੌਸ਼ਲ ਦੀ ਇਸ ਮਿੰਨੀ ਕਹਾਣੀ ਵਿੱਚ ਵਰਤੋਂ ਤੇ ਸੁੱਟੋ ਵਾਲੀ ਚਾਰਦੀਵਾਰੀ ਵਿੱਚ ਇੱਕ ਕੋਨੇ ਵਿੱਚ ਬੰਦ ਪਏ ਦਰਵਾਜ਼ੇ ਦੇ ਖੁੱਲ੍ਹਣ ਉੱਤੇ ਉਸ ਦਰਵਾਜ਼ੇ ਵਿੱਚੋਂ ਦੂਸਰੇ ਪਾਸੇ ਦੀ ਜ਼ਿੰਦਗੀ ਨੂੰ ਵੇਖਣ, ਸਮਝਣ, ਨਿਰਖਣ, ਪਰਖਣ ਦੀ ਕਨਸੋ ਮਿਲਦੀ ਹੈ। ਇਹ ਇਸ ਕਹਾਣੀ ਦੁਆਰਾ ਪਾਠਕ ਅੰਦਰ ਸੰਵਾਦ ਪੈਦਾ ਕਰਨ ਦੀ ਕੋਸ਼ਿਸ਼ ਹੈ। ਇਹ ਮੈਨੂੰ ਇਸ ਕਹਾਣੀ ਦਾ ਇੱਕ ਬੜਾ ਮਹੱਤਵਪੂਰਨ ਲੱਗਿਆ। ਔਰ ਦੂਸਰੀ ਗੱਲ ਜਿਹੜੀ ਕੁਲਰੀਆਂ ਸਾਹਿਬ ਨੇ ਕੀਤੀ ਸੀ ਕਿ ਮਿੰਨੀ ਕਹਾਣੀ ਦੇ ਵਿੱਚ ਕੁਲਵਿੰਦਰ ਕੌਸ਼ਲ ਜੀ ਬੰਦੇ ਦੀ ਮਾਨਸਿਕਤਾ ਨੂੰ ਪੜ੍ਹਨ ਦੀ ਜਿਹੜੀ ਕੋਸ਼ਿਸ਼ ਕਰਦੇ ਆ, ਉਹਨੂੰ ਚਿਤਰਨ ਦੀ ਕੋਸ਼ਿਸ਼ ਕਰਦੇ ਆ, ਉਹ ਵਾਕਿਆ ਹੀ ਇਸ ਕਥਾ ਦਾ ਇੱਕ ਬਲਵਾਨ ਪੱਖ ਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੀਆਂ ਕਹਾਣੀਆਂ ਵਿੱਚ ਕਹਾਣੀ ਵੀ ਹੈ ਤੇ ਕਹਾਣੀ ਪੁਣਾ, ਜਿਹੜੀ ਅਕਸਰ ਅੱਗੇ ਕਈ ਵਾਰੀ ਮਿੰਨੀ ਕਹਾਣੀਆਂ ਦੇ ਉੱਪਰ ਇਹ ਦੋਸ਼ ਲੱਗਦਾ ਹੁੰਦਾ ਕਿ ਮਿੰਨੀ ਕਹਾਣੀ ਨਹੀਂ ਬਣਦੀ।
ਪਰ ਮੈਨੂੰ ਇਹਨਾਂ ਕਹਾਣੀਆਂ ਨੂੰ ਪੜ੍ਹ ਕੇ ਇਸ ਗੱਲ ਦੀ ਖੁਸ਼ੀ ਹੋਈ ਕਿ ਇਹ ਮਿੰਨੀ ਕਹਾਣੀਆਂ ਬਣਦੀਆਂ ਨੇ, ਇਹਨਾਂ ਦੇ ਵਿੱਚ ਕਹਾਣੀਪਣ ਹੈਗਾ। ਇਹ ਮਿੰਨੀ ਕਹਾਣੀਆਂ ਆਪਣੇ ਆਪ ਨੂੰ ਵਾਰਤਕ ਨਾਲੋਂ ਨਿਖੇੜਨ ਵਿੱਚ ਕਾਮਯਾਬ ਹਨ। ਸੋ ਇਹਨਾਂ ਨੂੰ ਹੁਣ ਨਿਖੇੜਨ ਵਾਸਤੇ ਸਾਨੂੰ ਆਪਦੇ ਵੱਲੋਂ ਕੋਈ ਦਲੀਲਬਾਜ਼ੀ ਕਰਨ ਦੀ ਮੈਨੂੰ ਲੋੜ ਨਹੀਂ ਲੱਗਦੀ। ਇਹ ਆਪਣੇ ਆਪ ਦੇ ਵਿੱਚ ਹੀ ਖੁਦ ਵਾਰਤਕ ਨਾਲੋਂ ਵੱਖਰੀਆਂ ਖੜੀਆਂ ਦਿਖਾਈ ਦਿੰਦੀਆਂ ਨੇ। ਘੱਟੋ ਘੱਟ ਇਹਨਾਂ ਨੂੰ ਮਿੰਨੀ ਕਹਾਣੀ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਦਲੀਲਾਂ ਦੇਣ ਦੀ ਲੋੜ ਮੈਨੂੰ ਨਹੀਂ ਭਾਸਦੀ। ਇਸ ਲਈ ਸਾਰਿਆਂ ਨੂੰ ਮੁਬਾਰਕਾਂ। ਹੁਣ ਅਸੀਂ ਮਿੰਨੀ ਕਹਾਣੀਆਂ ਦੇ ਰੂਪ ਨੂੰ ਕਰਵਾਉਣ ਤੋਂ ਅਗਾਂਹ ਕਲਾ ਪੱਖ ਦੀਆਂ ਬਰੀਕੀਆਂ ਉੱਪਰ ਧਿਆਨ ਕੇਂਦਰਿਤ ਕਰਨ ਵੱਲ ਤੁਰ ਸਕਦੇ ਹਾਂ। ਇਹ ਇੱਕ ਬੜਾ ਸ਼ੁਭ ਸ਼ਗਨ ਹੈ ਇਹਨਾਂ ਸਾਰੀਆਂ ਕਹਾਣੀਆਂ ਦੇ ਪਾਠ ਤੋਂ ਮਗਰੋਂ ਮੈਨੂੰ ਲੱਗਿਆ। ਔਰ ਅੰਤ ਵਿੱਚ ਕਹਾਣੀਆਂ ਬਾਬਤ ਇੰਨੀਆਂ ਕੁ ਗੱਲਾਂ ਹੀ ਤੁਹਾਡੇ ਨਾਲ ਕਰ ਸਕਿਆ। ਜ਼ਿਆਦਾ ਹੋ ਗਈਆਂ ਹੋਣ ਤਾਂ ਮਾਫੀ ਚਾਹੂੰਗਾ, ਅਧੂਰੀਆਂ ਰਹਿ ਗਈਆਂ ਤਾਂ ਆਪਾਂ ਫੇਰ ਕਿਸੇ ਮੌਕੇ ਦੇ ਉੱਪਰ ਇਹਨਾਂ ਨੂੰ ਪੂਰੀਆਂ ਕਰ ਲਾਂਗੇ। ਢੁਕਵੀਆਂ ਲੱਗੀਆਂ ਜੇ ਤੁਹਾਨੂੰ ਸਾਰਿਆਂ ਨੂੰ ਤਾਂ ਉਸ ਦੇ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ। ਮੇਰੀਆਂ ਇੰਨੀਆਂ ਕੀ ਰਾਵਾਂ ਨੇ, ਇਹ ਕੋਈ ਸਥਾਪਤੀਆਂ ਨਹੀਂ ਆ। ਇਹਨਾਂ ਵਿੱਚ ਘਾਟੇ ਵਾਧੇ ਕਰਨ ਵਾਲਾ ਜਿਹੜਾ ਪੱਖ ਹੈ ਉਹ ਹਮੇਸ਼ਾ ਖੁੱਲ੍ਹਾ ਹੈ। ਸੋ ਅਸੀਂ ਇਹਨਾਂ ਦੇ ਵਿੱਚ ਘਾਟਾ ਵਾਧਾ ਕਰ ਸਕਦੇ ਹਾਂ। ਤੁਹਾਨੂੰ ਸਾਰਿਆਂ ਨੂੰ ਇਸ ਪ੍ਰੋਗਰਾਮ ਦੀਆਂ ਮੁਬਾਰਕਾਂ ਤੇ ਨਾਲੇ ਜਗਦੀਸ਼ ਕੁੱਲਰੀਆਂ ਹੋਰਾਂ ਦਾ, ਡਾਕਟਰ ਦੀਪਤੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਡਾਕਟਰ ਰਵਿੰਦਰ ਸੰਧੂ ਹੋਰਾਂ ਨੇ ਕੱਲੀ ਕੱਲੀ ਮਿਨੀ ਕਹਾਣੀ ਦੇ ਉੱਪਰ ਗੱਲਬਾਤ ਕੀਤੀ, ਬਰੀਕ ਮਤਲਬ ਜਿਹੜਾ ਐਨਾਲਿਸਿਸ ਕੀਤਾ ਹੈਗਾ, ਇਹਨਾਂ ਦਾ ਮੁਲਾਂਕਣ ਕੀਤਾ ਹੈਗਾ ਤੇ ਬਹੁਤ ਸਾਰੀਆਂ ਗੱਲਾਂ ਨਾਲ ਸਹਿਮਤੀ ਹੈਗੀ ਹੈ। ਡਾਕਟਰ ਸਾਹਿਬ ਨਾਲ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਕੀਤੀ। ਹੁਣ ਮੈਂ ਅਗਲੇ ਆਲੋਚਕ ਸਾਡੇ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਜੀ, ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਹੋਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਇਹਨਾਂ ਕਹਾਣੀਆਂ ਦੇ ਉੱਪਰ ਆਪਣੀ ਗੱਲਬਾਤ ਰੱਖਣ। ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਜੀ। ਰਵਿੰਦਰ ਸਿੰਘ ਸੰਧੂ ਹੋਰਾਂ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ, ਉਹਨਾਂ ਗੱਲਾਂ ਨਾਲ ਮੇਰੀ ਮੁਕੰਮਲ ਸਹਿਮਤੀ ਹੈ, ਕਿਉਂਕਿ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਇਹਨਾਂ ਕਹਾਣੀਆਂ ਦਾ ਅਧਿਐਨ ਕੀਤਾ। ਸਾਡੇ ਦੋਵਾਂ ਭਰਾਵਾਂ ਦੇ ਕੋਲ 5 ਕਹਾਣੀਆਂ ਪਹੁੰਚੀਆਂ ਸੀ, ਜਿਵੇਂ ਉਹਨਾਂ ਨੇ ਸ਼ੰਕੇ ਜਿਵੇਂ ਦੇ ਜ਼ਾਹਰ ਕੀਤੇ, ਮੇਰੇ ਕੋਲੇ ਵੀ ਉਵੇਂ ਦੀਆਂ ਕੁਝ ਗੱਲਾਂ ਹਨ। ਰੂਪ ਤੇ ਵਸਤੂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਗੱਲਾਂ ਸੰਧੂ ਸਾਹਿਬ ਨੇ ਸੰਕੇਤਕ ਰੂਪ ਦੇ ਵਿੱਚ ਕੀਤੀਆਂ, ਕਿਉਂਕਿ ਕੋਈ ਵੀ ਵਸਤੂ ਹੈ ਜਿਹੜੀ ਉਹ ਰੂਪ ਨੂੰ ਆਪਣੇ ਆਪ ਸਿਰਜ ਲੈਂਦੀ ਹੈ। ਤੇ ਦੂਸਰਾ, ਜਿਹੜੀ ਇਤਿਹਾਸਕਤਾ ਹੈ ਉਹ ਆਪਣੇ ਆਪ ਦੇ ਵਿੱਚ ਸਰੋਕਾਰ ਜਿਸ ਤਰ੍ਹਾਂ ਦੀ ਪੈਦਾ ਕਰਦੀ ਹੈ, ਉਹ ਸਰੋਕਾਰ ਉਵੇਂ ਉਵੇਂ ਕਿਤੇ ਨਾ ਕਿਤੇ ਰੂਪ ਸਿਰਜਦੇ ਰਹਿੰਦੇ ਨੇ। ਸਾਡੀ ਜਿਹੜੀ ਮੇਨ ਗੱਲ ਹੈਗੀ ਹੈ, ਭਾਵੇਂ ਮਿੰਨੀ ਕਹਾਣੀ ਹੈ, ਭਾਵੇਂ ਕਹਾਣੀ ਹੈ, ਭਾਵੇਂ ਨਾਵਲ ਹੈ, ਭਾਵੇਂ ਕਵਿਤਾ ਹੈ, ਜਦੋਂ ਦੇ ਵਿੱਚ ਅਸੰਭਵ ਦੀ ਪੇਸ਼ਕਾਰੀ ਹੁੰਦੀ ਹੈ ਉਦੋਂ ਪਾਠਕ ਡਿਸਟਰਬ ਹੁੰਦਾ। ਤੇ ਮੈਂ ਸਮਝਦਾ ਕਿ ਜਿੰਨਾ ਚਿਰ ਪਾਠਕ ਦੀ ਸੁਰਤ, ਪਾਠਕ ਦੀ ਸੰਵੇਦਨਾ ਜ਼ਖਮੀ ਨਹੀਂ ਹੁੰਦੀ, ਜਿਹਨੂੰ ਗੁਰਬਚਨ ਕਹਿੰਦਾ, ਉਹਨਾਂ ਸਮਾਂ ਕਿਤੇ ਨਾ ਕਿਤੇ ਜਿਹੜੀਆਂ ਸਮੱਸਿਆਵਾਂ ਨੇ ਚਲਦੀਆਂ ਰਹਿੰਦੀਆਂ ਨੇ, ਦੁਹਰਾ ਹੁੰਦਾ ਰਹਿੰਦਾ। ਇਹਨਾਂ ਕਹਾਣੀਆਂ ਦੇ ਵਿੱਚ ਬਹੁਤ ਕੁਝ ਨਵਾਂ ਸੀ, ਉਸ ਨਵੇਂ ਬਾਰੇ ਗੱਲਾਂ ਕਰਨੀਆਂ ਨੇ ਅਸੀਂ ਅੱਜ। ਕਿਉਂਕਿ ਦੀਪਤੀ ਹੋਰਾਂ ਦੀ ਪਹਿਲੀ ਕਹਾਣੀ ਜਦੋਂ ਦੀਪਤੀ ਹੋਰਾਂ ਨੇ ਪੜ੍ਹੀ, ਉਹਨਾਂ ਦੀ ਕਹਾਣੀਆਂ ਬਾਰੇ ਪਿਛਲੇ ਦਿਨੀ ਮੈਂ 10-15 ਪੰਨਿਆਂ ਦਾ ਇੱਕ ਪੇਪਰ ਵੀ ਵਿਸ਼ੇਸ਼ ਤੌਰ ਤੇ ਲਿਖ ਕੇ ਹਟਿਆ ਟੈਕਨੀਕ ਦੇ ਪੱਖ ਤੋਂ। ਪਿਛਲੇ ਦਿਨੀ ਜਿਹਨੂੰ ਮੋਨਕਾ ਕੁਮਾਰ ਤੇ ਨੀਤੂ ਅਰੋੜਾ ਨੇ ਚਿੱਤ, ਚੇਤਾ, ਚਿੰਤਨ, ਚੇਤਨਾ ਦੇ ਤੌਰ ਤੇ ਜਿਹੜੀ ਗੱਲ ਫੜੀ, ਡਾਕਟਰ ਦੀਪਤੀ ਉਹਨਾਂ ਗੱਲਾਂ ਨੂੰ ਲੱਭਣ ਦੇ ਯਤਨ ਕਰਦੇ ਆ, ਕਿਉਂਕਿ ਮਾਨਸਿਕ ਗੁੰਝਲਾਂ ਨੂੰ ਫੜਨਾ ਕਾਫੀ ਔਖਾ ਹੁੰਦਾ ਹੈ। ਇਹ ਗੱਲਾਂ ਭਾਵੇਂ ਕੌਸ਼ਲ ਦੇ ਸੰਦਰਭ ਦੇ ਵਿੱਚ ਕਰੀ ਜਾਵੇ, ਭਾਵੇਂ ਖੇਮਕਰਨ ਦੇ ਸੰਦਰਭ ਦੇ ਵਿੱਚ ਕਰੀ ਜਾਵੇ, ਭਾਵੇਂ ਦੀਪਤੀ ਦੇ ਸੰਦਰਭ ਦੇ ਵਿੱਚ ਕਰੀ ਜਾਵੇ। ਪਰ ਜਿਹੜੀ ਇੱਕ ਸਮੱਸਿਆ ਮੈਨੂੰ ਲੱਗਦੀ ਹੈ ਕਿ ਮੈਂ ਦੀਪਤੀ ਹੋਰਾਂ ਦੀਆਂ ਮੁਕੰਮਲ ਕਹਾਣੀਆਂ ਪੜ੍ਹਨ ਦੀ ਕੋਸ਼ਿਸ਼ ਕਰੀ ਕਿ ਜਦੋਂ ਅਸੀਂ ਇੱਕ ਵਿਸ਼ੇ ਦੀ ਲਗਾਤਾਰਤਾ ਦੇ ਵਿੱਚ ਗੱਲਾਂ ਕਰਦੇ ਹਾਂ, ਖਾਸ ਕਰ ਸਕ੍ਰਿਪਟਡ ਗੱਲਾਂ ਬਣ ਜਾਂਦੀਆਂ ਨੇ ਉਹ। ਇਸ ਤੋਂ ਬਚਣ ਦੀ ਬਹੁਤ ਜ਼ਰੂਰਤ ਹੈ। ਇੱਕ ਖਤਰਨਾਕ ਵਰਤਾਰਾ ਹੈ ਕਿਤੇ ਅਸੀਂ ਇਹਨੂੰ ਫੈਸ਼ਨ ਦੇ ਤੌਰ ਤੇ ਨਾ ਅਪਣਾ ਲਈਏ, ਕਿਉਂਕਿ ਅੱਜ 5 ਕਹਾਣੀਆਂ ਪੜ੍ਹੀਆਂ ਗਈਆਂ, 5 ਕਹਾਣੀਆਂ ਵਿੱਚੋਂ 4 ਕਹਾਣੀਆਂ ਇੱਕੋ ਹੀ ਬੇਸ ਦੇ ਉੱਤੇ ਆਧਾਰਿਤ ਸੀ ਤੇ ਦਿਸ਼ਾਵਾਂ, ਦ੍ਰਿਸ਼ਟੀਆਂ, ਵਿਚਾਰਧਾਰਾਵਾਂ ਵੱਖਰੀਆਂ ਵੱਖਰੀਆਂ ਸੀ। ਪਹਿਲ ਕਹਾਣੀ ਬਾਰੇ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਪਹਿਲ ਕਹਾਣੀ ਜਿੱਥੋਂ ਸ਼ੁਰੂ ਹੁੰਦੀ ਹੈ, ਉੱਥੇ ਲੱਗਦਾ ਕਿ
ਉਸ ਔਰਤ ਨੇ ਸਮਾਜ ਦੇ ਵਿਰੋਧ ਦੇ ਵਿੱਚ ਕੋਈ ਪਹਿਲ ਕਰਕੇ ਗਲਤੀ ਕੀਤੀ ਹੈ, ਪਹਿਲੇ ਵਕਤ ਤੋਂ ਐਵੇਂ ਲੱਗਦਾ। ਇਸ ਕਹਾਣੀ ਦੀ ਔਰਤ ਬਹੁਤ ਪਾਵਰਫੁਲ ਹੈ, ਸ਼ਕਤੀਸ਼ਾਲੀ ਹੈ, ਪਤੀਵਾਰਾ ਔਰਤ ਹੈ, ਧੀਆਂ ਵਿਆਹੀਆਂ ਹੋਈਆਂ ਨੇ, ਉਹ ਪਿਛਲਾ ਯਾਦ ਕਰਦੀ ਹੈ। ਕਿਉਂਕਿ ਜਦੋਂ ਰਿਸ਼ਤੇਦਾਰਾਂ ਨੇ ਕਿਹਾ ਕਿ ਤੂੰ ਤੀਜਾ ਚਾਂਸ ਲੈ ਲੈ, ਖਬਰ ਹੈ ਮੁੰਡਾ ਹੋ ਜੇ, ਪਰ ਉਹ ਜਿੱਦ ਤੇ ਅੜੀ ਰਹੀ ਹੈ। ਉਸ ਕੋਲ ਇੱਕ ਤਰਕ ਹੈ, ਉਸ ਕੋਲ ਇੱਕ ਦਲੀਲ ਹੈ, ਤੇ ਆਪਣੇ ਪਤੀ ਨੂੰ ਵੀ ਇਸ ਲਈ ਮਨਾ ਲੈਂਦੀ ਆ ਉਹ। ਔਰ ਉਹਦੇ ਅੰਦਰ ਉਲਝਣਾ ਬਹੁਤ ਨੇ, ਜਿਵੇਂ ਡਾਕਟਰ ਸੰਧੂ ਹੋਰਾਂ ਨੇ ਕਹੀਆਂ ਨੇ। ਇਸੇ ਸਮੇਂ ਉਸ ਕੋਲ ਬੇਟੀ ਤੇ ਜਵਾਈ ਆਉਂਦੇ ਆ, ਬੇਟੀ ਉਸਦਾ ਅਟੈਂਚੀ ਪੈਕ ਕਰ ਰਹੀ ਹੈ। ਇੱਥੇ ਵਾਰਤਾਲਾਪ ਤੁਰਦਾ ਜਿਹੜਾ ਕਹਾਣੀ ਨੂੰ ਖੋਲੇਗਾ। ਇੱਕ ਪਾਵਰ ਹੈ ਕਹਾਣੀ ਦੀ, ਜਿਹੜਾ ਇਸ ਗੁੰਝਲ ਨੂੰ ਕੰਪਲੀਟ ਖੋਲੇਗਾ। ਇੱਥੇ ਦੋ ਪੀੜ੍ਹੀਆਂ ਹਾਜ਼ਰ ਨੇ, ਇੱਕ ਜਵਾਈ ਵਾਲੀ ਧਿਰ ਹੈ ਜਾਂ ਬੇਟੀ ਵਾਲੀ ਧਿਰ ਹੈ, ਇੱਕ ਖੁਦ ਹੈ, ਇੱਕ ਉਹ ਧਿਰ ਜਿਹੜੀ ਗੈਰ ਹਾਜ਼ਰ ਹੈ, ਜਿਹੜੀ ਇਸ ਤੋਂ ਪਿਛਲੀ ਰਹਿ ਗਈ। ਇੱਥੇ ਜਵਾਈ ਬੇਟੇ ਦੀ ਥਾਂ ਲੈ ਰਿਹਾ ਹੈ। ਇਹ ਜਿਹਨੂੰ ਅਸੀਂ ਸਮਾਜ ਸੱਭਿਆਚਾਰਕ ਤੌਰ ਤੇ ਇੱਕ ਪਰਿਵਰਤਨ ਕਹਿੰਦੇ ਆ, ਇੱਕ ਪਰਿਵਰਤਨ ਦੀ ਆਸ ਹੈ ਜਿਹੜੀ ਇੱਥੇ ਆ ਕੇ ਉਹ ਵੱਜਦੀ ਹੈ। ਉਹ ਜਵਾਈ ਦੀ ਗੱਲ ਜ਼ਮਾਨੇ ਦੀਆਂ ਗੱਲਾਂ ਨੂੰ ਸਾਹਮਣੇ ਰੱਖ ਕੇ ਟਲਦੀ ਹੈ। ਇੱਥੇ ਜਿਹੜੀ ਔਰਤ ਹੈ, ਮੇਨ ਪਾਤਰ ਜਿਹੜੀ ਔਰਤ ਹੈ, ਉਹ ਕਿਤੇ ਨਾ ਕਿਤੇ ਫੇਰ ਇੱਕ ਉਲਝਣ ਦੇ ਵਿੱਚ ਹੈ। ਜਿਹੜੀ ਉਹਨੇ ਪਹਿਲ ਪਹਿਲਾਂ ਕਰੀ ਹੈ, ਉਹ ਪਹਿਲ ਤੇ ਵੀ ਇੱਕ ਤਰੀਕੇ ਨਾਲ ਸਵਾਲ ਖੜੇ ਹੁੰਦੇ ਨੇ। ਤੇ ਬੇਟੀ ਗਾਂ ਦੀ ਧਿਰ ਹੈ ਜਿਹੜੀ ਕਹਿੰਦੀ ਹੈ ਕਿ ਮੰਮਾ ਕਮਾਲ ਹੈ, ਪਹਿਲਾਂ ਤੁਸੀਂ ਜ਼ਮਾਨੇ ਦੀ ਪਰਵਾਹ ਕੀਤੀ ਹੈ ਕਦੇ? ਮਾਂ ਸਮੇਂ ਦੀ ਗੱਲ ਤੋਰਦੀ ਹੈ ਉਹਦੇ ਨਾਲ ਵੀ ਇਹ ਸਮੇਂ ਦੀ ਗੱਲ ਹੈਗੀ। ਬੇਟੀ ਮੰਨਦੀ ਨਹੀਂ, ਆਪਣੀ ਦਲੀਲ ਦਿੰਦੀ ਹੈ, ਮਾਂ ਮੰਨ ਜਾਂਦੀ ਹੈ। ਪਰ ਉੱਥੇ ਜਾ ਕੇ ਕਿਤੇ ਨਾ ਕਿਤੇ ਜਿਹੜਾ ਮੈਟਾਫਰ ਦੀਪਤੀ ਰਿਸਰਚਦੇ ਨੇ, ਉਹ ਡੂੰਘੇ ਹੌਂਕੇ ਦਾ, ਉਹ ਡੂੰਘਾ ਹੌਂਕਾ ਲੈਂਦੀ ਹੈ। ਇਹਦਾ ਮਤਲਬ ਉਹ ਇੱਛਾ ਦੇ ਨਾਲ ਜਾਣਾ ਨਹੀਂ ਚਾਹੁੰਦੀ। ਇੱਕ ਫਸੀ ਹੋਈ ਇੱਕ ਦੁਬਧਾ ਦੇ ਵਿੱਚ ਉਹ ਕਿਤੇ ਨਾ ਕਿਤੇ ਉਹਦੇ ਨਾਲ ਤੁਰਦੀ ਹੈ। ਹੁਣ ਇੱਥੇ ਜਿਹੜੀ ਖੂਬਸੂਰਤ ਗੱਲ ਇਹ ਵਾਪਰੀ ਮਿੰਨੀ ਕਹਾਣੀ ਦੇ ਵਿੱਚ, ਖਾਸ ਕਰ ਇਹ ਅਕਸਰ ਬਹੁਤ ਘੱਟ ਥਾਵਾਂ ਤੇ ਵਾਪਰਦਾ ਹੈ, ਲੰਮੀ ਕਹਾਣੀ ਦੇ ਵਿੱਚ ਅਕਸਰ ਵਾਪਰਦਾ ਰਹਿੰਦਾ ਕਿ ਇੱਥੇ ਪਹਿਲ ਦੇ ਅਰਥ ਬਦਲਦੇ ਆ। ਉਹ ਪਹਿਲ ਨਹੀਂ ਰਹਿੰਦੀ, ਕਿਉਂਕਿ ਪਹਿਲ ਦੇ ਦੋਹਰੇ ਅਰਥ ਸਾਡੇ ਸਾਹਮਣੇ ਆਉਂਦੇ ਨੇ। ਪਹਿਲੀ ਪਹਿਲ ਹੈਗੀ ਆ ਉਸ ਔਰਤ ਦੀ ਜਿਹੜੀ ਦੀਪਤੀ ਹੋਰਾਂ ਨੇ ਸਿਰਜੀ ਹੈ। ਜਿਹੜੀ ਆਖਰੀ ਪਹਿਲ ਹੈ ਉਹ ਬੇਟੀ ਦੀ ਪਹਿਲ ਹੈ। ਇੱਕ ਪੀੜ੍ਹੀ ਦੂਸਰੀ ਪੀੜ੍ਹੀ ਨੂੰ ਇੱਕ ਨਵੇਂ ਪਰਿਵਰਤਨ ਦੇ ਵਿੱਚ ਲੈ ਕੇ ਜਾ ਰਹੀ ਹੈ, ਜਿੱਥੇ ਕਿਤੇ ਨਾ ਕਿਤੇ ਸਾਨੂੰ ਗਾਰਗੀ ਹੋਰ ਯਾਦ ਆਉਂਦੇ ਨੇ। ਜਿਹੜੀ ਕੰਮ ਪਹਿਲੀ ਪੀੜ੍ਹੀ ਨਹੀਂ ਕਰ ਸਕਦੀ, ਉਹ ਦੂਸਰੀ ਪੀੜ੍ਹੀ ਕਿਤੇ ਨਾ ਕਿਤੇ ਗੱਲ ਕਰਦੀ। ਤਾਂ ਕਰਕੇ ਕਹਾਣੀ ਹੁਣ ਦੇ ਦੌਰ ਦੇ ਵਿੱਚ ਇੱਕ ਨਵੀਂ ਦਿਸ਼ਾ ਜਾਂ ਨਵੀਂ ਦਿਸ਼ਾ ਵੱਲ ਪੁੱਟਿਆ ਗਿਆ ਕਦਮ ਹੈ। ਦੂਸਰੀ ਕਹਾਣੀ ਮੇਰੇ ਕੋਲੇ ਮਨਪ੍ਰੀਤ ਕੌਰ ਭਾਟੀਆ ਹੋਰਾਂ ਦੀ ਆ। ਉਸ ਕਹਾਣੀ ਬਾਰੇ ਆਪਣੇ ਤਰੀਕੇ ਨਾਲ ਗੱਲ ਕਰੀ ਹੈ। ਮੇਰੀ ਗੱਲ ਬਿਲਕੁਲ ਹੋਰ ਤਰ੍ਹਾਂ ਦੀ ਉਸ ਕਹਾਣੀ ਦੇ ਬਾਰੇ। ਉਹਦੇ ਬਹੁਤ ਸਾਰੇ ਕਾਰਨ ਨੇ। ਮੈਨੂੰ ਲੱਗਦਾ ਹੁੰਦਾ ਕਿ ਪਿਤਰਕੀ ਅੰਦਰ ਬਹੁਤ ਸਾਰੇ ਪਸਾਰ ਨੇ। ਜਿੰਨਾ ਚਿਰ ਅਸੀਂ ਪਿਤਰਕੀ ਦੀ ਪੂਰੀ ਡਿਮੈਂਸ਼ਨਸ ਨੂੰ ਨਹੀਂ ਸਮਝਦੇ, ਖਾਸ ਕਰ ਔਰਤ ਸਿਰਜਕਾਂ, ਉਹਨਾਂ ਚਿਰ ਅਸੀਂ ਕਿਤੇ ਨਾ ਕਿਤੇ ਭਾਵੁਕਤਾਵਸ ਜਾਂ ਕਿਵੇਂ ਵੀ ਪਿਤਰਕੀ ਦੇ ਅਚੇਤ ਸੁਚੇਤ ਪੱਖ ਦੇ ਵਿੱਚ ਭੁਗਤਦੇ ਰਹਾਂਗੇ। ਉਹਦੇ ਬਹੁਤ ਸਾਰੇ ਕਾਰਨ ਨੇ, ਕਿਉਂਕਿ ਜੇ ਅਸੀਂ ਇਹ ਗੱਲ ਨੂੰ ਸਮਝਣਾ, ਖਾਸ ਕਰ ਮੈਡਮ ਭਾਟੀਆ ਔਰ ਜਾਂ ਅਸੀਂ ਸਾਰੇ ਸਮਝਣਾ ਹੈ, ਤਾਂ ਸਾਨੂੰ ਕਿਤੇ ਨਾ ਕਿਤੇ ਫੂਕੋ ਦੇ ਸਿਧਾਂਤ ਨੂੰ ਜੇ ਅਸੀਂ ਪੜ੍ਹਾਂਗੇ ਤਾਂ ਉੱਥੋਂ ਸਾਨੂੰ ਕਿਤੇ ਨਾ ਕਿਤੇ ਕਾਫੀ ਕੁਝ ਇਹਦੇ ਬਾਰੇ ਸਮਝ ਆਵੇਗਾ। ਕਿਉਂਕਿ ਭਾਟੀਆ ਮੈਡਮ ਅੰਦਰੋਂ ਤਾਂ ਚਾਹੁੰਦੀ ਹੈ ਕਿ ਉਹਦੀ ਪਾਤਰ ਗਾਰਗੀ ਦੇ ਲੋਹਾ ਕੁੱਟ ਦੀ ਬੈਣੋ ਬਣੇ, ਪਰ ਉਹਦੇ ਸਾਹਮਣੇ ਸਮਾਜ ਹੈ। ਉਹ ਸਮਾਜ ਦੀਆਂ ਬੰਧਨਾਂ ਨੂੰ ਨਹੀਂ ਤੋੜਦੀ, ਜਿਵੇਂ ਸੰਧੂ ਸਾਹਿਬ ਨੇ ਕਿਹਾ। ਇਹ ਪਾਤਰ ਉਸਦੀ ਕਮਜ਼ੋਰੀ ਨਹੀਂ, ਇਹ ਪਾਤਰ ਦੀ ਕਮਜ਼ੋਰੀ ਨਹੀਂ, ਉਹਦੇ ਘਰ ਦੇ ਪ੍ਰਤੀ ਲਗਾਓ ਹੈ ਜਿਹੜਾ ਸਾਡੀ ਸੁਸਾਇਟੀ ਨੇ, ਸਾਡੀ ਪਿਤਰਕੀ ਨੇ ਪੈਦਾ ਕੀਤਾ ਹੋਇਆ। ਤੇ ਕਵਿਤਾ ਦੇ ਵਿੱਚ, ਲੰਮੀ ਕਹਾਣੀ ਦੇ ਵਿੱਚ ਇਹ ਟੁੱਟ ਰਿਹਾ। ਭਾਵੇਂ ਇਹ ਕਹਾਣੀ ਦੀਪਤੀ ਦੇ ਮੁਕਾਬਲੇ, ਜਾਂ ਦੀਪਤੀ ਦੀ ਜਿਹੜੀ ਕਹਾਣੀ ਹੈ ਉਹਦੀ ਪਾਤਰ ਇਸ ਕਹਾਣੀ ਦੇ ਮੁਕਾਬਲੇ ਸਟਰੋਂਗ ਹੈ। ਇਹ ਪਾਤਰ ਬੜੀ ਕਮਜ਼ੋਰ ਹੈ। ਮੈਂ ਸਮਝਦਾ ਕਿ ਇਹਨਾਂ ਦਾ ਵਿਸ਼ਿਆਂ ਤੇ ਬਹੁਤ ਲਿਖਿਆ ਗਿਆ। ਇਹਨਾਂ ਵਿਸ਼ਿਆਂ ਤੇ ਜੇ ਅਸੀਂ ਕੁਝ ਹੋਰ ਦੇਖਣਾ ਤਾਂ ਸਾਨੂੰ ਸਮਾਜ ਦੇ ਅੰਦਰਲੀ ਜਾਂ ਬੰਦੇ ਦੇ ਅੰਦਰਲੀ ਮਾਨਸਿਕਤਾ ਨੂੰ ਸਮਝਣਾ ਪਵੇਗਾ। ਇਸ ਤਰ੍ਹਾਂ ਦੀ ਵਿਵਹਾਰਕ ਲਾਈਫ ਦੇ ਵਿੱਚ ਘਟਨਾ ਮੇਰੇ ਨਰਿੰਦਰ ਸਿੰਘ ਕਪੂਰ ਹੋਰਾਂ ਦੀ ਯਾਦ ਆਉਂਦੀ ਆ। ਕਿ ਨਰਿੰਦਰ ਸਿੰਘ ਕਪੂਰ ਜਦੋਂ ਆਪਣੇ ਸਮੇਂ ਪੜ੍ਹਦੇ ਸੀ ਤਾਂ ਯੂਨੀਵਰਸਿਟੀ ਪੜ੍ਹਦੇ ਉਹਨਾਂ ਇੱਕ ਦਿਨ ਆਪਣੇ ਕਿਸੇ ਮਹਿਬੂਬ ਦੇ ਨਾਲ ਭੱਜਣ ਦੀ ਸੋਚੀ ਜਾਂਦੀ। ਮਹਿਬੂਬ ਨੇ ਕਿਹਾ ਕਿ ਭੱਜਦੇ ਆ, ਪਰ ਸਾਹਮਣੇ ਸਵਾਲ ਸੀ ਕਿ ਜਾਣਾ ਕਿੱਥੇ ਹੈ। ਦੋਨਾਂ ਨੂੰ ਨਹੀਂ ਪਤਾ, ਬਸ ਚੜ੍ਹਦੇ ਨੇ, ਬਸ ਚੜ੍ਹ ਕੇ ਟਿਕਟਾਂ ਲੈਂਦੇ ਨੇ, ਕਿਸੇ ਪਿੰਡ ਦੇ ਵਿੱਚ ਉਤਰਦੇ ਨੇ, ਘਰੋਂ ਭੱਜ ਗਏ, ਪਰ ਸ਼ਾਮ ਨੂੰ ਯੂਨੀਵਰਸਿਟੀ ਦੁਬਾਰਾ ਫਿਰ ਵਾਪਸ ਆ ਜਾਂਦੇ ਨੇ। ਇੱਥੇ ਕਿ ਤਜਰਬਾ ਨਹੀਂ ਹੈ। ਇਹਦੀ ਪਾਤਰ ਹੈ ਜਿਹੜੀ ਉਹ ਬਹੁਤ ਕੁਝ ਤੋੜਨਾ ਚਾਹੁੰਦੀ ਹੈ।
ਪਰ ਤੋੜ ਕੇ ਜਿਹੜੇ ਸਮਾਜ ਦੇ ਵਿੱਚ ਰਹਿ ਰਹੀ ਹੈ ਮੈਡਮ ਭਾਟੀਆ, ਉਹ ਸਮਾਜ ਦੇ ਸਾਹਮਣੇ, ਤੇ ਉਹ ਜੇ ਸਮਾਜ ਦੇ ਸਾਹਮਣੇ ਅਸੀਂ ਗੱਲਾਂ ਕਰਦੇ ਹਾਂ ਤਾਂ ਉਹ ਪਿੱਤਰਕੀ ਦੀਆਂ ਗੱਲਾਂ ਨੇ, ਜਿਹੜੀਆਂ ਪਿੱਤਰਕੀ ਨਿਜ਼ਾਮ ਦੀਆਂ ਗੱਲਾਂ ਨੇ, ਉਹ ਸਾਡੇ ਸਾਹਮਣੇ ਹੁੰਦੀਆਂ। ਜੇ ਅਸੀਂ ਇਸ ਪਾਸੇ ਲਿਖਣਾ ਤਾਂ ਸਾਨੂੰ ਲਿਖਤਾਂ ਪੜ੍ਹਨੀਆਂ ਪੈਣਗੀਆਂ ਜਿਹੜੀਆਂ ਇਸ ਨੁਕਤੇ ਤੋਂ ਬਹੁਤ ਕਮਾਲ ਦੀਆਂ ਮੈਨੂੰ ਲੱਗਦਾ ਕਿ ਗੱਲਾਂ ਕਰਦੀਆਂ ਨੇ। ਕੁਝ ਦਿਨ ਪਹਿਲਾਂ ਮੈਂ ਦਰਸ਼ਨ ਜੋਗਾ ਹੋਰਾਂ ਦੀ ਕਹਾਣੀ ਪੜ੍ਹੀ ਹੈ, ਲੰਮੀ ਕਹਾਣੀ ਸੀ ਹਵਾਵਾਂ। ਉਹ ਕਹਾਣੀ ਮੇਰੇ ਖਿਆਲ ਨਾਲ ਇਸ ਪੱਖ ਤੋਂ ਬਹੁਤ ਸਟਰੋਂਗ ਕਹਾਣੀ ਹੈ। ਉਹਦਾ ਆਖਰੀ ਵਾਕ ਤਾਂ ਬਹੁਤ ਹੀ ਵੱਡਾ ਮੈਟਾਫਰ ਸਿਰਜਦਾ, ਜਿੱਥੇ ਜਾ ਕੇ ਦੂਜੀ ਪਹਿਲੀ ਪੀੜ੍ਹੀ ਜਾਂ ਸਾਰੀਆਂ ਪੀੜ੍ਹੀਆਂ ਇੱਕ ਪਰਿਵਰਤਨ ਦੀ ਆਸ ਦੇ ਵਿੱਚ ਵੱਜਦੀਆਂ ਨੇ। ਤੇ ਉਹ ਗੱਲ ਵੀ ਬੜੀ ਸਹਿਜਤਾ ਦੇ ਨਾਲ ਕਰਦੀ ਹੈ। ਤਾਂ ਕਰਕੇ ਜਦੋਂ ਅਸੀਂ ਇਸ ਨਿਜ਼ਾਮ ਜਾਂ ਪਿੱਤਰਕੀ ਦੇ ਜਾਂ ਘਰ ਦੇ ਜਾਂ ਔਰਤ ਦੇ ਮਸਲੇ ਤੋਂ ਲਿਖਣਾ, ਤਾਂ ਸਾਨੂੰ ਬਹੁਤ ਸਾਰੀਆਂ ਡਿਮੈਂਸ਼ਨਸ ਨੇ ਜਿਨ੍ਹਾਂ ਬਾਰੇ ਸੁਚੇਤ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਗਲੀ ਕਹਾਣੀ ਹੈ ਅੰਤਹੀਨ ਯੁੱਧ, ਡਾਕਟਰ ਖਹਿਰਾ ਹੋਰਾਂ ਦੀ। ਡਾਕਟਰ ਖਹਿਰਾ ਆਪਣੀ ਗੱਲ ਕਹਿ ਕੇ ਔਰਤ ਨੂੰ ਨਵੀਂ ਦਿਸ਼ਾ ਵੱਲ ਤੋਰਦਾ। ਇਸ ਤਰ੍ਹਾਂ ਦੀ ਗੱਲ ਹਰਚੰਦ ਸਿੰਘ ਨੇ ਰੱਤਾ ਸਾਲੂ ਦੇ ਵਿੱਚ ਕਰੀ, ਸੰਧੂ ਹੋਰਾਂ ਦੇ, ਜਾਂ ਅਸੀਂ ਸਾਰਿਆਂ ਨੇ ਉਹ ਨਾਟਕ ਪੜ੍ਹਿਆ ਹੋਇਆ। ਰੱਤਾ ਸਾਲੂ ਦੇ ਵਿੱਚ ਵੀ ਬਿਲਕੁਲ ਉਵੇਂ ਜਿਵੇਂ ਸਾਨੂੰ ਲੱਗਦਾ ਕਿ ਇਹ ਐਵੇਂ ਵਾਪਰੂਗਾ ਨਹੀਂ, ਉਹਦੇ ਉਲਟ ਵਾਪਰਦਾ। ਇਸ ਕਹਾਣੀ ਦੀ ਖੂਬੀ ਵੀ ਇਹੀ ਹੈ, ਪਾਠਕ ਤੋਂ ਉਲਟ ਫੈਸਲਾ ਵਾਪਰਦਾ। ਇਹਦੇ ਵਿੱਚ ਲੱਗਦਾ ਕਿ ਉਹ 10 ਲੱਖ ਦੇ ਕੇ ਪਟਵਾਰੀ 10 ਲੱਖ ਲੈਣ ਦੇ ਲਈ ਪਟਵਾਰੀ ਕੋਲ ਜਾਊਗੀ, ਪਰ ਕਹਾਣੀ ਦੇ ਵਿੱਚ ਉਹ ਜਾਂਦੀ ਨਹੀਂ ਹੈ, ਨਵਾਂ ਰਸਤਾ ਤਲਾਸ਼ਦੀ ਹੈ। ਉਹਦੇ ਕੋਲ ਦੋ ਰਾਹ ਨੇ, ਇੱਕ ਖੁਦਕਸ਼ੀ ਦਾ ਰਾਹ, ਇੱਕ ਹੈਗਾ ਯੁੱਧ ਦਾ, ਉਹ ਦੂਜਾ ਰਾਹ ਚੁਣਦੀ ਹੈ। ਪਰ ਇਹ ਗੱਲ ਦੀ ਸਮੱਸਿਆ ਹੈ ਕਿ ਇਹ ਗੱਲ ਸਿੱਧੀ ਹੈ, ਸਪਾਟ ਹੈ। ਮੈਨੂੰ ਲੱਗਦਾ ਕਿ ਇਸ ਨੂੰ ਪੇਸ਼ ਕਰਨ ਦਾ ਜਿਹੜਾ ਤਰੀਕਾ ਹੈ, ਸਾਨੂੰ ਕੋਈ ਨਾ ਕੋਈ ਨਵਾਂ ਲੱਭਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਿਰਪਾਲ ਕਜ਼ਾਕ ਹੋਰਾਂ ਦੀਆਂ ਕਹਾਣੀਆਂ ਦੇ ਵਿੱਚ ਸਾਨੂੰ ਜਦੋਂ ਮਿਲਦੀਆਂ ਨੇ, ਤਾਂ ਸਾਨੂੰ ਕਜ਼ਾਕ ਹੋਰਾਂ ਦੀ ਜਿਹੜੀ ਪੇਸ਼ਕਾਰੀ ਹੈ ਉਹਨੂੰ ਵੇਖਣ ਦੀ ਜ਼ਰੂਰਤ ਹੈ, ਟੈਕਨੀਕ ਨੂੰ ਵੇਖਣ ਦੀ ਜ਼ਰੂਰਤ ਹੈ, ਕਿਉਂਕਿ ਸਾਨੂੰ ਗੱਲ ਨੂੰ ਜਿਉਂ ਦਾ ਤਿਉਂ ਨਹੀਂ ਪੇਸ਼ ਕਰਨਾ ਚਾਹੀਦਾ। ਇਹ ਗੱਲ ਬਹੁਤ ਹੀ ਪਾਏਦਾਰ ਗੱਲ ਹੈ ਕਿ ਇੱਕ ਔਰਤ ਮਰਦਵਾਰੀ ਸਮਾਜ ਦੇ ਜਾਂ ਉਸ ਸਿਸਟਮ ਦੇ ਵਿਰੋਧ ਵਿੱਚ ਖੜੂਗੀ ਜਿੱਥੇ ਉਹਨੇ ਯੁੱਧ ਲੜਨਾ ਹੈ, ਸੰਘਰਸ਼ ਕਰਨਾ ਹੈ, ਖੁਦਕੁਸ਼ੀ ਨਹੀਂ ਕਰਨੀ। ਪਰ ਉਹ ਟੈਕਨੀਕ ਦੇ ਪੱਖ ਤੋਂ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਕਿਹੜੀ ਤਰੀਕੇ ਨਾਲ ਇਹ ਗੱਲ ਨੂੰ ਕਿਹਾ ਜਾ ਸਕਦਾ। ਖੇਮਕਰਨੀ ਸਾਹਿਬ ਹੋਰਾਂ ਦੀ ਕਹਾਣੀ ਬਾਰੇ, ਖੁਰਦੀਆਂ ਪੈੜਾਂ ਬਾਰੇ ਡਾਕਟਰ ਸੰਧੂ ਹੋਰਾਂ ਨਾਲ ਮੇਰੀ ਰਾਏ ਮਿਲਦੀ ਹੈ। ਇਹ ਖਿਆਲ ਦੀ ਤੰਦ ਬਿਲਕੁਲ ਦੀਪਤੀ ਹੋਰਾਂ ਦੀ ਕਹਾਣੀ ਨਾਲ ਜੁੜਦੀ ਹੈ। ਉਹਦਾ ਮੈਨੂੰ ਲੱਗਦਾ ਕਿ ਕਾਰਨ ਇਹ ਹੈ ਕਿ ਦੀਪਤੀ ਹੋਰਾਂ ਤੇ ਖੇਮਕਰਨੀ ਹੋਰਾਂ ਦੀ ਉਮਰ ਵੀ ਇੱਕ ਹੈ, ਤੇ ਦੋਵਾਂ ਦੇ ਉਮਰਾਂ ਦਾ ਇੱਕ ਹੋਣ ਕਰਕੇ ਸਮਝਣ ਦੇ ਢੰਗ ਇੱਕ ਤਰ੍ਹਾਂ ਦੇ ਨੇ। ਹੁਣ ਦੋਵਾਂ ਦੇ ਵਿੱਚ ਜਵਾਈ ਦੀ ਅਹਿਮੀਅਤ ਹੈ ਤੇ ਗੱਲਾਂ ਵੱਖਰੀਆਂ ਨੇ। ਇਸ ਤਰ੍ਹਾਂ ਦੀਆਂ ਗੱਲਾਂ ਸਾਹਿਤ ਵਿੱਚ ਹੋਣੀਆਂ ਚਾਹੀਦੀਆਂ ਨੇ। ਇਸ ਪੱਖ ਤੋਂ ਅਹਿਮੀਅਤ ਵੇਖਣੀ ਹੋਵੇ ਤਾਂ ਸਾਨੂੰ ਗੁਰਸ਼ਰਨ ਸਿੰਘ ਦਾ ਨਾਟਕ ਹੈ ਇੱਕ ਫੌਜੀ, ਉਹਦਾ ਮੈਂ ਤਾਂ ਹਵਾਲਾ ਲੈ ਰਿਹਾ ਕਿ ਇਹ ਕਹਾਣੀਆਂ ਬਹੁਤ ਹੀ ਮੁੱਲਵਾਨ ਨੇ, ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਗੱਲ ਕਹਾਣੀ ਨੇ ਕਰਨੀ ਹੈ, ਇੱਕ ਸਾਜ ਦੀ ਵਿਧਾ ਨੇ ਕਰਨੀ ਹੈ, ਉਹ ਇੱਕ ਵੱਧ ਮਹੱਤਵ ਰੱਖਦੀ ਹੈ। ਫਰੀਦਕੋਟ ਦੇ ਇਲਾਕੇ ਦੇ ਵਿੱਚ ਗੁਰਸ਼ਰਨ ਭਾਜੀ ਦਾ ਇੱਕ ਨਾਟਕ ਸੀ ਫੌਜੀ, ਫੌਜਣ, ਉਹ ਖੇਡਿਆ ਗਿਆ। ਉਹਦੇ ਵਿੱਚ ਵਾਪਰਦਾ ਇਹ ਹੈ ਕਿ ਬਿਲਕੁਲ ਨਵੇਂ ਤਰੀਕੇ ਨਾਲ ਕਿ ਉਸ ਏਰੀਏ ਦੇ ਵਿੱਚ ਸੀ ਜਿਹੜੇ ਫੌਜੀ ਸੀ, ਜਦੋਂ ਫੌਜੀ ਜੰਗ ਦੇ ਵਿੱਚ ਜਾਂਦੇ ਸੀ ਉਹ ਸ਼ਹੀਦ ਹੋ ਜਾਂਦੇ ਸੀ, ਤੇ ਉੱਥੋਂ ਦੀਆਂ ਬਹੁਤ ਸਾਰੀਆਂ ਔਰਤਾਂ ਸੀ ਜਿਹੜੀਆਂ ਵਿਧਵਾ ਹੋ ਕੇ ਘਰੇ ਬੈਠੀਆਂ ਸੀ। ਤਾਂ ਵਾਪਰਿਆ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਉੱਥੇ ਨਾਟਕ ਖੇਡਿਆ। ਉਸ ਪਿੰਡ ਦੇ ਵਿੱਚ ਜਿੰਨੀਆਂ ਵੀ ਔਰਤਾਂ ਬੈਠੀਆਂ ਸੀ, ਕਿਉਂਕਿ ਉਸ ਨਾਟਕ ਦੇ ਵਿੱਚ ਇਵੇਂ ਪੇਸ਼ ਕੀਤਾ ਗਿਆ ਕਿ ਇਹਨਾਂ ਵਿਧਵਾ ਔਰਤਾਂ ਨੂੰ ਅਸੀਂ ਦੁਬਾਰਾ ਵਿਆਹ ਕਰਨ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਦੇ ਅਸੀਂ ਮਾਂ-ਬਾਪ ਬਣੀਏ ਸੱਸ ਸਹੁਰੇ ਦੀ ਥਾਂ। ਤੇ ਜਦੋਂ ਅਗਲੇ ਸਾਲ ਉਸ ਪਿੰਡ ਦੇ ਵਿੱਚ ਨਾਟਕ ਖੇਡਿਆ ਜਾਂਦਾ ਤੇ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਸਾਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ, ਇਸ ਦਿਸ਼ਾ ਦੇ ਆਧਾਰ ਤੇ ਅਸੀਂ ਇੱਕ ਨਵਾਂ ਸਮਾਜ ਸਿਰਜਣ ਦੇ ਵਿੱਚ ਸਫਲ ਹੋਏ। ਖੇਮਕਰਨੀ ਸਾਹਿਬ ਦੀ ਕਹਾਣੀ ਤੇ ਦੀਪਤੀ ਹੋਰਾਂ ਦੀ ਕਹਾਣੀ ਇਹ ਗੱਲ ਵੱਲ ਪੁੱਟਿਆ ਗਿਆ ਬਹੁਤ ਵੱਡਾ ਕਦਮ ਹੈ, ਇਹਨੂੰ ਮੁਬਾਰਕ ਕਹਿਣਾ ਬਣਦਾ। ਤਾਂ ਕਰਕੇ ਇਹਨਾਂ ਦੀ ਇਸ ਪੱਖ ਤੋਂ ਬਹੁਤ ਵੱਡੀ ਸਾਰਥਕਤਾ ਹੈ। ਤੇ ਜਵਾਈ ਵੀ ਗੋਦ ਲਏ ਪੁੱਤਰਾਂ ਵਰਗੇ ਹੁੰਦੇ ਨੇ, ਉਹਦੇ ਵਿੱਚ ਇੱਕ ਵਾਕ ਹੈ। ਤੇ ਕਹਾਣੀ ਮੈਂ ਪਹਿਲੇ ਕਿਹਾ ਕਿ ਕਲਾ ਪੱਖ ਤੋਂ ਥੋੜੀ ਇਹਦੇ ਵਿੱਚ ਜ਼ਰੂਰ ਤਾਂ ਸਾਨੂੰ ਕਮਜ਼ੋਰ ਲੱਗਦੀ ਹੈ, ਤੇ ਪਰ ਇਹਦੇ ਆਖਰੀ ਫਿਕਰੇ ਵਿੱਚ ਬਹੁਤ ਸਾਰੀ ਪਾਵਰ ਹੈਗੀ ਹੈ। ਠੱਕ 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 ਕੌਸ਼ਲ ਹੋਰਾਂ ਦੀ ਕਹਾਣੀ ਬਾਰੇ, ਕੌਸ਼ਲ ਬਾਰੇ ਬਹੁਤ ਸਾਰੀਆਂ ਗੱਲਾਂ ਕਰੀਆਂ ਜਾ ਸਕਦੀਆਂ ਨੇ। ਇਸ ਕਹਾਣੀ ਬਾਰੇ ਲੰਮੀ ਗੱਲਾਂ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਕੌਸ਼ਲ ਨਵੀਂ ਤਕਨੀਕ ਆਜ਼ਾਦ ਕਰ ਰਿਹਾ। ਖਾਸ ਕਰਕੇ ਮਿੰਨੀ ਕਹਾਣੀ ਵਿੱਚ ਮੈਨੂੰ ਲੱਗਦਾ ਕਿ ਦੀਪਤੀ ਸਾਹਿਬ ਨੂੰ ਇਸ ਗੱਲ ਦੀ ਮੁਬਾਰਕ ਦਿੰਦਾ ਕਿ ਉਹ ਜਿਸ ਨਿਸ਼ਾਨੇ ਨੂੰ ਲੈ ਕੇ ਚੱਲੇ ਹੋਏ ਨੇ, ਕੌਸ਼ਲ ਉਸ ਨਿਸ਼ਾਨੇ ਨੂੰ ਬਹੁਤ ਅਗਾਂਹ ਲੈ ਕੇ ਜਾਣ ਵਾਲਾ ਸਿਰਜਕ। ਇਹ ਸਮਕਾਲੀ ਮਿੰਨੀ ਕਹਾਣੀ ਦੇ ਸਾਰੇ ਘਰੇ ਤੋੜਨ ਵਰਗੀ ਗੱਲ ਹੈ। ਇਹ ਕਹਾਣੀ ਨਾ
ਟੈਕਨੀਕ ਇਹਦੀ ਲੰਮੀ ਕਹਾਣੀ ਵਿੱਚ ਪਈ ਹੈ, ਪਰ ਮਿੰਨੀ ਕਹਾਣੀ ਵਿੱਚ ਇਸ ਵਰਗੀ ਟੈਕਨੀਕ ਨੂੰ ਲਿਆਉਣਾ ਕਾਫੀ ਮੁਸ਼ਕਲ ਵਰਗੀ ਕਾਰਜ ਮੈਨੂੰ ਲੱਗਦਾ ਹੁੰਦਾ। ਇੱਥੇ ਘੱਟ ਕਿਹਾ ਗਿਆ, ਅਣਕਿਹਾ ਇੱਥੇ ਕਹਾਣੀ ਦੇ ਵਿੱਚ ਬਹੁਤ ਜ਼ਿਆਦਾ। ਮੈਂ ਇੱਕ ਗੱਲ ਹੋਰ ਵੀ ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਪਿਛਲੀ ਗੋਸ਼ਟੀ ਵਿੱਚ ਜਿਨ੍ਹਾਂ ਸਿਰਜਕਾਂ ਨੇ ਕਰੋਨਾ ਬਾਰੇ, ਲਾਕਡਾਊਨ ਬਾਰੇ ਕਹਾਣੀਆਂ ਸੁਣਾਈਆਂ ਸੀ, ਉਹ ਇਹ ਕਹਾਣੀ ਨੂੰ ਪੜ੍ਹਨ ਤਾਂ ਕਿ ਉਹਨਾਂ ਨੂੰ ਸਮਝ ਆ ਸਕੇ ਕਿ ਕਰੋਨਾ ਬਾਰੇ, ਲਾਕਡਾਊਨ ਬਾਰੇ ਗੱਲ ਐ ਵੀ ਕੀਤੀ ਜਾ ਸਕਦੀ ਹੈ। ਇਹ ਗਲਪੀ ਮੈਂ ਦੇ ਵਿੱਚ ਪਈ ਹੋਈ ਇੱਕ ਹੋਰ ਮੈਂ ਦੀ ਜੁਗਤ ਹੈਗੀ ਹੈ, ਜਿਹਨੂੰ ਮੋਨੋਲਾਗ ਸੰਧੂਰਾ ਨੇ ਕਿਹਾ। ਬੰਦੇ ਆਪਣੇ ਅੰਦਰਲੇ ਨਾਲ ਵਾਰਤਾਲਾਪ ਕਰਦਾ ਹੈ। ਜ਼ਿੰਦਗੀ ਪ੍ਰਤੀ ਦੋ ਨਜ਼ਰੀਏ ਨੇ, ਜਿਹਨੂੰ ਵਿਚਾਰਧਾਰਾ ਤੇ ਵਿਵਹਾਰਿਕਤਾ ਦੇ ਨਾਲ ਦੇਖਿਆ। ਅੰਦਰ ਹੋ ਰਿਹਾ, ਬਾਹਰ ਹੋ ਰਿਹਾ। ਇੱਥੇ ਵਿਚਾਰਧਾਰਾਵਾਂ ਸਭ ਰੱਦ ਨੇ, ਦੋ ਪ੍ਰਸਥਿਤੀਆਂ ਨੇ। ਉਹਦੇ ਵਿੱਚ ਇੱਕ ਬੰਦੇ ਦੀ ਫਸੇ ਹੋਏ ਦੀ ਕਹਾਣੀ ਹੈ। ਪਿਛਲੇ ਦਿਨ ਇੱਕ ਬਹੁਤ ਕਮਾਲ ਦੇ ਸਿਰਜਕ ਨਾਲ ਮੇਰੀ ਗੱਲ ਵੀ ਹੋਈ, ਹਰਮਨਜੀਤ ਨਾਲ। ਉਹ ਕਹਿੰਦਾ ਬੰਦਾ ਇਕੱਲਾ ਆਉਂਦਾ ਹੈ, ਇਕੱਲਾ ਜਾਂਦਾ ਹੈ। ਅੱਜ ਕੱਲ ਮੈਂ ਇਕੱਲਾ ਜਿਉਂ ਕੇ ਰਹਿਣ ਦੀ ਕੋਸ਼ਿਸ਼ ਕਰ ਰਿਹਾ। ਤੇ ਇਹ ਪਾਤਰ ਹਾਜ਼ਰ ਹੋ ਕੇ ਗੈਰ ਹਾਜ਼ਰ ਹੈ, ਗੱਲਾਂ ਕਰਦਾ ਆਪਣੇ ਆਪ ਨਾਲ। ਇੱਥੇ ਤਾਰੇ ਜ਼ਮੀਨ ਪਰ ਫਿਲਮ ਸਮਝ ਆਉਂਦੀ ਹੈ ਇਸ ਛੋਟੀ ਜਿਹੀ ਕਹਾਣੀ ਦੇ ਵਿੱਚੋਂ, ਜਿਸਨੂੰ ਕੌਸ਼ਲ ਕਾਠੀ ਪਾਉਣਾ ਆਖਦਾ ਨਾ, ਉਹ ਕਿਤੇ ਨਾ ਕਿਤੇ ਮਨ ਨੂੰ ਗੁਲਾਮ ਬਣਾਉਣ ਵਰਗੀ ਗੱਲ ਹੈ। ਬਸਤੇ ਪਾਉਣਾ, ਤੇ ਮਾਂ-ਬਾਪ ਚਾਹੁੰਦੇ ਨੇ ਕਿ ਉਹ ਲੰਮੀ ਰੇਸ ਦਾ ਘੋੜਾ ਬਣੇ। ਇੱਥੇ ਤੁਸੀਂ ਵੇਖੋ ਕਿ ਇੱਕ ਬਾਕ ਦੇ ਵਿੱਚ ਸਕੂਲੀ ਸਿਸਟਮ ਦੇ ਉੱਤੇ ਬਹੁਤ ਵੱਡਾ ਵਿਅੰਗ ਹੈ। ਹਾਲਾਂਕਿ ਕਿਹਾ ਨਹੀਂ ਗਿਆ, ਪਰ ਅਣਕਹੇ ਰੂਪ ਦੇ ਵਿੱਚ ਬਹੁਤ ਕੁਝ ਕਹਿਤਾ, ਪਰ ਦੱਸਦਾ ਕਿਤੇ ਨਹੀਂ। ਪਾਲੀ ਭਵਿੰਦਰ ਦਾ ਪਿਆਸਾ ਕਾਂ ਦੇ ਵਿੱਚ ਇਸ ਤਰ੍ਹਾਂ ਦੀ ਜੁਗਤ, ਇਸ ਤਰ੍ਹਾਂ ਦੀ ਗੱਲ ਕਿਤੇ ਨਾ ਕਿਤੇ, ਬਸ ਮੈਂ ਪਹਿਲਾਂ ਜਦੋਂ ਆਇਆ ਮੈਂ ਪੜ੍ਹੀ ਸੀ, ਤੇ ਉਹ ਆਜ਼ਾਦ ਹੋਣਾ ਚਾਹੁੰਦਾ, ਪਰ ਸਕੂਲ ਉਸਨੂੰ ਗੁਲਾਮ ਬਣਾਉਂਦਾ ਹੈ। ਇੱਥੇ ਸਾਨੂੰ ਫੂਕੋ ਦਾ ਪੁਨਿਸ਼ਮੈਂਟ ਐਂਡ ਡਿਸਪਲਿਨ ਐਂਡ ਪਨਿਸ਼ਮੈਂਟ, ਕਿ ਸੰਸਥਾਵਾਂ ਕਿਵੇਂ ਗੁਲਾਮ ਬਣਾਉਂਦੀਆਂ ਨੇ, ਅਨੁਸ਼ਾਸਨ ਕਿਵੇਂ ਗੁਲਾਮ ਬਣਾਉਂਦਾ। ਵਰਦੀ ਜਿਸ ਨੂੰ ਅਸੀਂ ਜਾਤ ਜਮਾਤ ਦੇ ਏਕੇ ਤੋਂ ਦੇਖਦੇ ਹਾਂ, ਉਹ ਸਾਨੂੰ ਗੁਲਾਮੀ ਵੱਲ ਕਿਵੇਂ ਲੈ ਕੇ ਤੁਰਦੀ ਹੈ। ਇਹ ਗੱਲਾਂ ਇਸ ਕਹਾਣੀ ਦੇ ਪਿੱਛੇ ਰਹਿ ਗਈਆਂ। ਇਹ ਇੱਕ ਪਾਵਰ ਹੈ ਕਹਾਣੀ ਦੇ ਇੱਕ ਫਿਕਰੇ ਦੇ ਵਿੱਚ। ਧਿਆਨ ਉੱਥੇ ਜਾ ਰਿਹਾ ਜਿੱਥੇ ਜਿਹੜੇ ਕੋਨੇ 'ਚ ਕੋਈ ਅੰਦਰਲਾ ਬੰਦਾ ਬੈਠਾ ਹੋਇਆ, ਅੰਦਰ ਆਪਣੇ ਅੰਦਰ ਲੋਕਡਾਊਨ ਕਰੀ ਬੈਠਾ, ਉਸ ਨਾਲ ਗੱਲ ਨਹੀਂ ਕਰਦਾ। ਆਖਰੀ ਵਕਤ ਸਾਡੀ ਸਮਝ ਦੇ ਜਾਲੇ ਝਾੜਦਾ, ਜਿਹਨੂੰ ਗੁਰਬਚਨ ਕਹਿੰਦਾ ਜ਼ਖਮੀ ਕਰਨਾ। ਬੰਦੇ ਅੰਦਰ ਨਹੀਂ ਜਾਣਾ ਚਾਹੁੰਦਾ, ਬੰਦਾ ਅੰਦਰ ਨਹੀਂ ਜਾਣਾ ਚਾਹੁੰਦਾ, ਪਰ ਬਾਹਰ ਲਾਕਡਾਊਨ ਹੈ, ਅੰਦਰਲਾ ਆਪਣੇ ਅਨੁਸਾਰ ਕਰੇਗਾ। ਇਹ ਕਹਾਣੀ ਸ਼ਾਇਦ ਇਹਨਾਂ ਸਾਲਾਂ ਦੇ ਵਿੱਚ, ਖਾਸ ਕਰ ਪਿਛਲੇ 2-4 ਸਾਲਾਂ ਦੇ ਵਿੱਚ, ਸਰਵੋਤਮ ਕਹਾਣੀ ਮੈਨੂੰ ਲੱਗਦਾ। ਇਸ ਤਰ੍ਹਾਂ ਦੀ ਕਹਾਣੀ ਮੈਂ ਪਿੰਜਰਾ ਕਹਾਣੀ ਢਾਂਡੋਰਾਂ ਦੀ ਪੜ੍ਹੀ ਸੀ। ਇਸ ਤਰ੍ਹਾਂ ਦੀ ਕਹਾਣੀ ਦੀਪਤੀ ਹੋਰਾਂ ਨੇ ਹੱਦ ਵਰਗੀ ਕਹਾਣੀ ਜਿਹੜੀ ਲਿਖੀ ਹੈ, ਉਹ ਹੈਗੀ। ਇਸ ਤਰ੍ਹਾਂ ਦੀਆਂ ਕਹਾਣੀਆਂ 10-15 ਕਹਾਣੀਆਂ ਸਾਡੇ ਕੋਲ ਹੈਗੀਆਂ ਨੇ, ਜਿਹੜੀਆਂ ਇਸ ਦੌਰ ਦੀਆਂ ਸਰਵੋਤਮ ਕਹਾਣੀਆਂ ਬਣਦੀਆਂ ਨੇ। ਇਸ ਦੌਰ ਦੀ ਜਾਂ ਇਸ ਤਰ੍ਹਾਂ ਦੀ ਗੱਲ ਜਦੋਂ ਲੰਮੀ ਕਹਾਣੀ ਪੜ੍ਹਦਾ ਹੈ, ਤਾਂ ਮੇਰੇ ਸਾਹਮਣੇ ਮਨਿੰਦਰ ਕਾਂਗ ਦੀ ਭਾਰ ਕਹਾਣੀ, ਰਵਿੰਦਰ ਸੰਧੂਰੀ ਹੋ ਸਕਦਾ ਮੇਰੀ ਗੱਲ ਨਾਲ ਸਹਿਮਤ ਹੋਣ, ਅਸੀਂ ਸਾਰੇ ਸਹਿਮਤ ਹੋਈਏ ਕਿ ਇੱਕ ਬੰਦੇ ਪੁਲਸੀ ਦੇ ਅੰਦਰ ਜਦੋਂ ਸੌਂਦਾ ਜਾਂ ਪੈਣ ਦੀ ਕੋਸ਼ਿਸ਼ ਕਰਦਾ, ਤਾਂ ਉਹਦੀ ਹਿੱਕ ਦੇ ਉੱਤੇ ਭਾਰ ਬਣਦਾ। ਇਸ ਤਰ੍ਹਾਂ ਦੀਆਂ ਕਹਾਣੀਆਂ ਜਦੋਂ ਅਸੀਂ ਵਿਵਹਾਰਿਕਤਾ ਦੇ ਵਿੱਚ ਜਾਉਂਦੇ ਹਾਂ, ਅੰਦਰਲਾ ਕੁਛ ਹੋਰ ਹੈ, ਜਾਂ ਅੰਦਰ ਇੱਕ ਬੰਦਾ ਬੈਠਾ ਹੋਇਆ, ਵਿਚਾਰਧਾਰਾ ਉਹ ਜਕੜੀ ਬੈਠਾ, ਇਨਕਲਾਬ ਉਹਦੇ ਅੰਦਰ ਹੈ, ਇਹ ਸਾਰਾ ਕੁਛ ਹੈਗਾ। ਤਾਂ ਸਾਨੂੰ ਇਸ ਨੂੰ ਜੀ ਆਇਆਂ ਕਹਿਣਾ ਬਣਦਾ। ਅੱਜ ਦੀਆਂ ਕਹਾਣੀਆਂ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ ਜਿਹੜਾ ਮੇਰਾ ਗਿਲਾ ਸੀ ਕਿ ਪਿਛਲੇ ਜਿਹੜੀਆਂ 8 ਕਹਾਣੀਆਂ ਪੜ੍ਹੀਆਂ ਗਈਆਂ ਸੀ, ਉਹਨਾਂ ਵਿੱਚ ਕਮਜ਼ੋਰੀਆਂ ਸੀ ਕਹਾਣੀਆਂ ਵਿੱਚ। ਇਹ ਕਹਾਣੀਆਂ ਸੰਧੂਰਾਂ ਨਾਲ ਮੇਰੀ ਸਹਿਮਤੀ ਹੈ ਕਿ ਖਿਆਲ ਦੇ ਪੱਖ ਤੋਂ ਨਵੀਂ ਦਿਸ਼ਾ ਵੱਲ ਤੋਰਦੇ ਨੇ। ਅਸੀਂ ਟੈਕਨੀਕ ਦੇ ਪੱਖ ਤੋਂ ਇਹਨਾਂ ਕਹਾਣੀਆਂ ਵਿੱਚ, ਖਾਸ ਕਰ ਕੌਸ਼ਲ ਦੀ ਕਹਾਣੀ ਵਿੱਚ ਬਹੁਤ ਅਗਾਂਹ ਤੁਰੇ ਆ। ਇਸ ਨੂੰ ਮੁਬਾਰਕ ਕਹਿਣਾ ਬਣਦਾ। ਤੇ ਹੋਰ ਸਮਝਣ ਲਈ, ਇਹਨਾਂ ਟੈਕਨੀਕਾਂ ਨੂੰ ਸਮਝਣ ਲਈ ਸਾਨੂੰ ਖਾਸ ਕਰ ਲੰਮੀ ਕਹਾਣੀ, ਭਾਵੇਂ ਮਨਿੰਦਰ ਕਾਂਗ ਦੀ ਹੋਵੇ, ਭਾਵੇਂ ਨਾਵਲ ਹੋਣ, ਪਿਛਲੇ ਦਿਨੀ ਆਖਰੀ ਬਾਬੇ ਨਾਵਲ ਆਇਆ ਜਿਹੜਾ, ਜਾਂ ਬੋਲ ਮਰਦਾਨੇ ਵਰਗੀਆਂ ਜੁਗਤਾਂ ਲਿਆਉਣ ਦੀ ਜ਼ਰੂਰਤ ਹੈ ਇਸ ਕਹਾਣੀ ਦੇ ਵਿੱਚ, ਛੋਟੀ ਕਹਾਣੀ ਦੇ ਵਿੱਚ, ਮਿੰਨੀ ਕਹਾਣੀ ਦੇ ਵਿੱਚ, ਤਾਂ ਕਿ ਮਿਸਾਲੀ ਕਹਾਣੀਆਂ ਜਿਹੜੀਆਂ ਨੇ ਹੋ ਸਕਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਜੀ, ਜਿਨ੍ਹਾਂ ਦਾ ਅੰਦਾਜ਼, ਆਲੋਚਨਾ ਦਾ ਵੱਖਰਾ ਅੰਦਾਜ਼ ਹੈ, ਜੋ ਕਿ ਸਾਰੇ ਹੀ ਵਿਧਾਵਾਂ ਨੂੰ ਲੈ ਕੇ ਉਹਨਾਂ ਦੇ ਸੰਦਰਭ ਦੇ ਵਿੱਚ ਗੱਲਬਾਤ ਕਰਦੇ ਨੇ। ਇਹਨਾਂ ਨੇ ਉਸ ਲੈਵਲ ਦੀ ਅੱਜ ਫੇਰ ਗੱਲਬਾਤ ਕੀਤੀ ਹੈ। ਇਸੇ ਕਰਕੇ ਅੱਜ ਅਸੀਂ ਕੁਝ ਜਿਹੜੀਆਂ ਮਿੰਨੀ ਕਹਾਣੀਆਂ ਦਾ ਪਾਰਟ ਹੈ ਉਹ ਘਟਾਇਆ ਹੈ, ਕਿਉਂਕਿ ਪਿਛਲੀ ਵਾਰੀ ਅਸੀਂ 8 ਮਿੰਨੀ ਕਹਾਣੀਆਂ ਰੱਖੀਆਂ ਸੀ, ਇਸ ਵਾਰ ਅਸੀਂ 5 ਰੱਖੀਆਂ ਸੀ, ਤੇ ਵਿਦਵਾਨ ਵੀ 2 ਰੱਖੇ ਨੇ, ਤਾਂ ਕਿ ਨਿੱਠ ਕੇ ਗੱਲਬਾਤ ਹੋ ਸਕੇ। ਖਾਸ ਤੌਰ ਤੇ ਪਿਛਲੀ ਵਾਰੀ ਮੇਰੇ ਕੋਲ ਲੇਖਕ ਸਾਥੀਆਂ ਦੇ ਫੋਨ ਆਏ ਵੀ ਚਰਚਾ ਸਾਨੂੰ ਬਹੁਤ ਵਧੀਆ ਲੱਗੀ, ਤਾਂ ਆਸ ਹੈ ਅੱਜ ਦੀ ਜਿਹੜੀ ਚਰਚਾ ਸੁਣੀ ਹੈ, ਇਹ ਵੀ ਸਾਡੇ ਜਿਹੜੇ ਸਾਥੀ ਨੇ, ਲੇਖਕ ਸਾਥੀ ਜੁੜੇ ਹੋਏ ਨੇ, ਉਹਨਾਂ ਨੂੰ ਪਸੰਦ ਆਵੇਗੀ। ਮੈਂ ਹੁਣ ਇੱਕ ਬੇਨਤੀ ਕਰਦਾ ਹੈਗਾ ਵੀ ਜੋ ਸਾਡਾ ਪ੍ਰੋਗਰਾਮ ਸੀ, ਉਹਨੂੰ ਅਸੀਂ ਲਗਭਗ ਆਖਰੀ ਪੜਾਅ ਤੇ ਹੈਗੇ ਹਾਂ।
ਪਰ ਸਾਡੇ ਨਾਲ ਸਾਡੇ ਜਿਹੜੇ ਵਿਦਵਾਨ ਲੇਖਕ ਨੇ ਉਹ ਵੀ ਜੁੜੇ ਹੋਏ ਨੇ। ਅਸੀਂ ਉਹਨਾਂ ਸਾਰਿਆਂ ਦੀ ਗੱਲਬਾਤ ਸੁਣਨੀ ਹੈ 1-2 ਮਿੰਟ ਦੇ ਲਈ। ਸਭ ਤੋਂ ਪਹਿਲਾਂ ਸ਼ਾਮ ਸੁੰਦਰ ਅਗਰਵਾਲ ਜੀ ਨੂੰ ਬੇਨਤੀ ਕਰਾਂਗੇ। ਜੀ ਗੱਲ ਇਹ ਹੈ ਕਿ ਮੈਂ ਇੱਕ ਵੀ ਜਿਹੜੀ ਰਚਨਾ ਹੈਗੀ ਹੈ ਹਾਂਜੀ ਹਾਂਜੀ ਸਕਿਆ, ਕਿਉਂਕਿ ਆਵਾਜ਼ ਇੱਕ ਤਾਂ ਬਹੁਤ ਹੀ ਮੱਧਮ ਸੀ ਤੇ ਸਾਫ਼ ਨਹੀਂ ਓਕੇ ਸੀ। ਓਕੇ ਠੀਕ ਹੈ ਜੀ। ਯਾਨੀ ਕਿ ਜੋ ਉਹਨਾਂ ਨੇ ਲਿਖਿਆ ਉਹ ਵੀ ਨਹੀਂ ਸੁਣ ਸਕਿਆ। ਲੋ ਜੀ ਇਹਦੀ ਆਵਾਜ਼ ਠੀਕ ਸੀ ਤੇ ਉਹ ਸਭ ਜੋਗੀ ਸੀ ਸਾਰੀ, ਇਸ ਲਈ ਰਚਨਾਵਾਂ ਬਾਰੇ ਮੈਂ ਕੁਝ ਵੀ ਕਹਿਣ ਤੋਂ ਸਮਰਥ। ਚਲੋ ਠੀਕ ਹੈ ਜੀ, ਸ਼ੁਕਰੀਆ ਜੀ। ਤੁਸੀਂ ਆਪਾਂ ਇਸ ਦਾ ਅੱਗੇ ਤੋਂ ਖਿਆਲ ਰੱਖਾਂਗੇ ਵੀ ਕੋਈ ਜਿਹੜੀ ਆਵਾਜ਼ ਦੀ ਸਮੱਸਿਆ ਹੈ ਇਹਨੂੰ ਕਿਸੇ ਤਰੀਕੇ ਨਾਲ ਆਪਾਂ ਠੀਕ ਕਰੀਏ। ਹੁਣ ਜਸਵੀਰ ਢੰਡ ਜੀ ਨੂੰ ਬੇਨਤੀ ਹੈ। ਹਾਂਜੀ ਆ ਰਹੀ ਆਵਾਜ਼ ਜੀ ਢੰਡ ਸਾਹਿਬ। ਹਾਂਜੀ, ਇਸ ਵਾਰ ਦੀਆਂ ਕਹਾਣੀਆਂ ਪਿਛਲੀ ਵਾਰੀ ਮੈਨੂੰ ਇਹ ਗਿਲਾ ਰਿਹਾ ਕਿ ਕਹਾਣੀਆਂ ਵਿੱਚ ਕੁਛ ਉਸ ਤਰ੍ਹਾਂ ਦਾ ਪ੍ਰਭਾਵ, ਸਾਰੀਆਂ ਕਹਾਣੀਆਂ ਦੀ ਗੱਲ ਨਹੀਂ ਮੈਂ ਕਰਦਾ, ਤੇ ਕੁਛ ਕਮਜ਼ੋਰ ਰਚਨਾਵਾਂ ਜਿਹੜੀਆਂ ਸੀਗੀਆਂ ਉਹ ਮਹਿਸੂਸ ਕੀਤਾ ਗਿਆ ਕਿ ਜਦੋਂ ਸਾਡਾ ਇਹ ਪ੍ਰੋਗਰਾਮ ਅੰਗ ਸੰਗ ਜਿਹੜਾ ਹੈ, ਜੁਗਨੂਆਂ ਦੇ ਅੰਗ ਸੰਗ ਲਗਭਗ 30-40 ਸਾਲ ਤੋਂ ਚੱਲ ਰਿਹਾ ਹੈ, ਪਰ ਕੁਛ ਲੇਖਕ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਹੋਏ ਵੀ ਉਹਨਾਂ ਦਾ ਮਿਆਰ ਹੈ ਜਿਹੜਾ ਉੱਥੇ ਕਿਤੇ ਹੀ ਖੜਾ ਹੈ। ਲਗਭਗ ਇਸ ਤਰ੍ਹਾਂ ਮੈਂ ਇਹ ਗੱਲ ਮਹਿਸੂਸ ਕੀਤੀ। ਪਰ ਇਸ ਵਾਰ ਦੀਆਂ 5 ਮਿੰਨੀ ਕਹਾਣੀਆਂ ਮੈਂ ਸਾਰੀਆਂ ਸੁਣੀਆਂ ਵੀ ਹੈ, ਆਲੋਚਨਾ ਵੀ ਸੁਣੀ ਹੈ, ਔਰ ਉਹ ਪਿਛਲੀ ਵਾਰੀ ਦਾ ਗਿਲਾ ਜਿਹੜਾ ਹੈਗਾ ਉਹ ਮਹਿਸੂਸ ਨਹੀਂ ਹੋਇਆ। ਔਰ ਮਿੰਨੀ ਕਹਾਣੀ ਦਾ ਮਿਆਰ ਹੈ ਜਿਹੜਾ ਉਹ ਇਹਨਾਂ ਕਹਾਣੀਆਂ ਦੇ ਵਿੱਚ ਪ੍ਰੌੜ ਕਹਾਣੀਆਂ ਵੀ ਨੇ, ਨਵੀਂ ਕਹਾਣੀਕਾਰ ਵੀ ਨੇ। ਔਰ ਇੱਕ ਗੱਲ ਮੈਂ ਮਹਿਸੂਸ ਕੀਤੀ ਕਿ ਸਾਡੇ ਨਵੇਂ ਕਹਾਣੀਕਾਰ ਨੇ ਜਿਹੜੇ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹੈਗੀਆਂ। ਤਾਂ ਮੈਂ ਇਹ ਗੱਲ ਡਾਕਟਰ ਰਵਿੰਦਰ ਨੇ ਜਿਹਨੂੰ ਨਾਰੀਵਾਦੀ ਕਿਹਾ, ਮੈਂ ਇਹਨੂੰ ਇਸਤਰੀ ਜਾਤੀ ਦੀ ਪੀੜ ਨਾਲ ਜਿਹੜੀਆਂ 4 ਕਹਾਣੀਆਂ ਨੇ ਉਹ ਸਾਡੇ ਸਮਾਜ ਦੇ ਵਿੱਚ ਔਰਤ ਦਾ ਜਿਹੜਾ ਦੁਜੈਲਾ ਸਥਾਨ ਹੈ, ਔਰਤ ਜਾਤੀ ਦੇ ਉੱਤੇ ਜਿਹੜਾ ਜ਼ੁਲਮ ਹੁੰਦਾ, ਜਿਹੜਾ ਸਮਾਜ ਉਹਨੂੰ ਮਰਦ ਵਾਂਗੂ ਮਾਨਤਾ ਨਹੀਂ ਦਿੰਦਾ, ਔਰ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਡਾਕਟਰ ਸ਼ਾਮ ਸੁੰਦਰ ਦੀਪਤੀ ਹੋਰਾਂ ਦੀ ਪਹਿਲ, ਖੇਮਕਰਨੀ ਹੋਰਾਂ ਦੀ ਖੁਰਦੀਆਂ ਪੈੜਾਂ, ਬਲਦੇਵ ਸਿੰਘ ਖਹਿਰਾ ਹੋਰਾਂ ਦਾ ਅੰਤਹੀਣ ਯੁੱਧ ਤੇ ਮਨਪ੍ਰੀਤ ਭਾਟੀਆ ਦੀ ਉਡੀਕ, 4 ਕਹਾਣੀਆਂ ਦੇ ਵਿੱਚ ਸਮੱਸਿਆਵਾਂ ਜਿਹੜੀਆਂ ਹੈਗੀਆਂ ਔਰਤ ਜਾਤ ਨਾਲ ਸੰਬੰਧਿਤ ਹੈ। ਔਰ ਇੱਕ ਗੱਲ ਜਿਹੜੀ ਵਧੀਆ ਲੱਗਦੀ ਹੈ ਕਿ ਉਹ ਜੁਰਤ ਕਰਦੀਆਂ ਨੇ, ਪਹਿਲ ਕਰਦੀਆਂ ਨੇ, ਸਮਾਜ ਦੀਆਂ ਜਿਹੜੀਆਂ ਮਾਪਦੰਡ ਨੇ ਉਹਨਾਂ ਨੂੰ ਉਲੰਘਦੀਆਂ ਨੇ, ਔਰ ਇਹ ਜਿਹੜੀ ਜੁਰਤ ਹੈ, ਦ੍ਰਿੜਤਾ ਦਿਖਾਉਂਦੀਆਂ ਨੇ। ਇਹ ਵਧੀਆ ਗੱਲ ਹੈ। ਕੁਲਵਿੰਦਰ ਕੌਸ਼ਲ ਦੀ ਕਹਾਣੀ ਵੱਖਰੀ ਭਾਂਤ ਦੀ ਕਹਾਣੀ ਹੈ, ਔਰ ਬਹੁਤ ਸੰਭਾਵਨਾਵਾਂ ਨੇ ਇਸ ਨੌਜਵਾਨ ਦੇ ਵਿੱਚ, ਤੇ ਪੇਸ਼ਕਾਰੀ ਪੱਖੋਂ ਵੀ, ਵਿਸ਼ੇ ਦੇ ਪੱਖ ਤੋਂ ਵੀ। ਤੇ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਿਆਰੀ ਲੱਗਿਆ, ਵਧੀਆ ਲੱਗਿਆ, ਔਰ ਪ੍ਰਬੰਧਕਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ। ਇਸ ਦੌਰ ਦੇ ਵਿੱਚ ਜਦੋਂ ਸਾਰਾ ਕੁਝ ਠੱਪ ਹੋ ਗਿਆ ਹੈ, ਤਾਂ ਉਸ ਦੌਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਮਿੰਨੀ ਕਹਾਣੀ ਨੂੰ ਲੈ ਕੇ ਆਨਲਾਈਨ ਜਿਹੜਾ ਹੈ ਲੇਖਕਾਂ ਨੂੰ ਘਰੇ ਬੈਠੇ ਇਹ ਪ੍ਰੋਗਰਾਮ ਪੇਸ਼ ਕਰਨਾ, ਉਹ ਉਸ ਉਦਮ ਦੀ ਮੈਂ ਸ਼ਲਾਘਾ ਕਰਦਾ ਹਾਂ। ਔਰ ਬਹੁਤ ਬਹੁਤ ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਆਪਣਾ ਜਸਵੀਰ ਢੰਡ ਜੀ, ਜਿਨ੍ਹਾਂ ਨੇ ਆਪਣੀ ਗੱਲਬਾਤ ਰੱਖੀ। ਸਾਰੇ ਹੀ ਸਾਥੀਆਂ ਨੂੰ 1-2 ਮਿੰਟ ਦਾ ਅਸੀਂ ਟਾਈਮ ਦੇਵਾਂਗੇ ਕਿਉਂਕਿ ਸਮੇਂ ਦੀ ਸੀਮਤਾਈ ਹੈਗੀ ਹੈ। ਡਾਕਟਰ ਨੈਬ ਸਿੰਘ ਮੰਡੇਰ ਹੋਰਾਂ ਨੂੰ ਬੇਨਤੀ ਹੈ ਵੀ ਉਹ ਜੁੜੇ ਹੋਏ ਨੇ, ਆਪਣੀ ਗੱਲਬਾਤ ਰੱਖਣ। ਡਾਕਟਰ ਨੈਬ ਸਿੰਘ ਮੰਡੇਰ ਜੀ, ਧੰਨਵਾਦ ਕੁਲਵੀਰ ਸਾਹਿਬ।
ਡਾਕਟਰ ਰਵਿੰਦਰ ਸਿੰਘ ਸੰਧੂ ਹੋਰਾਂ ਅਤੇ ਡਾਕਟਰ ਢਿੱਲੋਂ ਸਾਹਿਬ ਨੇ 5 ਮਿੰਨੀ ਕਹਾਣੀਆਂ ਦੇ ਉੱਤੇ ਬਹੁਤ ਹੀ ਬੇਵਾਕੀ ਦੇ ਨਾਲ ਗੱਲ ਰੱਖੀ ਹੈ। ਡਾਕਟਰ ਸੰਧੂ ਸਾਹਿਬ ਹੋਰਾਂ ਨੇ ਜੋ ਸਪਸ਼ਟ ਕੀਤਾ ਹੈ ਕਿ ਇਹਨਾਂ ਮਿੰਨੀ ਕਹਾਣੀਆਂ ਦਾ ਪਾਠ ਕਰਨ ਤੋਂ ਬਾਅਦ, ਇਹਨਾਂ ਮਿੰਨੀ ਕਹਾਣੀਆਂ ਦੇ ਉੱਤੇ ਗੱਲ ਕਰਨ ਤੋਂ ਬਾਅਦ, ਜਾਂ ਇਹਨਾਂ ਮਿੰਨੀ ਕਹਾਣੀਆਂ ਦੇ ਅੰਦਰ ਤੱਕ ਜਾਣ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਮਿੰਨੀ ਕਹਾਣੀ ਰੂਪਕ ਪੱਖ ਤੋਂ ਕਾਫੀ ਕੁਝ ਹਾਸਲ ਕਰ ਚੁੱਕੀ ਹੈ। ਹੁਣ ਮਿੰਨੀ ਕਹਾਣੀ ਦੇ ਕਲਾ ਪੱਖ ਦੀਆਂ ਹੋਰ ਬਾਰੀਕੀਆਂ ਨੂੰ ਛਾਂਟਣ ਦੀ, ਪਰਖਣ ਦੀ, ਦੇਖਣ ਦੀ, ਸਮਝਣ ਦੀ ਲੋੜ ਹੈ। ਇਹ ਗੱਲ ਬਹੁਤ ਹੀ ਵਾਜਬ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਮਿੰਨੀ ਕਹਾਣੀ ਵਿਧਾ ਦੀ ਸਾਰਥਕਤਾ ਕਿੱਥੇ ਖੜੀ ਹੈ, ਮਿੰਨੀ ਕਹਾਣੀ ਦੀ ਪ੍ਰਵਾਨਿਕਤਾ ਕਿੱਥੇ ਖੜੀ ਹੈ, ਉਸ ਦੇ ਉੱਪਰ ਡਾਕਟਰ ਸੰਧੂ ਸਾਹਿਬ ਹੋਰਾਂ ਨੇ ਬਿਲਕੁਲ ਸਹੀ ਨਿਸ਼ਾਨ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਮਿੰਨੀ ਕਹਾਣੀ ਵਿਧਾ ਹੁਣ ਬਿਲਕੁਲ ਸਫਲ ਹੈ ਔਰ ਵਧੀਆ ਹੈ। ਤੇ ਅੱਜ ਦੇ ਜਿਹੜੇ ਮਿੰਨੀ ਕਹਾਣੀਕਾਰ ਨੇ, ਜਿਨ੍ਹਾਂ ਦੀਆਂ 5 ਮਿੰਨੀ ਕਹਾਣੀਆਂ ਪੇਸ਼ ਹੋਈਆਂ ਨੇ, ਉਹਨਾਂ 5 ਮਿੰਨੀ ਕਹਾਣੀਆਂ ਨੂੰ ਮਾਡਲ ਮਿੰਨੀ ਕਹਾਣੀਆਂ ਦੇ ਤੌਰ ਤੇ ਦੋਵੇਂ ਆਲੋਚਕਾਂ ਨੇ ਸਿੱਧ ਕੀਤਾ ਹੈ। ਇਹ ਮਿੰਨੀ ਕਹਾਣੀ ਵਿਧਾ ਦੀ ਸਫਲਤਾ ਤੇ ਸੰਭਾਵਨਾਵਾਂ ਦੋਨਾਂ ਦੀ ਸਾਰਥਕਤਾ ਦੀ ਗੱਲ ਸਾਡੇ ਸਾਹਮਣੇ ਆਉਂਦੀ ਹੈ। ਮਿੰਟ ਇੱਕ ਹੀ ਦੱਸਿਆ ਹੈ ਕੁਲਰੀਆਂ ਸਾਹਿਬ ਨੇ, ਔਰ ਦੋਵੇਂ ਆਲੋਚਕ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਬਹੁਤ ਬੇਵਾਕੀ ਦੇ ਨਾਲ ਬੜੀ ਬਰੀਕ ਤੰਦ ਨੂੰ ਫੜ ਕੇ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਔਰ 5 ਮਿੰਨੀ ਕਹਾਣੀਕਾਰ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਬਹੁਤ ਅਵਲ ਦਰਜੇ ਦੀਆਂ ਮਿੰਨੀ ਕਹਾਣੀਆਂ ਸਿਰਜ ਕੇ ਸਾਡੇ ਸਮਾਜ ਨੂੰ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਬਹੁਤ ਧੰਨਵਾਦ। ਹਾਂਜੀ, ਸ਼ੁਕਰੀਆ ਡਾਕਟਰ ਸਾਹਿਬ, ਡਾਕਟਰ ਨੈਬ ਸਿੰਘ ਮੰਡੇਰ ਹੋਰਾਂ ਨੇ ਗੱਲਬਾਤ ਰੱਖੀ ਆਪਣੀ। ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਹਰਪ੍ਰੀਤ ਸਿੰਘ ਰਾਣਾ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਰੱਖਣ। ਹਰਪ੍ਰੀਤ ਸਿੰਘ ਰਾਣਾ ਜੀ। ਹਾਂਜੀ, ਜਿਹੜੀਆਂ ਅੱਜ ਦੀ ਗੋਸ਼ਟੀ ਦੇ ਵਿੱਚ ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ, ਉਹਨਾਂ ਬਾਰੇ ਡਾਕਟਰ ਸੰਧੂ ਢਿੱਲੋਂ ਜੀ ਅਤੇ ਹੋਰ ਮੰਡੇਰ ਜੀ, ਮੰਡ ਜੀ, ਢੰਡ ਜੀ ਆਦਿ ਨੇ ਆਪਣੇ ਜਿਹੜੇ ਵਿਚਾਰ ਰੱਖੇ ਨੇ, ਮੈਂ ਉਹਨਾਂ ਵਿਚਾਰਾਂ ਨਾਲ ਸਹਿਮਤ ਹਾਂ। ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਮਿੰਨੀ ਕਹਾਣੀ ਅੱਜ ਆਪਣੇ ਵਿਕਾਸ ਦੇ ਚੌਥੇ ਪੜਾਅ ਦੇ ਵਿੱਚ ਲੰਘ ਰਹੀ ਹੈ। ਤੇ ਹੁਣ ਜਿਹੜੀਆਂ ਪੰਜਾਬੀ ਦੀ ਮਿੰਨੀ ਕਹਾਣੀ ਦੀ ਕਈ ਨਵੀਆਂ ਵਰਤਾਂਤਕ ਜੁਗਤਾਂ ਆ ਚੁੱਕੀਆਂ ਨੇ। ਭਾਵੇਂ ਡਾਕਟਰ ਦਿੱਤੀ ਉਹਨਾਂ ਨੇ, ਹਰਭਜਨ ਖੇਮਕਰਨੀ ਨੇ, ਮਨਪ੍ਰੀਤ ਭਾਟੀਆ ਨੇ, ਤੇ ਜਾਂ ਆਪਣਾ ਡਾਕਟਰ ਖਹਿਰਾ ਨੇ ਨਾਰੀਵਾਦ, ਨਾਰੀ ਦੀ ਦ੍ਰਿਸ਼ਟੀਕੋਣ ਨੂੰ ਲੈ ਕੇ ਮਿੰਨੀ ਕਹਾਣੀਆਂ ਸਿਰਜੀਆਂ ਨੇ, ਪਰ ਉਹਨਾਂ ਨੇ ਪੇਸ਼ਕਾਰੀ ਪੱਖੋਂ ਉਹਨਾਂ ਦੀ ਜਿਹੜੀ ਅਭਿਵਿਅਕਤੀ ਸੀ ਉਹ ਬਹੁਤ ਹੀ ਇੱਕ ਮਤਲਬ ਕਿ ਉਹਨਾਂ ਨੇ ਨਵੀਆਂ ਵਰਤਾਂਤਕ ਜੁਗਤਾਂ ਦੇ ਜਲ ਹੀ ਘੁੰਮਦੀ ਸੀ। ਮਤਲਬ ਕਿ ਰਵਾਇਤੀ ਜੁਗਤਾਂ ਤੋਂ ਹਟ ਕੇ ਉਹਨਾਂ ਨੇ ਆਪਣੀਆਂ ਕਹਾਣੀਆਂ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਤੇ ਜਿਹੜਾ ਕੁਲਵਿੰਦਰ ਕੌਸ਼ਲ ਹੈ, ਕੁਲਵਿੰਦਰ ਕੌਸ਼ਲ, ਕਿਉਂਕਿ ਮੈਂ ਜਦੋਂ ਆਪਣੇ PhD ਜਾਂ ਮੇਰਾ ਕਿਉਂਕਿ 2010 ਤੱਕ ਦੇ ਇਤਿਹਾਸ ਤੋਂ ਹੀ ਮੈਂ ਤੱਕ ਪੀੜ ਸੀ, ਤੇ ਮੈਂ ਕਿਉਂਕਿ ਜਿਹੜਾ ਕੌਸ਼ਲ ਹੈ ਉਹ ਚੌਥੇ ਪੜਾਅ ਦਾ ਵਿੱਚੋਂ ਉੱਭਰਿਆ ਪਿਆ ਇੱਕ ਨਾਮ ਹੈ। ਇਸ ਦੇ ਹੁਣ ਪਿੱਛੇ ਤੁਸੀਂ ਗੌਰਤਲਬ ਜਿਹੜੀਆਂ ਮਿੰਨੀ ਕਹਾਣੀਆਂ ਦੀ ਕਿਤਾਬ ਕੱਢੀ ਸੀ, ਉਹ ਪੜ੍ਹਨ ਦਾ ਪੁੱਠੇ ਦਿਮਾਗ ਨਾਲ ਪੜ੍ਹਨ ਦਾ ਮੌਕਾ ਮਿਲਿਆ, ਤੇ ਇਹਦੀਆਂ ਕਹਾਣੀਆਂ ਬਹੁਤ ਹੀ ਮਤਲਬ ਕਿ ਮੈਨੂੰ ਬਹੁਤ ਵਧੀਆ ਲੱਗੀਆਂ ਕਿ ਇਹ ਆਧੁਨਿਕ ਜੁਗਤਾਂ ਦੇ ਨਾਲ ਜਿਹੜੀ ਆਪਣੀ ਬਾਲ ਮਨੋਵਿਗਿਆਨਿਕ ਜਿਹੜਾ ਇੱਕ ਲੇਖਕ ਦੇ ਤੌਰ ਤੇ ਇੱਕ ਮਨੋਵਿਗਿਆਨਿਕ ਵਾਦੀ ਮਿੰਨੀ ਕਹਾਣੀਕਾਰ ਹੈ ਤਾਂ ਸਾਰੀਆਂ ਲੇਖਕਾਂ ਹੋਰ ਲੇਖਕਾਂ ਦੀ ਮਿੰਨੀ ਕਹਾਣੀਆਂ ਵੀ ਮਨੋਵਿਗਿਆਨ ਨਾਲ ਜੁੜੀਆਂ ਹੋਈਆਂ ਨੇ, ਪਰ ਇਸ ਲੇਖਕ ਦੀਆਂ ਬਹੁਤੀਆਂ ਉਸ ਗੁਰਤਲਾ ਪੁਸਤਕ ਦਾ ਮੈਂ ਅਧਿਐਨ ਕਰਦੇ ਇਹ ਮਹਿਸੂਸ ਹੋਇਆ ਕਿ ਇਹ ਮਨੋਵਿਗਿਆਨਿਕ ਜਿਹੜੀ ਸੁਰ ਹੈ ਇਹਦੀਆਂ ਮਿੰਨੀ ਕਹਾਣੀਆਂ ਦੇ ਵਿੱਚ ਬੜੀ ਉੱਭਰ ਕੇ ਸਾਡੇ ਸਾਹਮਣੇ ਆਉਂਦੀ ਹੈ। ਤੇ ਇਸ ਵਿੱਚ ਨਿੱਕੀ ਕਹਾਣੀ ਵਾਲੇ ਵੀ ਗੁਣ ਨੇ ਕਿ ਮੈਂ ਕੁਐਸਚਨ ਨੂੰ ਇੱਥੇ ਵੈਸੇ ਇਹ ਵੀ ਦੇਵਾਂਗਾ ਕਿ ਮਿੰਨੀ ਕਹਾਣੀ ਦੇ ਨਾਲ ਨਾਲ ਜੋ ਇਸ ਤੋਂ ਨਿੱਕੀ ਕਹਾਣੀ ਜਾਂ ਉਸ ਤੋਂ ਵੱਡੀ ਕਹਾਣੀ ਵੀ ਲਿਖੀ ਡਾਕਟਰ ਰਵਿੰਦਰ ਸੰਧੂ ਢਿੱਲੋਂ ਸਾਹਿਬ, ਡਾਕਟਰ ਪ੍ਰਦੀਪ ਗੋਰਾ, ਕਿਉਂਕਿ ਯੂਨੀਵਰਸਿਟੀਆਂ ਦੇ ਨਾਲ ਜਾਂ ਕਾਲਜ ਦੇ ਨਾਲ ਜੁੜੇ ਪਏ ਆਪਣੇ ਵਿਦਵਾਨ ਨੇ, ਪ੍ਰੋਫੈਸਰ ਨੇ। ਜਦੋਂ ਕਿ ਅੱਜ ਪੰਜਾਬੀ ਮਿੰਨੀ ਕਹਾਣੀ PhD MPhil ਹੋ ਚੁੱਕੀ ਹੈ ਡਾਕਟਰ ਨੈਬ ਸਿੰਘ ਮੰਡੇਰ, ਮੈਂ ਇਤਿਹਾਸ ਤੇ ਕੀਤੀ ਹੈ। ਡਾਕਟਰ ਮੰਡੇਰ ਜੀ ਨੇ ਪ੍ਰਤੀਨਿਧ ਤੇ ਸਿਧਾਂਤਕ ਪੱਖ ਨੂੰ ਲੈ ਕੇ ਆਪਣੇ ਵੱਲੋਂ ਉਸ ਸਮੇਂ ਦੀਆਂ PhD ਅਸੀਂ ਦੋਨਾਂ ਨੇ ਥੀਸਿਸ ਕੀਤੇ ਨੇ, MPhil ਹੋਈਆਂ ਨੇ। ਇਹਨਾਂ ਨੂੰ ਸੁਝਾਅ ਦਿੰਦੇ ਆ ਕਿ ਇਹ ਕਿਉਂਕਿ ਇਹਨਾਂ ਨੇ ਇਹ ਗਾਈਡ ਵੀ ਹੋਣਗੇ, ਨਿਗਰਾਨ ਵੀ ਹੋਣਗੇ ਇਹਨਾਂ ਕੋਲ,
ਡਾਕਟਰ ਢਿੱਲੋਂ ਵੀ, ਡਾਕਟਰ ਸੰਧੂ ਜੀ, ਡਾਕਟਰ ਪ੍ਰਦੀਪ ਕੋਰਾ ਜੀ, ਕਿ ਇਹ ਹੁਣ ਇਹਨਾਂ ਵਿਦਵਾਨਾਂ ਦਾ ਮਿੰਨੀ ਕਹਾਣੀ ਦੇ ਨਾਲ ਇਹ ਜੁੜੇ ਵੀ ਪਏ ਨੇ ਤੇ ਕਿ ਪ੍ਰਤੀਬੱਧਤਾ ਨਾਲ ਲੋਚਨਾ ਦੇ ਤੌਰ ਤੇ, ਕਿਉਂਕਿ ਪਹਿਲੀ ਜਿਹੜੀ ਲੋਚਨਾ ਸੀ ਉਹ ਸਾਰੇ ਅਸੀਂ ਉਹੀ ਲੋਚਕ ਹਾਂ ਜਿਹੜੇ ਪੰਜਾਬੀ ਮਿੰਨੀ ਕਹਾਣੀ ਦੇ ਆਪ ਹੀ ਮੌਲਿਕ ਲੇਖਕ ਆ। ਪਰ ਇਹ ਖੁਸ਼ੀ ਗੱਲ ਹੈ ਕਿ ਹੁਣ ਸਾਡੇ ਕੋਲ ਜਿਹੜੇ ਆਲੋਚਕ ਉਹ ਨੇ ਜਿਹੜੇ ਯੂਨੀਵਰਸਿਟੀਆਂ ਦੇ ਨਾਲ, ਕਾਲਜਾਂ ਦੇ ਨਾਲ ਜੁੜੇ ਪਏ ਨੇ ਤੇ ਜਿਨ੍ਹਾਂ ਦਾ ਮਿੰਨੀ ਕਹਾਣੀ ਦੇ ਸਿਰਫ ਲੋਚਕ ਨੇ, ਉਹ ਸਿਰਜਕ ਨਹੀਂ ਹੈ। ਇਹਨਾਂ ਦੀ ਜਿਹੜੀ ਲੋਚਨਾ ਸਾਡੀ ਲੋਚਨਾ ਦੇ ਨਾਲੋਂ, ਭਾਵੇਂ ਅਸੀਂ PhD ਕਰ ਬੈਠੇ ਹਾਂ, ਪਰ ਸਾਡੀ ਲੋਚਨਾ ਦੇ ਨਾਲੋਂ ਇਹਨਾਂ ਦੀ ਲੋਚਨਾ ਜ਼ਿਆਦਾ ਨਿਰਪੱਖ ਤਰੀਕੇ ਨਾਲ ਹੋਏਗੀ, ਕਿਉਂਕਿ ਸਾਡੀ, ਮੈਂ ਆਪ ਮਹਿਸੂਸ ਕਰਦਾ ਕਿ ਮੇਰੀ ਜਿਹੜੀ ਲੋਚਨਾ ਹੈਗੀ ਹੈ ਲੋਚਨਾ ਨਾਲੋਂ ਸਮਾਲੋਚਨਾ ਦੇ ਨੇੜੇ ਜ਼ਿਆਦਾ ਹੁੰਦੀ ਹੈ, ਕਿਉਂਕਿ ਮੈਂ ਸਿਰਜਨਾਤਮਕ ਲੇਖਕ ਪਹਿਲਾਂ ਇਹਨਾਂ ਮੈਂ ਸੰਧੂ ਸਾਹਿਬ ਨੂੰ, ਢਿੱਲੋਂ ਜੀ ਨੂੰ, ਡਾਕਟਰ ਪ੍ਰਦੀਪ ਕੋਰਾ ਜੀ ਵਗੈਰਾ ਨੂੰ ਵੀ, ਭਾਵੇਂ ਉਹ ਮਿੰਨੀ ਕਹਾਣੀ ਨਾਲ ਵੀ ਜੁੜੇ ਆ ਪਰ ਯੂਨੀਵਰਸਿਟੀ ਨਾਲ ਵੀ ਜੁੜੇ ਪਏ ਨੇ, ਇਹਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਹੁਣ ਕੋਈ ਇਹਨਾਂ ਕੋਲ ਜੇ ਕੋਈ ਗਾਈਡ ਇਹ ਬਣਦੇ ਨੇ ਤਾਂ ਇਹ ਪੰਜਾਬੀ ਮਿੰਨੀ ਕਹਾਣੀ ਦੇ ਨਾਲ, ਜੋ ਕਿ ਪੰਜਾਬੀ ਮਿੰਨੀ ਕਹਾਣੀ ਕਿ ਨਵੇਂ ਬਰਤਾਦੇ ਚੁੰਕਰ ਦੇ ਵਿੱਚ ਅੱਗੇ ਵੱਧ ਰਹੀ ਹੈ, ਇਹਨਾਂ ਨੂੰ ਚਾਹੀਦਾ ਹੈ ਕਿ ਕੁਝ ਇਸ ਤਰ੍ਹਾਂ ਦੇ ਸਟੂਡੈਂਟ ਤਿਆਰ ਕਰਨ ਜਿਹੜੇ ਮਤਲਬ ਕਿ ਜਿਹੜੀ ਆਧੁਨਿਕ ਪੰਜਾਬੀ ਮਿੰਨੀ ਕਹਾਣੀ ਹੈ ਉਸ ਨੂੰ ਉਦਾਹਰਣ ਬਣਾ ਕੇ ਆਪਣੀ ਜਿਹੜੀ ਖੋਜ ਦਾ ਕਾਰਜ ਹੈ ਉਹ ਅੱਗੇ ਵਧਾਉਣ ਤੇ ਇਸ ਤਰ੍ਹਾਂ ਇਸ ਵਿਧਾ ਦਾ ਜਿਹੜਾ ਵਿਕਾਸ ਹੈ ਉਹ ਪ੍ਰਫੁੱਲਤ ਹੋ ਸਕੇ। ਧੰਨਵਾਦ। ਬਹੁਤ ਬਹੁਤ ਧੰਨਵਾਦ। ਹਾਂਜੀ ਹਾਂਜੀ ਰਾਣਾ ਜੀ, ਬਹੁਤ ਬਹੁਤ ਧੰਨਵਾਦ। ਆਪਾਂ ਥੋੜਾ ਜਿਹਾ ਸਮੇਂ ਦਾ ਵੀ ਖਿਆਲ ਰੱਖਣਾ ਹੈਗਾ। ਤੁਸੀਂ ਵਧੀਆ ਗੱਲਬਾਤ ਕੀਤੀ ਹੈਗੀ ਹੈ। ਹੁਣ ਮੈਂ ਬੇਨਤੀ ਕਰਦਾ ਪ੍ਰਦੀਪ ਮਹਿਤਾ ਜੀ ਨੂੰ ਕਿ ਉਹ ਵੀ ਆਪਣੇ ਵਿਚਾਰ ਰੱਖਣ। ਪ੍ਰਦੀਪ ਮਹਿਤਾ ਜੀ, ਜਿਹੜੇ ਵੀ ਸਾਥੀ ਬੋਲ ਕੇ ਜਾਂਦੇ ਨੇ ਉਸ ਤੋਂ ਬਾਅਦ ਆਪਣਾ ਜਿਹੜਾ ਫੋਨ ਹੈ ਉਹਨੂੰ ਮਿਊਟ ਕਰ ਲਿਆ ਕਰਨ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਤਕਨੀਕੀ ਮਤਲਬ ਆਪਣੀ ਪਰੇਸ਼ਾਨੀ ਨਾ ਆਵੇ। ਪ੍ਰਦੀਪ ਮਹਿਤਾ ਜੀ। ਹਾਂਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਲਗਭਗ ਹਰੇਕ ਪ੍ਰੋਗਰਾਮ ਦੀ ਤਰ੍ਹਾਂ ਅੱਜ ਦਾ ਪ੍ਰੋਗਰਾਮ ਵੀ ਬਹੁਤ ਸਫਲ ਰਿਹਾ। 5 ਮਿੰਨੀ ਕਹਾਣੀਆਂ ਪੜ੍ਹੀਆਂ ਗਈਆਂ, ਆਲੋਚਨਾ ਕੀਤੀ ਗਈ ਤੇ ਬੜਾ ਕੁਛ ਨਵਾਂ ਪ੍ਰਾਪਤ ਹੋਇਆ। ਖਾਸ ਕਰਕੇ ਜਦੋਂ ਅਸੀਂ ਗੱਲ ਕਰਦੇ ਹਾਂ ਮਿੰਨੀ ਕਹਾਣੀ ਦੇ ਵਿੱਚ ਜੋ ਸਾਈਕੋ ਦੀ ਆਪਾਂ ਗੱਲ ਕੀਤੀ ਹੈ, ਮਨੋਵਿਗਿਆਨ ਦੀ ਗੱਲ ਕੀਤੀ ਹੈ, ਤੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਰੂਪਕ ਤੇ ਵਿਸ਼ੇ ਦੇ ਪੱਖ ਤੋਂ ਮਿੰਨੀ ਕਹਾਣੀ ਇਸੇ ਤਰ੍ਹਾਂ ਹੀ ਹੋਰ ਅਮੀਰ ਹੁੰਦੀ ਰਹੇਗੀ। ਧੰਨਵਾਦ ਜੀ। ਹਾਂਜੀ, ਸ਼ੁਕਰੀਆ ਮਹਿਤਾ ਸਾਹਿਬ। ਵੀਰਿੰਦਰ ਭਨਵੋਰੀ ਜੀ ਵੀ ਜੁੜੇ ਹੋਏ ਨੇ ਆਪਣੇ ਨਾਲ, ਉਹਨਾਂ ਨੂੰ ਵੀ ਬੇਨਤੀ ਹੈ। ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਕੁਲਰੀਆਂ ਜੀ, ਮੈਂ ਲਗਾਤਾਰ ਤਿੰਨੇ ਜੋ ਜ਼ੂਮ ਤੇ ਤੁਸੀਂ ਪ੍ਰੋਗਰਾਮ ਕੀਤੇ ਨੇ ਉਹ ਮੈਂ ਅਟੈਂਡ ਕੀਤੇ ਨੇ ਤੇ ਬੜਾ ਵਧੀਆ ਉਪਰਾਲਾ ਹੈ ਤੁਹਾਡੇ ਵੱਲੋਂ। ਤੇ ਅੱਜ ਦੇ ਇਸ ਗੋਸ਼ਟੀ ਦੇ ਵਿੱਚ ਜਿਹੜੀਆਂ ਮਤਲਬ ਹੈ ਕਿ ਲੇਖਕਾਂ ਦੇ ਨਾਲ ਗੱਲ ਨਹੀਂ ਕਰਦੇ, ਔਰ ਵਧੀਆ ਗੱਲ ਤੇ ਇਹੀ ਹੈ ਕਿ ਤੁਸੀਂ ਉਹਨਾਂ ਨੂੰ ਜਿਸ ਤਰ੍ਹਾਂ ਦੀ ਰਚਨਾ ਹੋਵੇ ਹਾਂਜੀ, ਕਿਉਂਕਿ ਅਸੀਂ ਵੇਖੇ ਸਾਰੇ ਰੰਗ ਸ਼ੁਰੂਆਤੀ ਦੌਰ ਦੇ ਵਿੱਚ ਬੰਦੇ ਦੀਆਂ ਰਚਨਾਵਾਂ ਦੇ ਵਿੱਚ ਹੌਲੀ ਹੌਲੀ ਨਿਖਾਰ ਆਉਂਦਾ ਹੈ। ਇਹ ਬਗੈਰ ਸੋਚਿਆ ਤੋਂ ਕਿ ਪਤਾ ਨਹੀਂ ਮੈਨੂੰ ਕੀ ਕਹਿਣਗੇ, ਇਹ ਨਾ ਸੋਚ ਕੇ ਰਚਨਾ ਮਤਲਬ ਸਾਂਝੀ ਕੀਤੀ ਜਾਵੇ। ਉਹ ਮੈਂ ਸਾਰੇ ਬੇਨਤੀ ਕਰਾਂਗਾ ਸਾਰੇ ਨਵੇਂ ਲੇਖਕਾਂ ਨੂੰ ਕਿ ਉਹ ਸਾਡੇ ਨਾਲ ਸਾਂਝ ਪਾਉਣ ਤੇ ਇਸ ਤਰ੍ਹਾਂ ਆਪਾਂ ਜਿਹੜਾ ਉਹ ਘੇਰਾ ਹੋਰ ਵਿਸ਼ਾਲ ਕਰੀਏ। ਧੰਨਵਾਦ। ਹਾਂਜੀ, ਸ਼ੁਕਰੀਆ ਖੇਮਕਰਨੀ ਸਾਹਿਬ। ਤੇ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਹੀ ਵਧ ਰਹੇ। ਇੱਕ ਦੋ ਸਾਥੀ ਨੇ ਉਹ ਸਿਰਫ ਇੱਕ ਮਿੰਟ ਦੇ ਲਈ ਆਪਣੇ ਵਿਚਾਰ ਰੱਖਣਗੇ। ਮੈਡਮ ਰਾਜਦੇਵ ਕੌਰ ਸਿੱਧੂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਹੈਲੋ, ਹਾਂਜੀ ਆ ਰਹੀ ਹੈ ਜੀ ਆਵਾਜ਼? ਹਾਂਜੀ, ਤੁਹਾਡਾ ਮੈਂ ਤਿੰਨੇ ਪ੍ਰੋਗਰਾਮ ਬਹੁਤ ਵਧੀਆ ਮੈਂ ਜ਼ੂਮ ਤੇ ਦੇਖੇ, ਬਹੁਤ ਵਧੀਆ ਲੱਗਿਆ, ਬਹੁਤ ਕੁਝ ਸਿੱਖਣ ਨੂੰ ਮਿਲਿਆ। ਜਿਵੇਂ ਆਪਾਂ ਬੈਠ ਕੇ ਕਰਦੇ ਹੁੰਦੇ ਸੀਗੇ, ਪੰਚਕੂਲੇ ਗਏ ਸੀ, ਬਾਲਿਆਂ ਲਈ ਗਏ ਸੀ, ਉਸੇ ਤਰ੍ਹਾਂ ਹੀ ਮਹਿਸੂਸ ਹੋ ਰਿਹਾ, ਸਿੱਖਣ ਨੂੰ ਬਹੁਤ ਕੁਝ ਮਿਲ ਰਿਹਾ। ਬਹੁਤ ਬਹੁਤ ਚੰਗਾ ਲੱਗਿਆ। ਥੈਂਕ ਯੂ। ਹਾਂਜੀ, ਸ਼ੁਕਰੀਆ ਮੈਡਮ ਤੁਹਾਡਾ। ਕਿਸੇ ਹੋਰ ਮਤਲਬ ਜੇਕਰ ਕਿਸੇ ਨੇ ਆਪਣੇ ਵਿਚਾਰ ਰੱਖਣੇ ਹੋਣ ਤਾਂ ਉਹ ਇਹਦੇ ਵਿੱਚ ਇੱਕ ਆਪਸ਼ਨ ਹੈਗੀ ਹੈ, ਰੇਜ਼ ਹੈਂਡ, ਮੋਰ ਦੇ ਵਿੱਚ ਜਾ ਕੇ ਉਹ ਸਾਥੀ ਕਰ ਸਕਦੇ ਨੇ। ਬਾਕੀ ਸਾਥੀਆਂ ਨੂੰ ਆਪਾਂ ਫਿਰ ਕਿਸੇ ਦਿਨ ਸੁਣਾਂਗੇ। ਵਿਸ਼ੇਸ਼ ਤੌਰ ਤੇ ਮੈਂ ਫਿਰ ਦੁਬਾਰਾ ਧੰਨਵਾਦ ਕਰਦਾ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ, ਜੋ ਸਾਡੇ ਅੱਜ ਦੇ ਵਿਦਵਾਨ ਆਲੋਚਕ। ਹਾਂਜੀ ਹਾਂਜੀ ਮੈਮ, ਬੋਲੋ ਮੈਮ, ਬੋਲੋ। ਤੁਸੀਂ ਰਹਿ ਗਏ ਸੀ ਡਾਕਟਰ ਇੰਦਰਪਾਲ ਕੌਰ ਜੀ, ਦੁਬਾਰਾ ਫਿਰ ਜੁੜੇ ਨੇ। ਚਲੋ ਮੈਡਮ ਰੱਖੋ ਤੁਸੀਂ ਆਪਣੀ ਗੱਲ। ਹਾਂਜੀ, ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰ, ਮੈਂ ਪਹਿਲੀ ਵਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਈ ਹਾਂ। ਮੈਨੂੰ ਬਹੁਤ ਅੱਛਾ ਲੱਗਿਆ। 5 ਮਿੰਨੀ ਕਹਾਣੀਆਂ ਜਿਹੜੀਆਂ ਪੜ੍ਹੀਆਂ ਗਈਆਂ, ਉਹਨਾਂ ਤੇ ਜਿਹੜੀ ਚਰਚਾ ਕੀਤੀ ਗਈ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਤੇ ਮੈਨੂੰ ਬਹੁਤ ਅੱਛਾ ਲੱਗਿਆ। ਇੰਝ ਲੱਗਿਆ ਜਿਵੇਂ ਆਪਾਂ ਆਮੋ ਸਾਹਮਣੇ ਬੈਠ ਕੇ ਪ੍ਰੋਗਰਾਮ ਕਰ ਰਹੇ ਹੋਈਏ। ਤੇ ਸਰ, ਜਿਹੜੀਆਂ ਖੇਮਕਰਨੀ ਸਾਹਿਬ ਜੀ ਨੇ ਕਿਹਾ ਕਿ ਮਿੰਨੀ ਕਹਾਣੀਆਂ ਭੇਜਣੀਆਂ ਨੇ, ਉਹ ਅੱਜ ਕੱਲ ਡਾਕ ਰਾਹੀਂ ਭੇਜਣੀਆਂ ਨੇ ਤੇ ਉਹਦਾ ਤਾਂ ਹਾਲੇ ਪ੍ਰੋਸੈਸ ਸ਼ੁਰੂ ਨਹੀਂ ਹੋਇਆ। ਸਰ, ਮੇਰੀ ਆਵਾਜ਼ ਆ ਰਹੀ ਹੈ ਜੀ?
ਹੈਲੋ ਆ ਰਹੀ ਹੈ ਮੈਮ, ਉਹ ਡਾਕ ਦਾ ਪ੍ਰੋਸੈਸ ਸ਼ੁਰੂ ਮੈਮ ਆ ਰਹੀ ਹੈ ਆਵਾਜ਼, ਤੁਸੀਂ ਆਪਣੀ ਗੱਲ ਰੱਖੋ, ਫਿਰ ਤੁਹਾਨੂੰ ਜਵਾਬ ਦੇ ਦਾਂਗੇ ਇਸ ਸਮੇਂ ਦਾ। ਹਾਂਜੀ ਸਰ ਇਹ ਦੱਸਣਾ ਕਿ ਕਿੰਨੀਆਂ ਮਿੰਨੀ ਕਹਾਣੀਆਂ ਉਹਨਾਂ ਨੂੰ ਭੇਜਣੀਆਂ ਨੇ ਮੁਕਾਬਲੇ ਵਾਸਤੇ। ਤੇ ਸਰ ਜਦੋਂ ਹੁਣ ਅਗਲੀ ਵਾਰੀ ਹੋਏਗਾ ਤਾਂ ਫਿਰ ਮੈਂ ਮਿੰਨੀ ਕਹਾਣੀ ਆਪਣੀ ਪੜਾਂਗੀ। ਤੇ ਅੱਜ ਦਾ ਪ੍ਰੋਗਰਾਮ ਮੈਨੂੰ ਬਹੁਤ ਵਧੀਆ ਲੱਗਿਆ। ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ੁਕਰੀਆ ਮੈਡਮ ਤੁਹਾਡਾ। ਤੇ ਉਹ ਡਾਕ ਦਾ ਪ੍ਰੋਸੈਸ ਹੁਣ ਚੱਲ ਗਿਆ ਹੈਗਾ, ਡਾਕ ਪਹੁੰਚਣ ਲੱਗੀ ਹੈਗੀ ਹੈ। ਤੁਸੀਂ ਆਪਣੀਆਂ ਮਿੰਨੀ ਕਹਾਣੀਆਂ ਨੇ 3 ਮਿੰਨੀ ਕਹਾਣੀਆਂ 20 ਰੁਪਏ ਦੀ ਡਾਕ ਟਿਕਟਾਂ ਵਿੱਚ ਪਾ ਕੇ ਖੇਮਕਰਨ ਸਾਹਿਬ ਦੇ ਐਡਰੈਸ ਤੇ ਤੁਸੀਂ ਭੇਜ ਸਕਦੇ ਹੈਗੇ ਹੋ। ਵਿਵੇਕ ਇਸੇ ਖਾਂ ਤੋਂ ਨੇ ਸਾਡਾ ਜੁੜੇ ਹੋਏ ਨੇ ਸਾਥੀ। ਵਿਵੇਕ ਜੀ ਆਪਣੀ ਗੱਲਬਾਤ ਰੱਖਣਗੇ। ਵਿਵੇਕ ਜੀ ਸਾਰਿਆਂ ਬਿਲਕੁਲ ਜੀ, ਹਾਂਜੀ, ਸਭ ਤੋਂ ਪਹਿਲਾਂ ਤਾਂ ਇੱਥੇ ਹਾਜ਼ਰ ਸਾਰੇ ਪ੍ਰਬੰਧਕਾਂ ਤੇ ਮੈਂਬਰਾਂ ਨੂੰ ਤੇ ਸਾਰੇ ਸਾਹਿਤਕਾਰ ਦੋਸਤਾਂ ਨੂੰ ਮੇਰੇ ਵੱਲੋਂ ਨਮਸਕਾਰ ਜੀ। ਲਾਕਡਾਊਨ ਦੇ ਵਿੱਚ ਤੁਸੀਂ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਇਹ ਨਵੇਂ ਜ਼ਮਾਨੇ ਦੀ ਨਵੀਂ ਤਕਨੀਕ ਨੂੰ ਤੁਸੀਂ ਸਾਨੂੰ ਜੋੜਿਆ, ਤੇ ਇਸ ਲਈ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਤੇ ਸਭ ਤੋਂ ਵੱਧ ਸ਼ੁਕਰੀਆ ਮੈਂ ਇਸ ਵਿੱਚ ਪੜ੍ਹੀਆਂ ਗਈਆਂ ਕਹਾਣੀਆਂ ਦੇ ਲੇਖਕਾਂ ਦਾ ਕਰਦਾ ਹਾਂ, ਜਿਨ੍ਹਾਂ ਨੇ ਇੱਕ ਮਿਆਰੀ ਕਹਾਣੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਤੇ ਸਾਡੇ ਵਿਦਵਾਨ ਆਲੋਚਕ ਢਿੱਲੋਂ ਸਾਹਿਬ ਤੇ ਸੰਧੂ ਸਾਹਿਬ ਦਾ ਵੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਬੜੀ ਵਧੀਆ ਚਰਚਾ ਸਾਡੇ ਨਾਲ ਸਾਂਝੀ ਕੀਤੀ ਤੇ ਕਈ ਨੁਕਤੇ ਸਾਨੂੰ ਦੱਸੇ, ਜਿਸ ਨਾਲ ਮਿੰਨੀ ਕਹਾਣੀ ਦੇ ਵਿਕਾਸ ਦੇ ਵਿੱਚ ਬੜਾ ਵਾਧਾ ਹੋ ਸਕਦਾ ਹੈ। ਸਾਰੇ ਹੀ ਮਿੰਨੀ ਕਹਾਣੀ ਲੇਖਕ ਇਹਨਾਂ ਨੁਕਤਿਆਂ ਨੂੰ ਜੇ ਗੌਰ ਨਾਲ ਸੁਣਨ ਤੇ ਬਹੁਤ ਹੀ ਉਹਨਾਂ ਦੇ ਲਈ ਇਹ ਚੰਗਾ ਸ਼ੁਭ ਸ਼ਗਨ ਹੋਏਗਾ। ਧੰਨਵਾਦ ਜੀ, ਸ਼ੁਕਰੀਆ ਜੀ। ਜੋ ਸਲਾਟ ਬੁੱਕ ਸੀ ਉਹਦੇ ਹਿਸਾਬ ਨਾਲ ਅਸੀਂ ਆਪਣਾ ਸਮਾਂ ਪੂਰਾ ਕਰ ਲਿਆ ਹੈ, ਤੇ ਉੱਥੋਂ ਵੀ ਅਲਟੀਮੇਟਮ ਆ ਹੀ ਗਿਆ ਵੀ ਪ੍ਰੋਗਰਾਮ ਇੱਕ ਵਾਰੀ ਵਿੱਚੋਂ ਬੰਦ ਹੋ ਗਿਆ ਸੀ। ਤੇ ਮੈਂ ਹੁਣ ਫੇਰ ਸਾਰਿਆਂ ਦਾ ਇੱਕ ਵਾਰੀ ਸਾਰੇ ਸਾਥੀਆਂ ਦਾ, ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਸਾਡੇ ਨਾਲ ਜੁੜੇ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫੇਰ ਮਿਲਾਂਗੇ, ਤੁਹਾਨੂੰ ਇਹਦੀ ਸੂਚਨਾ ਦੇਵਾਂਗੇ। ਉਸ ਦੇ ਲਈ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਇੱਕ ਵਾਰ ਫੇਰ ਸਾਰੇ ਸਾਥੀਆਂ ਦਾ, ਆਲੋਚਕਾਂ ਦਾ, ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ।